ਦੇਸ ਪੰਜਾਬ ਦੀ ਦਿਲਸ਼ਾਦ ਅਖਤਰ ਦੀ ਆਵਾਜ਼ ਦੇ ਵਿੱਚ ਤੁਸੀਂ ਗੀਤ ਸੁਣਿਆ। ਆਗਾਜ਼ ਕੀਤਾ ਅੱਜ ਦੇ ਪ੍ਰੋਗਰਾਮ ਦਾ ਇਹਨਾਂ ਦੀ ਆਵਾਜ਼ ਦੇ ਨਾਲ। ਜੀ ਆਇਆਂ ਨੂੰ, ਨਿੱਘਾ ਸਵਾਗਤ ਹੈ ਤੁਹਾਡਾ ਅਨਮੋਲ ਗੀਤਾਂ ਦੀ ਬਹਾਰ ਪ੍ਰੋਗਰਾਮ ਦੇ ਵਿੱਚ। ਔਰ ਪੇਸ਼ ਕਰ ਅਨੀਤਾ ਆਵਾਜ਼ ਪੰਜ ਦਰਿਆਵਾਂ ਦੀ ਪੰਜਾਬਾਂ ਦੀ 1602 AM ਤੇ ਸੁਣ ਰਹੇ ਹੋ ਸਕਾਈ ਚੈਨਲ 0169 ਤੇ ਨਾਲੇ ਹੀ ਆਨਲਾਈਨ ਰਾਹੀਂ ਸੁਣਨ ਵਾਲਿਆਂ ਦਾ ਵੀ ਨਿੱਘਾ ਸਵਾਗਤ ਹੈ ਵਰਲਡ ਵਾਈਡ ਵੈਬ ਰਾਹੀਂ .dcradio.org.uk। ਤੇ ਅੱਜ ਆਪਣੇ ਸਟੂਡੀਓ ਦੇ ਵਿੱਚ ਮਹਿਮਾਨ ਪਹੁੰਚੇ ਨੇ ਤੇ ਉਹਨਾਂ ਦੇ ਨਾਲ ਤੁਹਾਡਾ ਰਾਬਤਾ ਕਰਾਉਂਦੇ ਹਾਂ ਪ੍ਰੋਫੈਸਰ ਦੀਪਕ ਮਨਮੋਹਨ ਸਿੰਘ ਜੀ। ਇਹਨਾਂ ਦੇ ਨਾਲ ਅੱਜ ਆਪਾਂ ਗੱਲਾਂ ਬਾਤਾਂ ਕਰਾਂਗੇ। ਸਾਰਿਆਂ ਤੋਂ ਪਹਿਲਾਂ ਤਾਂ ਤੁਹਾਡਾ ਨਿੱਘਾ ਸਵਾਗਤ ਹੈ ਦੀਪਕ ਜੀ। ਸ਼ੁਕਰੀਆ। ਬੜੀ ਤੁਹਾਡੀ ਇਹ ਲੰਬੀ ਸੂਚੀ ਮੇਰੇ ਸਾਹਮਣੇ ਪਈ ਹੈ, ਤੁਹਾਡੀ ਜਿਹੜੀ ਬਾਇਓਗ੍ਰਾਫੀਕਲ ਇਨਫੋਰਮੇਸ਼ਨ ਹੈ। ਪ੍ਰੋਫੈਸਰ ਹੋ, ਸੀਨੀਅਰ ਫੈਲੋ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੇ 50 ਸਾਲ ਤੁਸੀਂ ਦੱਸਿਆ ਕਿ ਚੰਡੀਗੜ੍ਹ ਯੂਨੀਵਰਸਿਟੀ ਦੇ ਵਿੱਚ ਤੁਸੀਂ ਪੜ੍ਹਾ ਚੁੱਕੇ ਹੋ। ਮੈਂ ਵੀ ਉੱਥੇ ਪੜ੍ਹਾਉਂਦਾ ਵੀ ਉੱਥੇ ਜੀ। ਅੱਛਾ ਜੀ। ਤੇ ਬੜਾ ਲੰਬਾ ਅਰਸਾ ਤੁਸੀਂ ਪੰਜਾਬੀ ਭਾਸ਼ਾ ਨੂੰ ਆਪਣੀ ਜਿਹੜੀ ਸਾਰੀ ਜ਼ਿੰਦਗੀ ਆਪਾਂ ਕਹਿ ਸਕਦੇ ਹਾਂ ਕਿ ਤੁਸੀਂ ਆਪਣੀ ਮਾਂ ਬੋਲੀ ਨੂੰ ਪੰਜਾਬੀ ਭਾਸ਼ਾ ਨੂੰ ਦਿੱਤੀ ਹੈ। ਸੋ ਪੰਜਾਬੀ ਦੇ ਤੁਸੀਂ ਇੰਨੇ ਮਾਹਰ ਹੋ, ਸਾਰੀ ਉਮਰ ਸਾਰੇ ਆਪਣੀ ਪੰਜਾਬੀ ਭਾਸ਼ਾ, ਪੰਜਾਬੀ ਸਾਹਿਤ, ਪੰਜਾਬੀ ਸਿੱਖਿਆ ਦੇ ਨਾਲ, ਪੰਜਾਬੀ ਬੋਲੀ ਦੇ ਨਾਲ ਰਹੇ ਹੋ। ਸੋ ਇਹਦੀਆਂ ਜਿਹੜੀਆਂ ਤੁਸੀਂ ਵਣਗੀਆਂ ਨੇ, ਇਹਦੇ ਬਾਰੇ ਵੀ ਤੁਸੀਂ ਬਹੁਤ ਕੰਮ ਕੀਤਾ ਹੈ। ਕਈ ਤਰ੍ਹਾਂ ਦੇ ਜਿਸ ਤਰ੍ਹਾਂ ਆਪਾਂ ਦੇ ਬੋਲ ਹੁੰਦੇ ਆ, ਬਹੁਤ ਕੰਮ ਕੀਤਾ ਹੈ। ਸੋ ਸਾਰੀ ਉਮਰ ਤੁਸੀਂ ਪੰਜਾਬੀਆਂ ਤੇ ਲਾਤੀ। ਇਹਦਾ ਕੀ ਕਾਰਨ ਸੀ ਕਿ ਤੁਹਾਨੂੰ ਆਪਣੀ ਬੋਲੀ ਦੇ ਨਾਲ ਇੰਨਾ ਮੋਹ ਹੈ? ਦੇਖੋ ਨਾ, ਜਦੋਂ ਵੀ ਮੈਂ ਥੱਲੇ ਵੀ ਸਰਦਾਰ ਅਜੀਤ ਸਿੰਘ ਉਹਨਾਂ ਨਾਲ ਗੱਲ ਕਰ ਰਿਹਾ ਸੀ, ਜਦੋਂ ਵੀ ਨਾ ਪੰਜਾਬ ਦਾ ਨਾਂ ਆਉਂਦਾ ਤਾਂ ਨਾਲ ਨਾ ਇੱਕ ਲਫ਼ਜ਼ ਜਿਹੜਾ ਹੁੰਦਾ ਪੰਜਾਬ ਪ੍ਰੋਬਲਮ, ਹਰ ਵਾਰ ਕੋਈ ਨਾ ਕੋਈ ਜਿਵੇਂ ਕੋਈ ਸੋਚੀ ਸਮਝੀ ਸਾਜ਼ਿਸ਼ ਹੁੰਦੀ ਹੈ ਨਾ, ਕਦੇ ਕੋਈ ਧਰਮ ਦੇ ਖੇਤਰ ਵਿੱਚ, ਕਦੇ ਸਮਾਜਿਕ ਖੇਤਰ ਵਿੱਚ, ਕਦੇ ਆਰਥਿਕ ਖੇਤਰ ਵਿੱਚ, ਕਦੇ ਵਿੱਦਿਆ ਦੇ ਖੇਤਰ ਵਿੱਚ ਪੰਜਾਬ ਨੂੰ ਕੋਈ ਨਾ ਕੋਈ ਪ੍ਰੋਬਲਮ ਹੁੰਦੀ ਹੈ। ਪੰਜਾਬ ਦੇ ਨਾਲ ਪ੍ਰੋਬਲਮ ਨਾ ਜੁੜ ਗਿਆ। ਔਰ ਮੈਨੂੰ ਇਸ ਗੱਲ ਤੋਂ ਬਹੁਤ ਚਿੜਾ, ਮੈਨੂੰ ਇਹ ਲੱਗਦਾ ਵੀ ਪੰਜਾਬ 'ਚ ਕੋਈ ਪ੍ਰੋਬਲਮ ਨਹੀਂ ਹੈ। ਐਵੇਂ ਜਿਵੇਂ ਨਾ ਕੋਈ ਸੋਚੀ ਸਮਝੀ ਸਾਜ਼ਿਸ਼ ਹੁੰਦੀ ਹੈ ਨਾ, ਇਹ ਪੰਜਾਬ ਦੇ ਵਿੱਚ ਸਮੱਸਿਆਵਾਂ ਕ੍ਰੀਏਟ ਕੀਤੀਆਂ ਗਈਆਂ ਨੇ, ਜਿਹਦੇ ਸਮੱਸਿਆਵਾਂ ਕ੍ਰੀਏਟ ਕਰਕੇ ਜਿਵੇਂ ਕਿਸੇ ਸ਼ਕਤੀ ਨੇ ਕੋਈ ਲਾਹਾ ਲੈਣਾ ਹੁੰਦਾ ਜਾਂ ਪੰਜਾਬ ਨੂੰ ਨੀਚਾ ਦਿਖਾਉਣਾ ਹੁੰਦਾ। ਜਿਵੇਂ ਪੰਜਾਬ ਦੀ ਜਿਹੜੀ ਖੁਸ਼ਹਾਲੀ ਹੈ ਜਾਂ ਪੰਜਾਬ ਦੀ ਜਿਹੜੀ ਤਰੱਕੀ ਹੈ ਜਾਂ ਜਿਹੜਾ ਪੰਜਾਬੀਆਂ ਦਾ ਅੱਗੇ ਵਧਣ ਦਾ ਸੁਭਾਅ ਹੈ, ਜ਼ਿੰਦਗੀ ਨੂੰ ਜਿਉਣ ਦਾ ਉਹਨਾਂ ਨੂੰ ਚਾਅ ਹੈ, ਜਿਵੇਂ ਉਸ ਤੇ ਕੋਈ ਅਟੈਕ ਕਰਨਾ ਹੁੰਦਾ ਨਾ ਇੱਕ ਸੋਚੀ ਸਮਝੀ ਸਾਜ਼ਿਸ਼ ਨਾਲ, ਇਸ ਤਰ੍ਹਾਂ ਦੀ ਕੋਈ ਸਾਜ਼ਿਸ਼ ਚੱਲ ਰਹੀ ਹੈ ਪੰਜਾਬ ਬਾਰੇ। ਮੈਨੂੰ ਠੀਕ ਹੈ, ਪ੍ਰੋਬਲਮਸ ਹੁੰਦੀਆਂ ਨੇ ਜੀ, ਉਹਦੀ ਸਾਨੂੰ ਚਿੰਤਾ ਹੁੰਦੀ ਹੈ, ਉਹਦੇ ਬਾਰੇ ਸਾਨੂੰ ਚਿੰਤਨ ਕਰਨਾ ਚਾਹੀਦਾ, ਸੋਚਣਾ ਚਾਹੀਦਾ ਕਿ ਇਹਨਾਂ ਪ੍ਰੋਬਲਮਸ ਦਾ ਕੀ ਹੱਲ ਹੋਣਾ ਚਾਹੀਦਾ। ਔਰ ਇੱਦਾਂ ਦੀਆਂ ਸਮੱਸਿਆਵਾਂ ਦਾ ਹੱਲ ਅਸੀਂ ਲੱਭ ਸਕਦੇ ਹਾਂ, ਸਾਨੂੰ ਹੱਲ ਲੱਭਣੇ ਆਉਂਦੇ ਨੇ। ਨੋਰਮਲੀ ਦੇਖਿਆ ਇਹ ਜਾਂਦਾ ਹੈ ਕਿ ਸੋਲਿਊਸ਼ਨਸ, ਬਦਨਾਮੀ, ਪ੍ਰੋਬਲਮਸ ਉਹੀ ਦੱਸੀਆਂ ਜਾਂਦੀਆਂ ਅੱਗੇ ਵਧਾ ਚੜਾ ਕੇ, ਕਹਿ ਲਓ ਜਿਸ ਤਰ੍ਹਾਂ ਵੀ ਤੁਸੀਂ ਸਾਜ਼ਿਸ਼ਾਂ ਦੀ ਗੱਲ ਕੀਤੀ ਹੈ, ਪਰ ਇਹਦਾ ਹੱਲ ਨਹੀਂ ਅੱਜ ਤੱਕ ਕੋਈ ਛੇਤੀ ਦੱਸਦਾ। ਇਹਦਾ ਹੱਲ ਜੇ ਲੱਭਣ, ਜੇ ਕੋਸ਼ਿਸ਼ ਕਰਨ, ਜੇ ਕਿਸੇ ਦੀ ਨੀਅਤ ਠੀਕ ਹੋਵੇ ਤਾਂ ਹੱਲ ਕੋਈ ਬਹੁਤੀ ਲੱਭਣਾ ਕੋਈ ਬਹੁਤਾ ਵੱਡੀ ਗੱਲ ਨਹੀਂ ਹੈ। ਉਹ ਤਾਂ ਇਸ ਗੱਲ ਦਾ ਸਵਾਲ ਲੈਂਦੇ ਨੇ, ਇਸ ਗੱਲ ਤੇ ਜ਼ਿਆਦਾ ਜ਼ੋਰ ਦਿੰਦੇ ਨੇ, ਇਹ ਸਮੱਸਿਆ ਖੜੀ ਹੋ ਗਈ, ਇਹ ਸਮੱਸਿਆ ਖੜੀ ਗਈ, ਇਹ ਹੋ ਗਿਆ, ਨਸ਼ੇ ਹੋ ਗਏ, ਤੇ ਦਿਨ ਦਿਨ ਡਾਕੇ ਪੈਂਦੇ ਨੇ, ਚੋਰੀਆਂ ਹੁੰਦੀਆਂ ਨੇ, ਕਿਹੜੀ ਥਾਂ ਨਹੀਂ ਹੁੰਦਾ ਜੀ। ਗਲੋਬਲ ਸਮੱਸਿਆ ਹੈ ਅੱਜ ਕੱਲ੍ਹ ਨਸ਼ੇ ਦਾ ਬਹੁਤ ਜ਼ਿਆਦਾ। ਉੱਥੇ ਜਿਵੇਂ ਕਹਿੰਦੇ 6ਵਾਂ ਦਰਿਆ ਵਹਿ ਗਿਆ ਆ, ਨਸ਼ੇ ਦੀ ਹੀ ਗੱਲ ਜਿਹੜੀ ਤੁਸੀਂ ਪੇਪਰ ਚੱਕ ਲਓ, ਕੋਈ ਆਪਣੇ ਇੰਟਰਨੈਟ ਤੇ ਕੁਝ ਖੋਲ ਲਓ, ਨਸ਼ਾ ਉੱਥੋਂ ਇੰਨਾ ਫੜਿਆ, ਉੱਥੋਂ ਇੰਨਾ ਫੜਿਆ, ਇੰਨਾ ਗਲਤਾਨ ਹੋਇਆ ਪਿਆ, ਪੰਜਾਬ ਦਾ ਨਾਮ ਬਦਨਾਮ। ਮੈਂ ਇਹਨੂੰ ਵੀ ਕੋਈ ਜਿਵੇਂ ਨਾ ਕੋਈ ਸਾਜ਼ਿਸ਼ ਸਮਝਦਾ। ਮੀਡੀਆ ਨੇ ਇੰਨਾ ਜ਼ਿਆਦਾ ਰੌਲਾ ਪਾਇਆ, ਪੰਜਾਬ ਤੇ ਵਾਹ ਹੋ ਗਿਆ। ਪੰਜਾਬ ਦੇ ਵਿੱਚ 6ਵਾਂ ਜਿਹੜਾ ਦਰਿਆ ਚੱਲ ਰਿਹਾ ਉਹ ਨਸ਼ਿਆਂ ਦਾ ਦਰਿਆ ਚੱਲ ਰਿਹਾ। ਮੈਂ ਹਰੇਕ ਥਾਂ ਤੁਰਦਾ ਫਿਰਦਾ, ਮੈਂ ਅਮਰੀਕਾ ਵੀ ਜਾਂਦਾ, ਕੈਨੇਡਾ ਵੀ ਜਾਂਦਾ, ਇੰਗਲੈਂਡ ਵੀ ਆਉਣਾ, ਹੋਰਨਾਂ ਜਿਹੜੇ ਮੁਲਕਾਂ ਵਿੱਚ ਵੀ ਜਾਂਦਾ, ਕਿੱਥੇ ਨਹੀਂ ਹੈ ਨਸ਼ਾ। ਮੈਨੂੰ ਤਾਂ ਦੱਸੋ ਸਹੀ। ਪਰ ਮੈਨੂੰ ਤਾਂ ਜਿਹੜੇ ਮੇਰੇ ਨਸ਼ੇੜੀ ਨੇ, ਮੇਰੇ ਨਸ਼ਾ ਕਰਦੇ ਨੇ ਉੱਥੇ, ਉਹਨਾਂ ਨਾਲ ਵਾਹ ਵੂ ਪੈਂਦਾ ਨਾ, ਮੈਨੂੰ ਤਾਂ ਇੰਨੇ ਖਤਰਨਾਕ ਜੇ ਲੱਗਦੇ ਨਹੀਂ ਜਿੰਨੇ ਬਾਹਰਲਿਆਂ ਤੋਂ ਮੈਨੂੰ ਡਰ ਲੱਗਦਾ। ਜਦੋਂ ਇੱਥੇ ਮੈਂ ਦੇਖਦਾ ਨਾ, ਕੈਨੇਡਾ ਦੇ ਵਿੱਚ ਵੀ ਕਈ ਏਰੀਆ ਇੱਦਾਂ ਦੇ ਨੇ ਜਿੱਥੇ ਉਹ ਨਸ਼ੇੜੀ ਜੇ ਨਾ ਕੁਛ ਨਾ ਖਾ ਪੀ ਕੇ ਜੇ ਲੰਬੇ ਲੁੱਟੇ ਪਏ ਹੁੰਦੇ ਨੇ, ਉਹਨਾਂ ਤੋਂ ਮੈਨੂੰ ਡਰ ਲੱਗਦਾ। ਆਪਣੇ ਨਸ਼ੇੜੀਆਂ ਤੋਂ ਤਾਂ ਮੈਨੂੰ ਡਰ ਹੀ ਨਹੀਂ ਲੱਗਦਾ ਹੈਗਾ। ਉਹ ਤਾਂ ਮੈਂ ਇੱਕ ਲਫ਼ਜ਼ ਆਮ ਵਰਤਦਾ ਹੁੰਦਾ। ਕੱਲ੍ਹ ਵੀ ਮੇਰੇ ਤੋਂ ਕੋਈ ਗੱਲ ਕਰ ਰਿਹਾ ਸੀਗਾ ਟੀਵੀ ਦੇ ਉੱਤੇ ਕਿ ਸਾਡੇ ਜਿਹੜੇ ਨਸ਼ੇੜੀ ਤਾਂ ਘਾਉ ਮੂੰਹ ਜਿਹੇ ਹੋ ਜਾਂਦੇ ਨੇ, ਚੁੱਪ ਜਿਹੇ ਹੋ ਜਾਂਦੇ ਨੇ, ਉਹ ਖਤਰਨਾਕ ਨਹੀਂ ਇੰਨੇ ਹੁੰਦੇ। ਇਹ ਤਾਂ ਇੰਨਾ ਖਤਰਨਾਕ ਹਾਦਸੇ ਕਰਦੇ ਨੇ, ਇੰਨੀਆਂ ਖਤਰਨਾਕ ਘਟਨਾਵਾਂ ਇੱਥੇ ਵਾਪਰਦੀਆਂ ਨੇ। ਪਰ ਫਿਰ ਵੀ ਇਸ ਚੀਜ਼ ਨੂੰ ਉਜਾਗਰ ਇੰਨਾ ਨਹੀਂ ਕੀਤਾ ਜਾਂਦਾ। ਹੁਣ ਇੱਥੇ ਤੁਸੀਂ ਥਾਂ ਥਾਂ ਤੇ ਦੇਖ ਲਓ, ਦੁਕਾਨਾਂ ਆਫ ਲਾਇਸੈਂਸ ਆਮ ਹੀ ਖੁੱਲੀਆਂ ਹੋਈਆਂ। ਹਾਂਜੀ, ਉੱਥੇ ਛੋਟਾ ਜਿਹਾ ਕੋਈ ਠੇਕਾ ਖੋਲਦਾ ਤਾਂ ਉਹਦੀਆਂ ਇੰਨੀਆਂ ਸੁਰਖੀਆਂ ਦੇ ਵਿੱਚ ਉਹਨਾਂ ਨੂੰ ਖਬਰਾਂ ਨੂੰ ਵਧਾ ਚੜਾ ਕੇ ਅੱਗੇ ਤੋਂ ਅੱਗੇ ਪਹੁੰਚ ਜਾਂਦੇ ਆ ਕਿ ਇੱਥੇ ਲੋਕਾਂ ਨੂੰ ਨਸ਼ਾ ਜਾਂ ਹੋਰ ਨਸ਼ਾ ਲਾਉਣ ਵਾਲੀ ਇੱਕ ਹੋਰ ਦੁਕਾਨ ਖੁੱਲ ਗਈ ਹੈ। ਲੋਕ ਬਹੁਤ ਸਿਆਣੇ ਨੇ ਜੀ। ਨਸ਼ਾ ਜਿਹੜਾ ਲੋਕ ਕਰਦੇ ਨੇ, ਮੈਂ ਇਹਨੂੰ ਕੋਈ ਅਪਰਾਧ ਨਹੀਂ ਸਮਝਦਾ। ਮੈਂ ਸਾਰਿਆਂ ਨੂੰ ਕਹਿੰਦਾ ਵੀ ਇਹ ਅਪਰਾਧ ਨਹੀਂ ਹੈਗਾ, ਇਹ ਇੱਕ ਬਿਮਾਰੀ ਹੈ।
ਉਹ ਬਿਮਾਰੀ ਪੈਦਾ ਕਰਨ ਵਾਲਾ ਕੌਣ ਹੈ? ਕੋਈ ਨਹੀਂ ਡਰਦਾ, ਨਹੀਂ ਕਹਿੰਦਾ ਹੈਗਾ। ਜਿਹੜੀ ਸਮੇਂ ਦੀਆਂ ਸਰਕਾਰਾਂ ਨੇ, ਭਾਵੇਂ ਕੋਈ ਵੀ ਪੋਲੀਟੀਕਲ ਪਾਰਟੀ ਦੀ ਸਰਕਾਰ ਆ, ਉਹ ਇਹ ਕੰਮ ਉਹਨਾਂ ਦਾ ਹੈ। ਇਸ ਬਿਮਾਰੀ ਦਾ ਸਮਾਧਾਨ ਕਰਨ ਵਾਸਤੇ, ਇਸ ਬਿਮਾਰੀ ਦਾ ਇਲਾਜ ਕਰਨ ਵਾਸਤੇ ਸਰਕਾਰਾਂ ਦੇ ਨੂੰ ਤੌਮਤ ਲਾਉਣੀ ਚਾਹੀਦੀ ਹੈ, ਲੋਕਾਂ ਨੂੰ ਤੌਮਤ ਨਹੀਂ ਲਾਉਣੀ ਚਾਹੀਦੀ। ਲੋਕ ਕਦੇ ਆਪਣੇ ਆਪ ਨਹੀਂ ਵਿਗੜਦੇ, ਲੋਕਾਂ ਨੂੰ ਹਾਲਾਤ ਵਿਗਾੜਦੇ ਨੇ। ਜਦੋਂ ਤੱਕ ਉਹ ਹਾਲਾਤ ਨਹੀਂ ਸੁਧਰਦੇ ਤੇ ਲੋਕ ਨਸ਼ਾ ਕਰਨਗੇ। ਜੀ ਬਹੁਤ ਸ਼ੁਕਰੀਆ ਜੀ। ਵਕਤ ਹੋ ਗਿਆ ਆਪਣੀ ਐਡ ਦਾ, ਤੇ ਉਸ ਤੋਂ ਬਾਅਦ ਗੱਲਾਂ ਬਾਤਾਂ ਤੁਹਾਡੇ ਨਾਲ ਇਸੇ ਤਰ੍ਹਾਂ ਜਾਰੀ। ਦੱਸਦੀ ਜਾਏ ਤੁਹਾਨੂੰ ਕਿ ਪ੍ਰੋਫੈਸਰ ਦੀਪਕ ਮਨਮੋਹਨ ਸਿੰਘ ਜੀ ਸਟੂਡੀਓ ਦੇ ਵਿੱਚ ਆਏ ਹੋਏ ਨੇ। ਪੰਜਾਬੀ ਭਾਸ਼ਾ ਦੇ ਬਹੁਤ ਇਹਨਾਂ ਨੇ ਕੰਮ ਕੀਤਾ, ਸਾਰੀ ਜ਼ਿੰਦਗੀ ਲਾਤੀ, ਉਹਦੇ ਬਾਰੇ ਆਪਾਂ ਗੱਲਾਂ ਕਰਾਂਗੇ ਇਹਨਾਂ ਦੇ ਨਾਲ। The heart of South Hall. This is Desi Radio on 1602 AM. ਆਵਾਜ਼ ਪੰਜ ਆਬਾਂ ਦੇ ਪੰਜ ਦਰਿਆਵਾਂ ਦੀ ਦੇਸੀ ਰੇਡੀਓ ਦੀ 1602 AM ਤੇ ਸੁਣ ਰਹੇ ਹੋ। ਸਟੂਡੀਓ ਦੇ ਵਿੱਚ ਆਪਣੇ ਕੋਲ ਆਏ ਹੋਏ ਨੇ ਪ੍ਰੋਫੈਸਰ ਦੀਪਕ ਮਨਮੋਹਨ ਸਿੰਘ ਜੀ, ਤੇ ਉਹਨਾਂ ਦੇ ਨਾਲ ਆਪਣੀਆਂ ਗੱਲਾਂ ਬਾਤਾਂ ਹੋ ਰਹੀਆਂ ਨੇ। ਮਨਮੋਹਨ ਜੀ, ਪੰਜਾਬੀਆਂ ਦੀ ਬੜੀ ਹਮੇਸ਼ਾ ਹੀ ਕੋਸ਼ਿਸ਼ ਰਹਿੰਦੀ ਹੈ ਕਿ ਜੇ ਕਿਤੇ ਅੱਗੇ ਤੁਸੀਂ ਵਧਣਾ ਤਾਂ ਆਪਣੀ ਭਾਸ਼ਾ ਨੂੰ ਛੱਡ ਕੇ ਤੁਸੀਂ ਉਰਦੂ ਸਿੱਖੋ, ਤੁਸੀਂ ਹਿੰਦੀ ਸਿੱਖ ਲਓ, ਤੁਸੀਂ ਫਾਰਸੀ ਸਿੱਖ ਲਓ, ਅੰਗਰੇਜ਼ੀ ਸਿੱਖ ਲਓ, ਕਿਉਂਕਿ ਜਿਹੜੀ ਆਪਣੀ ਭਾਸ਼ਾ ਮੰਨੀ ਜਾਂਦੀ ਹੈ ਵੀ ਸਾਨੂੰ ਇਹਨੇ ਰੋਟੀ ਨਹੀਂ ਦੇਣੀ, ਸਾਨੂੰ ਇਹਨੇ ਕਿਤੇ ਅੱਗੇ ਵਧਣ ਨਹੀਂ ਦੇਣਾ। ਤੁਸੀਂ ਦੂਸਰੀਆਂ ਭਾਸ਼ਾਵਾਂ ਸਿੱਖੋਗੇ ਤਾਂ ਦੁਨੀਆ ਦੇ ਵਿੱਚ ਤੁਸੀਂ ਨਾਮ ਕਮਾਓਗੇ। ਤੁਹਾਡਾ ਇਸ ਬਾਰੇ ਕੀ ਖਿਆਲ ਹੈ? ਦੇਖੋ, ਪੰਜਾਬੀ ਭਾਸ਼ਾ, ਪੰਜਾਬੀ ਸਾਹਿਤ ਤੇ ਪੰਜਾਬੀ ਸੱਭਿਆਚਾਰ ਜੀ, ਇਹਦਾ ਇੱਕ ਇਤਿਹਾਸ ਹੈ, ਸਾਡਾ ਇੱਕ ਪਿਛੋਕੜ ਹੈ, ਸਾਡਾ ਇੱਕ ਵਿਰਸਾ ਹੈ, ਉਹ ਬੜਾ ਅਮੀਰ ਖਜ਼ਾਨਾ ਹੈ। ਮੈਂ ਨਹੀਂ ਇਹ ਕਹਿੰਦਾ ਕਿ ਤੁਸੀਂ ਦੂਸਰੀ ਭਾਸ਼ਾ ਕੋਈ ਨਾ ਪੜ੍ਹੋ, ਦੂਸਰੀਆਂ ਭਾਸ਼ਾਵਾਂ ਦਾ ਗਿਆਨ ਹਾਸਲ ਨਾ ਕਰੋ। ਮੈਂ ਨਹੀਂ ਕਹਿੰਦਾ ਹੈਗਾ, ਹਾਸਲ ਕਰਨਾ ਚਾਹੀਦਾ, ਪਰ ਸਾਡੇ ਕੋਲੇ ਆਪਣਾ ਕੁਝ ਇੰਨਾ ਪਿਆ। ਸਾਡੇ ਜਿਹੜੇ ਵਿਦਵਾਨ ਨੇ, ਤੁਸੀਂ ਹੈਰਾਨ ਹੋਵੋਗੇ, ਬੜਾ ਕੁਝ ਪੜ੍ਹਦੇ ਨੇ। ਦੁਨੀਆ ਦੇ ਕਿਸੇ ਵੀ ਹਿੱਸੇ ਵਿੱਚ ਕੋਈ ਨਵਾਂ ਤਜਰਬਾ ਹੁੰਦਾ ਸਾਹਿਤ ਦੇ ਖੇਤਰ ਵਿੱਚ, ਕਲਚਰ ਦੇ ਖੇਤਰ ਦੇ ਵਿੱਚ, ਕਲਚਰ ਦਾ ਸਭ ਦਾ ਆਪਣਾ ਆਪਣਾ ਹੁੰਦਾ, ਤੇ ਭਾਸ਼ਾ ਦੇ ਖੇਤਰ ਵਿੱਚ ਉਹ ਪੜ੍ਹਦੇ ਨੇ। ਪਰ ਉੱਥੋਂ ਦੇ ਸਿਧਾਂਤਾਂ ਨੂੰ, ਉੱਥੋਂ ਦੀਆਂ ਜਿਹੜੀਆਂ ਥਿਓਰੀਆਂ ਨੇ, ਉਹਨਾਂ ਦੇ ਆਪਣੀਆਂ ਪਰਿਸਥਿਤੀਆਂ ਨੇ, ਆਪਣੀਆਂ ਸਥਿਤੀਆਂ ਨੇ, ਆਪਣੀਆਂ ਸਿਚੁਏਸ਼ਨਸ ਨੇ, ਉਹਨਾਂ ਦੇ ਮੁਤਾਬਕ ਉਹ ਨਵਾਂ ਐਕਸਪੈਰੀਮੈਂਟ ਕਰਦੇ ਨੇ। ਸਾਡੇ ਅਜੇ ਉਹ ਸਥਿਤੀਆਂ, ਉਹ ਪਰਿਸਥਿਤੀਆਂ ਆਈਆਂ ਨਹੀਂ ਹੁੰਦੀਆਂ। ਅਸੀਂ ਉਹਨਾਂ ਸਿਧਾਂਤਕ ਹਵਾਲਿਆਂ ਦੇ ਨਾਲ ਜਦੋਂ ਆਪਣੇ ਕਲਚਰ ਦੀ ਜਾਂ ਆਪਣੀਆਂ ਕਿਤਾਬਾਂ ਦੀ ਇੰਟਰਪ੍ਰੀਟੇਸ਼ਨ ਕਰਦੇ ਹਾਂ, ਇੱਕ ਬਹੁਤ 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 ਵੱਡਾ ਜ਼ੁਲਮ ਹੈ। ਸਾਡੇ ਕੋਲੇ ਆਪਣੇ ਗੁਰਬਾਣੀ ਦੇ ਵਿੱਚ, ਸਾਡੇ ਆਪਣੇ ਜਿਹੜਾ ਕਿੱਸਾ ਸਾਹਿਤ ਹੈ, ਸਾਡਾ ਜਿਹੜਾ ਸੂਫੀ ਸਾਹਿਤ ਹੈ, ਬਾਬਾ ਫਰੀਦ ਦੇ ਸ਼ਲੋਕਾਂ ਵਿੱਚੋਂ ਸਾਨੂੰ ਇੰਨੇ ਹਵਾਲੇ ਮਿਲ ਸਕਦੇ ਨੇ ਜਿਹਦਾ ਕੋਈ ਹਿਸਾਬ ਨਹੀਂ। ਪਰ ਜਦੋਂ ਅਸੀਂ ਆਪਣੀ ਫੋਕੀ ਵਿਦਵਤਾ ਦਾ ਰੋਹ ਪਾਉਣ ਵਾਸਤੇ ਦੂਸਰੀਆਂ ਭਾਸ਼ਾਵਾਂ ਦਾ ਜਾਂ ਦੂਸਰੇ ਉਧਾਰੇ ਲਏ ਹੋਏ ਮਾਂਗਵੇਂ ਗਿਆਨ ਦਾ ਸਹਾਰਾ ਲੈਂਦੇ ਹਾਂ, ਉਹ ਬੜਾ ਵੱਡਾ ਅਨਰਥ ਹੈ। ਜਿਹੜੇ ਲੋਕਾਂ ਨੇ ਹੁਣ ਜਿਹੜੀ ਯੂਨੀਵਰਸਿਟੀ, ਇਹਦਾ ਇਹ ਵੀ ਕਾਰਨ ਹੋ ਸਕਦਾ ਕਿ ਇਹ ਤਾਂ ਸਾਡੀ ਭਾਸ਼ਾ, ਇਹਦਾ ਅਸੀਂ ਕੀ ਸਿੱਖਣਾ, ਇਹਨੂੰ ਅਸੀਂ ਅੱਗੇ ਕੀ ਲੈ ਕੇ ਜਾਣਾ, ਦੂਜਿਆਂ ਦੀਆਂ ਨੂੰ ਫੜੋ। ਇਹੀ ਤਾਂ ਉਹਨਾਂ ਨੂੰ ਗਲਤ ਫਹਿਮੀ ਹੈ ਕਿ ਜੇ ਅਸੀਂ ਬਾਹਰਲੇ ਹਵਾਲੇ ਦੇਾਂਗੇ, ਜਿਹੜਾ ਵਿਦਵਾਨ ਲੱਗਾਂਗੇ, ਫਿਰ ਯੈਸ ਅਸੀਂ ਜ਼ਿਆਦਾ ਵਿਦਵਾਨ ਲੱਗਾਂਗੇ। ਗੱਲ ਉਹਨਾਂ ਦੀ ਸਮਝ ਨਹੀਂ ਆਉਂਦੀ। ਜਿਹੜਾ ਉਹ ਸਿਧਾਂਤਕ ਹਵਾਲਾ ਦਿੰਦੇ ਨੇ, ਉਹਦੀ ਸਮਝ ਨਹੀਂ ਆਉਂਦੀ। ਜਿਹੜੇ ਸਮਝਣ ਵਾਲੇ ਨੇ, ਸੁਣਨ ਵਾਲੇ ਨੇ, ਜਿਹੜੇ ਪਾਠਕ ਨੇ, ਜਾਂ ਜਿਹੜੇ ਸਰੋਤੇ ਨੇ, ਉਹ ਵਿਚਾਰੇ ਕਈ ਵਾਰੀ ਇਸ ਕਰਕੇ ਚੁੱਪ ਹੋ ਜਾਂਦੇ ਨੇ ਵੀ ਜੇ ਕੋਈ ਅਸੀਂ ਕਿੰਤੂ ਪਰੰਤੂ ਕੀਤਾ ਨਾ, ਤਾਂ ਜਿਹੜੀ ਸਾਡੀ ਵਿਦਵਤਾ, ਸਾਨੂੰ ਲੋਕ ਕਹਿਣਗੇ ਸਿਆਣੇ ਨੇ ਵੀ ਗੱਲ ਨਹੀਂ ਸਮਝ ਰਹੇ। ਜਦੋਂ ਕਿ ਸਾਡੇ ਕੋਲ ਇੰਨੀ ਬੜੀ ਸੋਹਣੀ ਗੱਲ ਅਸੀਂ ਜਦੋਂ ਕਰ ਰਹੇ ਸੀਗੇ, ਫੂਕੋ ਕਹਿੰਦਾ ਕਿ ਵੀ ਜਿਹਦੇ ਕੋਲ ਸੱਤਾ, ਜਿਹਦੇ ਕੋਲ ਪਾਵਰ ਹੈ, ਉਹ ਜੋ ਚਾਹੇ ਕਰ ਸਕਦਾ। ਉਹਦੀ ਥਿਊਰੀ ਹੈ ਕਿ ਸਾਡੇ ਕੋਲ ਇਹਦਾ ਅਸੀਂ ਥੱਲੇ ਬੈਠੇ ਗੱਲ ਕਰ ਰਹੇ ਸੀ ਜੀ। ਸਾਡੇ ਕੋਲ ਇੱਕ ਅਖਾਣ ਹੈ, ਜਿਹਦੀ ਕੋਠੀ ਦਾਣੇ ਕਮਲੇ ਵੀ ਸਿਆਣੇ, ਉਹਦੇ ਕਮਲੇ ਵੀ ਸਿਆਣੇ। ਤੇ ਅਸੀਂ ਉਹਦਾ ਹਵਾਲਾ ਨਹੀਂ ਦੇਵਾਂਗੇ। ਉਹ ਕਹਿਣਗੇ ਵੀ ਜੇ ਇਹ ਹਵਾਲਾ ਦੇਤਾ ਨਾ, ਇਹ ਕਹਿਣਗੇ ਵੀ ਇਹ ਤਾਂ ਐਵੇਂ ਖੁੱਲ੍ਹ ਤੇ ਬੈਠ ਕੇ ਗੱਲਾਂ ਕਰਨ ਵਾਲਾ ਕੋਈ। ਉਹ ਐਡੀ ਵੱਡੀ ਸੱਚਾਈ ਹੈ ਸਾਡੇ ਇਸ ਅਖਾਣ ਦੇ ਵਿੱਚ। ਔਰ ਹਵਾਲਾ ਦੇਾਂਗੇ ਅਸੀਂ ਫੂਕੋ ਦਾ ਜਾਂ ਕਿਸੇ ਹੋਰ ਵਿਦਵਾਨ ਦਾ। ਉਹ ਇਹ ਭੁਲੇਖੋ ਚੋਂ ਇਹਨਾਂ ਬੰਦਿਆਂ ਨੂੰ ਨਿਕਲਣਾ ਚਾਹੀਦਾ। ਜੇ ਅਸੀਂ ਉੱਥੇ ਕਹਿੰਦੇ ਹਾਂ, ਉਹ ਸਾਨੂੰ ਵੀ ਇਹੀ ਕਹਿੰਦੇ ਜੱਕੜ ਛੱਡਣ ਵਾਲੇ ਨੇ, ਐਵੇਂ ਗੱਲਾਂ ਮਾਰੀ ਜਾਂਦੇ ਨੇ, ਜਿੱਥੇ ਬੈਠਦੇ ਗੱਲਾਂ ਮਾਰੀ ਜਾਂਦੇ ਨੇ। ਵੀ ਜ਼ਰੂਰੀ ਹੈ ਵੀ ਸਾਡੇ ਕੋਲ ਜਿਹੜਾ ਵਿਰਸੇ ਜੋ ਸਾਨੂੰ ਜਿਹੜਾ ਮਿਲੀ ਹੈ ਨਾ, ਤਾਕਤ ਸੰਵਾਦ ਦੀ ਜਾਂ ਡਾਇਲੌਗ ਦੀ, ਸਾਡੇ ਆਪਣੇ ਵਿਰਸੇ ਵਿੱਚ ਪਈ ਹੈ। ਬਾਬਾ ਨਾਨਕ ਨੇ ਕਿੱਥੇ ਜਾ ਕੇ ਲੋਕਾਂ ਨਾਲ ਸੰਵਾਦ ਨਹੀਂ ਕੀਤਾ, ਕਿੱਥੇ ਜਾ ਕੇ ਡਾਇਲੌਗ ਨਹੀਂ ਰਚਾਇਆ। ਚਾਹੇ ਉਹ ਪਾਧਿਆਂ ਨਾਲ ਕੀਤਾ ਹਰਿਦੁਆਰ ਜਾ ਕੇ, ਚਾਹੇ ਮੱਕੇ ਮਦੀਨੇ ਜਾ ਕੇ ਮੌਲਵੀਆਂ ਨਾਲ ਕੀਤਾ। ਔਰ ਜਦੋਂ ਵੀ ਉਹਨਾਂ ਨੇ ਇਸ ਕਿਸਮ ਦਾ ਸਵਾਲ ਕੀਤਾ, ਉਹਨਾਂ ਨੇ ਸਿੱਧੀ ਸਾਦੀ ਗੱਲ ਵਿੱਚ ਕਹਿ ਦਿੱਤਾ ਕਿ ਵੀ ਜੇ ਭਾਈ ਤੁਸੀਂ ਮੈਨੂੰ
ਮੇਰੇ ਪੈਰ ਇੱਧਰ ਕਰਨੇ ਨੇ, ਇੱਧਰ ਕਿਹੜਾ ਰੱਬ ਦਾ ਘਰ ਨਹੀਂ ਹੈਗਾ। ਜਾਂ ਜੇ ਤੁਸੀਂ ਸੂਰਜ ਨੂੰ ਪਾਣੀ ਦੇ ਰਹੇ ਹੋ, ਜੇ ਮੈਂ ਪਿੱਠ ਕਰਕੇ ਆਪਣੇ ਖੇਤਾਂ ਨੂੰ ਪਾਣੀ ਦੇਵਾਂ, ਉੱਥੇ ਨਹੀਂ ਪਾਣੀ ਪਹੁੰਚ ਸਕਦਾ, ਸੂਰਜ ਤੇ ਪਹੁੰਚ ਸਕਦਾ, ਤਾਂ ਮੇਰੇ ਖੇਤਾਂ ਨੂੰ ਨਹੀਂ ਪਹੁੰਚ ਸਕਦਾ। ਸੋ ਬੇਸਿਕਲੀ ਗੱਲ ਆਪਣੇ ਅੰਦਰ ਦੀ ਹੈ, ਆਪਣੇ ਮੰਨਣ ਦੀ ਹੈ। ਯੈਸ, ਬਿਲਕੁਲ। ਤੇ ਗੱਲ ਤਾਂ ਇਹ ਹੈ ਵੀ ਤੁਸੀਂ ਆਪਣੇ ਵਿਰਸੇ ਚੋਂ ਆਪਣੀ ਜਿਹੜੀ ਰਵਾਇਤ ਹੈ ਉੱਥੋਂ ਉਦਾਹਰਨਾਂ ਲੈ ਕੇ ਲੋਕਾਂ ਨੂੰ ਰਾਹ ਪਾਉਣ ਦੀ ਕੋਸ਼ਿਸ਼ ਕਰੋ, ਉਹਨਾਂ ਨੂੰ ਗੁੰਮਰਾਹ ਨਾ ਕਰੋ, ਉਹਨਾਂ ਨੂੰ ਕੁਰਾਹੇ ਨਾ ਪਾਓ। ਬਹੁਤ ਕੁਝ ਪਿਆ ਸਾਡੇ ਕੋਲ। ਸੋ ਗੁਰਬਾਣੀ ਨੇ ਤਾਂ ਆਪ ਕਿਹਾ, ਸਾਂਝ ਕੀਜੇ ਗੁਣਾ ਕੇਰੀ ਛਾਂ ਡੋਗਣ ਚੱਲੀਏ। ਵੀ ਜਿਹੜੀ ਜੇ ਤੁਸੀਂ ਹੁਣ ਮੈਂ ਜਿਹੜੀ ਯੂਨੀਵਰਸਿਟੀ ਪੜ੍ਹਾਉਂਦਾ ਨਾ, ਉਹਦਾ ਜਿਹੜਾ ਮਾਟੋ ਹੈ ਕਿ ਵਿਦਿਆ ਵਿਚਾਰੀ ਤਾਂ ਪਰਉਪਕਾਰੀ ਜੀ। ਮੈਂ ਕਹਿੰਦਾ 50% ਲੋਕਾਂ ਨੂੰ ਜਿਹੜੇ ਉੱਥੇ ਅਧਿਆਪਕ ਨੇ ਉਹਨਾਂ ਨੂੰ ਇਹ ਨਹੀਂ ਪਤਾ, ਜਦੋਂ ਉਹਨਾਂ ਨੂੰ ਕਹੀਏ ਨਾ ਵਿਦਿਆ ਵਿਚਾਰੀ ਤਾਂ ਪਰਉਪਕਾਰੀ ਦਾ ਕੀ ਮਤਲਬ ਆ, ਉਹ ਕਹਿੰਦਾ ਜਿਹੜੀ ਵਿਦਿਆ ਜੀ ਐਜੂਕੇਸ਼ਨ ਤਾਂ ਵਿਚਾਰੀ ਜੀ ਹੁੰਦੀ ਹੈ, ਪੂਰ ਜੀ ਹੁੰਦੀ ਹੈ। ਤੇ ਗੱਲ ਇਹ ਵੀ ਜਦੋਂ ਤੱਕ ਤੁਸੀਂ ਕਿਸੇ ਗੱਲ ਨੂੰ ਵਿਚਾਰਦੇ ਨਹੀਂ, ਉਹਦਾ ਵਿਸ਼ਲੇਸ਼ਣ ਨਹੀਂ ਕਰਦੇ, ਉਹਦਾ ਜਿਹੜਾ ਤੱਤ ਨਹੀਂ ਕੱਢਦੇ, ਉਦੋਂ ਤੱਕ ਤੁਸੀਂ ਆਪਣੇ ਆਪ ਕੀ ਸਮਝੋਗੇ ਤੇ ਲੋਕਾਂ ਨੂੰ ਕੀ ਸਮਝਾਓਗੇ ਜੀ। ਸੋ ਹਰ ਗੱਲ ਨੂੰ ਵਿਚਾਰ ਕੇ ਫਿਰ ਤੁਸੀਂ ਲੋਕਾਂ ਤੇ ਲਾਗੂ ਕਰੋ, ਫਿਰ ਕਿਤੇ ਕੋਈ ਸਿੱਟਾ ਨਿਕਲਦਾ ਜੀ। ਬਹੁਤ ਸ਼ੁਕਰੀਆ ਜੀ। ਸਾਡੇ ਕੋਲ ਬੜਾ ਕੁਛ ਹੈ, ਤੇ ਜੇ ਅਸੀਂ ਆਪਣੀਆਂ ਰਵਾਇਤਾਂ ਤੋਂ, ਆਪਣੀ ਪਰੰਪਰਾ ਤੋਂ, ਆਪਣੇ ਪਿਛੋਕੜ ਤੋਂ, ਆਪਣੇ ਵਿਰਸੇ ਤੋਂ, ਆਪਣੇ ਇਤਿਹਾਸ ਤੋਂ, ਆਪਣੇ ਜਿਹੜਾ ਬਹੁਤ ਵੱਡਾ ਗਿਆਨ ਸਾਡੇ ਕੋਲ ਗੁਰਬਾਣੀ 'ਚ ਪਿਆ, ਸਾਡੇ ਸੂਫੀ ਸਾਹਿਤ ਪਿਆ, ਸਾਡੇ ਕਿੱਸਾ ਸਾਹਿਤ ਵਿੱਚ ਹੈ, ਉਹਦੇ ਹਵਾਲੇ ਨਾਲ ਗੱਲ ਕਰੀਏ ਤਾਂ ਬਿਹਤਰ ਹੈ ਜੀ। ਕਿਹਾ ਵੀ ਜਾਂਦਾ ਵੀ ਜੇ ਤੁਸੀਂ ਸਾਰੇ ਸੰਸਾਰ ਨੂੰ ਦੇਖਣਾ, ਸਾਰਿਆਂ ਤੋਂ ਪਹਿਲਾਂ ਤੁਸੀਂ ਆਪਣੀ ਭਾਸ਼ਾ ਨੂੰ ਦੇਖੋ, ਉਹਦੇ ਵਿੱਚੋਂ ਤੁਸੀਂ ਸੇਧ ਲੈ ਕੇ ਤੁਸੀਂ ਅੱਗੇ ਵਧੋ। ਹਾਂ, ਮੈਂ ਤਾਂ ਇਸ ਸ਼ਾਨ ਨਾਲ ਕਹਿਣਾ ਵੀ ਪੰਜਾਬੀਆਂ ਨਾਲ ਲੋਕਾਂ ਨੂੰ ਸਾੜ ਹੈ, ਜੈਲਸੀ ਹੈ, ਈਰਖਾ ਹੈ। ਉਹ ਕਹਿੰਦੇ ਵੀ ਜੇ ਇਹਨਾਂ ਨੂੰ ਮਾਰਨਾ ਨਾ ਤੇ ਇਹਨਾਂ ਦੀ ਬੋਲੀ ਨੂੰ ਪਹਿਲਾਂ ਮਾਰੋ ਜੀ, ਇਹਨਾਂ ਦੀ ਭਾਸ਼ਾ ਕਿਹਾ ਵੀ ਜਾਂਦਾ ਵੀ ਜੇ ਕਿਸੇ ਕੌਮ ਨੂੰ ਮਾਰਨਾ ਹੋਵੇ ਸਾਰਿਆਂ ਤੋਂ ਪਹਿਲਾਂ ਉਹਦੀ ਬੋਲੀ ਨੂੰ ਮਾਰੋ। ਉਹ ਸਾਡੀ ਭਾਸ਼ਾ ਨੂੰ ਵੀ ਬਾਹਰਲੇ ਜਿਹੜੇ ਇਦਾਂ ਦੇ ਸਾਜ਼ਿਸ਼ਕਾਰ ਨੇ, ਉਹ ਸਾਡੀ ਬੋਲੀ ਤੇ ਵੀ ਅਟੈਕ ਕਰਦੇ ਨੇ, ਸਾਡੇ ਸੱਭਿਆਚਾਰ ਤੇ ਵੀ ਅਟੈਕ ਕਰਦੇ ਨੇ, ਸਾਤੋਂ ਵੀ ਉਹਨਾਂ ਤੋਂ ਮਤਲਬ ਵੀ ਦੂਰ ਕਰਨ ਦੀ ਕੋਸ਼ਿਸ਼ ਕਰਦੇ ਨੇ। ਉਹ ਵਿਦਵਾਨ ਨੇ ਜਿਹੜੇ ਸਾਡੇ ਨਾਲ, ਉਹਨਾਂ ਨੂੰ ਚਾਹੀਦਾ ਜਿਹੜੀ ਫੋਕੀ ਵਿਦਵਤਾ ਦੇ ਧੂਏ ਚੋਂ ਬਾਹਰ ਨਿਕਲ ਕੇ ਲੋਕ ਭਾਸ਼ਾ ਵਿੱਚ, ਲੋਕ ਜਿਹੜਾ ਸਾਡਾ ਵਿਰਸਾ ਹੈ ਉਹਦੇ ਵਿੱਚੋਂ, ਸਾਡੇ ਜਿਹੜੀ ਫੋਕ ਵਿੱਚੋਂ, ਉਹਦੇ ਵਿੱਚੋਂ ਉਦਾਹਰਨਾਂ ਲੈ ਕੇ, ਸਾਡਾ ਜਿਹੜਾ ਗੁਰਬਾਣੀ ਸਾਹਿਤ ਹੈ ਉਹਦੇ ਵਿੱਚੋਂ ਉਦਾਹਰਨਾਂ ਲੈ ਕੇ, ਸਾਡੇ ਸੂਫੀ ਸਾਹਿਤ ਚੋਂ ਉਦਾਹਰਨਾਂ ਲੈ ਕੇ ਲੋਕਾਂ ਨੂੰ ਕੋਈ ਦਿਸ਼ਾ ਮਾਰਕ ਕਰੇ ਜੀ। ਸੋ ਜਿਹੜੀ ਆਪਣੀ ਅੱਜ ਅੰਤਰਰਾਸ਼ਟਰੀ ਪੱਧਰ ਤੇ ਜਿਹੜੀ ਖੋਜ ਹੋ ਰਹੀ ਹੈ, ਸੋ ਕੱਲ ਸ਼ਾਇਦ ਮੈਂ ਦੇਖ ਰਹੀ ਸੀ, ਉਹਦੇ ਵਿੱਚ ਜਿਹੜੀ ਲੰਡੇ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਪੰਜਾਬੀ ਦੇ ਭਾਸ਼ਾ ਦੇ 10ਵੇਂ ਨੰਬਰ ਤੇ ਪਹੁੰਚ ਗਏ। ਸੋ ਇਹਦਾ ਮਤਲਬ ਇਹ ਹੋਇਆ ਕਿ ਪੰਜਾਬੀ ਭਾਸ਼ਾ ਆਪਣੀ ਇੰਨੀ ਪਿਛੜੀ ਹੋਈ ਨਹੀਂ ਹੈਗੀ, ਇੰਨੀ ਮਰ ਨਹੀਂ ਰਹੀ ਹੈ। ਪੰਜਾਬੀ ਭਾਸ਼ਾ ਭੁਲੇਖੇ ਪਾਏ ਹੋਏ ਨੇ ਉਹ ਜਿਹੜਾ ਐਵੇਂ ਯੂਨੈਸਕੋ ਦੇ ਜਿਹੜਾ ਹਵਾਲਾ ਦੇ ਕੇ ਗੱਲ ਕਹਿ ਰਹੇ ਨਾ, ਔਰ ਇਸ ਗੱਲ ਤੇ ਵਾਰ-ਵਾਰ ਜ਼ੋਰ ਦੇ ਰਹੇ ਨੇ ਕਿ ਵੀ ਯੂਨੈਸਕੋ ਨੇ ਇੱਕ ਸਰਵੇਖਣ ਕੀਤਾ ਕਿ ਉਹਦੇ ਵਿੱਚ ਉਹਨੂੰ ਦੱਸਿਆ ਗਿਆ ਵੀ ਆਉਣ ਵਾਲੇ 50 ਸਾਲਾਂ ਵਿੱਚ ਪੰਜਾਬੀ ਭਾਸ਼ਾ ਮਰ ਜਾਏਗੀ। ਇਹ ਵੀ ਇੱਕ ਸਾਜ਼ਿਸ਼ ਦਾ ਹਿੱਸਾ ਹੈ। ਪੰਜਾਬੀ ਭਾਸ਼ਾ ਕਦੇ ਨਹੀਂ ਮਰ ਸਕਦੀ। ਜਦੋਂ ਤੱਕ ਪੰਜਾਬੀ ਜਿਉਂਦੇ ਨੇ, ਪੰਜਾਬੀ ਭਾਸ਼ਾ ਜਿਉਂਦੀ ਰਹੇਗੀ। ਪੰਜਾਬੀ ਦਾ ਕੋਈ ਵਾਲ ਵਿੰਗਾ ਨਹੀਂ ਕਰ ਸਕਦਾ। ਪੰਜਾਬੀ ਲੋਕਾਂ ਨੂੰ ਜ਼ਿੰਦਗੀ ਜਿਉਣ ਦਾ ਢੰਗ ਆਉਂਦਾ ਹੈ, ਉਹਨਾਂ ਨੂੰ ਜਿਉਣ ਦਾ ਚਾਅ ਹੈ। ਉਹਨਾਂ ਦਾ ਚਾਅ ਜਿਹੜਾ ਕਦੀ ਮਰ ਨਹੀਂ ਸਕਦਾ। ਜਿੰਨੇ ਮਰਜ਼ੀ ਲੋਕ ਅਟੈਕ ਕਰ ਲੈਣ, ਜਿੰਨੇ ਮਰਜ਼ੀ ਹਮਲੇ ਕਰ ਲੈਣ, ਜਿੰਨੇ ਮਰਜ਼ੀ ਸਾਜ਼ਿਸ਼ਾਂ ਕਰ ਲੈਣ, ਪੰਜਾਬੀਆਂ ਨੂੰ ਕਦੇ ਕੁਝ ਨਹੀਂ ਹੁੰਦਾ। ਪੰਜਾਬੀਆਂ ਦਾ ਕੋਈ ਕੁਝ ਨਹੀਂ ਕਰ ਸਕਦਾ। ਇਸ ਕਰਕੇ ਜਿਹੜੇ ਬੰਦੇ ਇਦਾਂ ਦੇ ਹਵਾਲੇ ਦੇ ਕੇ ਪੰਜਾਬੀ ਭਾਸ਼ਾ ਤੇ ਅਟੈਕ ਕਰਦੇ ਨੇ, ਮੈਂ ਕਹਿੰਦਾ ਵੀ ਇਹ ਉਹਨਾਂ ਸਾਜ਼ਿਸ਼ਕਾਰਾਂ ਦੇ ਨਾਲ ਮਿਲੇ ਹੋਏ ਨੇ। ਸੋ ਇਹ ਜਿਹੜੀ ਪੰਜਾਬੀ ਭਾਸ਼ਾ ਅੱਜ ਇੰਨੀ ਜਿੰਦੀ ਹੈ, ਇੰਨੀ ਦਿਲਾਂ ਦੇ ਵਿੱਚ ਰਚੀ ਵੀ ਹੋਈ ਹੈ, ਜਿਹੜੀ ਸਾਜ਼ਿਸ਼ਾਂ ਦੀ ਤੁਸੀਂ ਗੱਲ ਕੀਤੀ ਹੈ, ਉਹਦੇ ਖਿਲਾਫ ਵੀ ਇਹਦਾ ਸਿਹਰਾ ਤੁਹਾਨੂੰ ਕੀ ਲੱਗਦਾ ਜਿਹੜੇ ਬਾਹਰ ਬੈਠੇ ਲੋਕੀ ਉਹਨਾਂ ਦੇ ਸਿਰ ਜਾਂਦਾ, ਕਿਉਂਕਿ ਉਹਨਾਂ ਨੇ ਪੰਜਾਬੀ ਦਾ ਭਾਰ ਚੱਕਿਆ ਹੋਇਆ ਕਿ ਜਿਹੜੀ ਸਾਡੀ ਬੋਲੀ ਹੈ, ਜਿਹਨੂੰ ਅਸੀਂ ਨਾਲ ਲੈ ਕੇ ਬਾਹਰ ਆਏ ਹਾਂ ਬਾਹਰਲੇ ਮੁਲਕਾਂ ਦੇ ਵਿੱਚ, ਇਹਨੂੰ ਅਸੀਂ ਜਾਣ ਨਹੀਂ ਦੇਣਾ, ਇਹਨੂੰ ਅਸੀਂ ਮਰਨ ਨਹੀਂ ਦੇਣਾ, ਜਿੰਦਾ ਰੱਖਣਾ। ਦੇਖੋ ਮੈਂ ਨਾ ਜ਼ਿਆਦਾ ਕਿਉਂਕਿ ਹੁਣ ਬਾਹਰ ਬੈਠਾ, ਬਾਹਰਲੇ ਮੁਲਕ 'ਚ ਬੈਠਾ, ਵੀ ਮੈਂ ਨਾ ਕੋਈ ਉਹਨਾਂ ਦੀ ਝੋਲੀ ਚੁੱਕ ਕੇ ਕੋਈ ਉਹਨਾਂ ਦੀ ਨਜ਼ਰੇ ਇਨਾਇਤ ਹਾਸਲ ਕਰਨਾ ਮੇਰੀ ਕੋਈ ਮਜਬੂਰੀ ਨਹੀਂ। ਪਰ ਮੈਨੂੰ ਇਹ ਕਹਿਣ ਵਿੱਚ ਵੀ ਕੋਈ ਝਿਜਕ ਨਹੀਂ ਕਿ ਉਹਨਾਂ ਦਾ ਪੰਜਾਬੀ ਭਾਸ਼ਾ, ਪੰਜਾਬੀ ਸਾਹਿਤ, ਪੰਜਾਬੀ ਸੱਭਿਆਚਾਰ ਦੀ ਪ੍ਰਮੋਸ਼ਨ ਵਿੱਚ ਬਹੁਤ ਵੱਡਾ ਹਿੱਸਾ ਹੈ। ਔਰ ਉਹ ਇੱਥੇ ਇਸ ਪੰਜਾਬੀ ਭਾਸ਼ਾ ਨੂੰ, ਪੰਜਾਬੀ ਸਾਹਿਤ ਨੂੰ, ਪੰਜਾਬੀ ਸੱਭਿਆਚਾਰ ਨੂੰ ਸਾਂਭ ਕੇ ਰੱਖਣ ਦੇ ਉਪਰਾਲੇ ਵਿੱਚ ਜੁਟੇ ਹੋਏ ਨੇ। ਔਰ ਉਹਨਾਂ ਨੂੰ ਖਾਸ ਕਰਕੇ ਜਿਹੜੇ ਪਹਿਲੀ ਪੀੜ੍ਹੀ ਦੇ ਲੋਕ ਨੇ, ਪਹਿਲੀ ਪੀੜ੍ਹੀ ਦੇ ਜਿਹੜੇ ਲੋਕ ਆਏ ਹੋਏ ਨੇ, ਉਹਨਾਂ ਨੂੰ ਜਿੱਥੇ ਆਪਣੇ ਸੱਭਿਆਚਾਰ ਨੂੰ, ਆਪਣੀ ਭਾਸ਼ਾ ਨੂੰ ਬਰਕਰਾਰ ਰੱਖਣ ਦਾ ਉਹਨਾਂ 'ਚ ਚਾਅ ਹੈ,
ਉੱਥੇ ਉਹਨਾਂ ਨੂੰ ਇਸ ਗੱਲ ਦੀ ਵੀ ਚਿੰਤਾ ਹੈ ਕਿ ਜਿਹੜੀ ਸਾਡੀ ਆਉਣ ਵਾਲੀ ਪੀੜ੍ਹੀ ਹੈ, ਜਿਹੜੀ ਸਾਡੀ ਆਉਣ ਵਾਲੀ ਜਨਰੇਸ਼ਨ ਹੈ, ਜਿਹੜੇ ਬੱਚੇ ਇੱਥੇ ਪੈਦਾ ਹੋਏ ਨੇ, ਉਹ ਕਿਸ ਢੰਗ ਨਾਲ ਇਸ ਭਾਸ਼ਾ ਨਾਲ, ਇਸ ਸੱਭਿਆਚਾਰ ਨਾਲ ਜੁੜੇ ਰਹਿ ਸਕਦੇ ਨੇ। ਉਸ ਲਈ ਵੀ ਇਹ ਉਪਰਾਲੇ ਕਰ ਰਹੇ ਨੇ। ਔਰ ਮੈਂ ਕਈ ਵਾਰੀ ਦੇਖਿਆ ਜਿਹੜੀਆਂ ਇੱਥੋਂ ਦੀਆਂ ਸੈਰ ਸਭਾਵਾਂ ਨੇ, ਇੱਥੋਂ ਦੀਆਂ ਜਿਹੜੀਆਂ ਇੱਦਾਂ ਦੀਆਂ ਹੋਰ ਸੰਸਥਾਵਾਂ ਬਣੀਆਂ ਨੇ ਜਿਹੜੀਆਂ ਪੰਜਾਬੀ ਕਲਚਰ ਨਾਲ ਜਾਂ ਪੰਜਾਬੀ ਭਾਸ਼ਾ ਦੀ ਪ੍ਰਮੋਸ਼ਨ ਲਈ ਕੰਮ ਕਰ ਰਹੀਆਂ ਨੇ, ਉਹਨਾਂ ਦੀ ਇਹ ਦਿਲੋਂ ਇੱਛਾ ਹੈ ਕਿ ਵੀ ਇਹਦੇ ਵਿੱਚ ਕੋਈ ਨਾ ਕੋਈ ਕੰਮ ਹੋਣਾ ਚਾਹੀਦਾ ਤੇ ਵੀ ਅਸੀਂ ਆਪਣੇ ਮੂਲ ਨਾਲੋਂ, ਆਪਣੇ ਵਿਰਸੇ ਨਾਲੋਂ, ਆਪਣੇ ਇਤਿਹਾਸ ਨਾਲੋਂ, ਆਪਣੇ ਪਿਛੋਕੜ ਨਾਲੋਂ ਟੁੱਟੀਏ ਨਾ, ਉਹਦੇ ਨਾਲ ਜੁੜੇ ਰਹੀਏ ਜੜਾਂ ਦੇ ਨਾਲ। ਜੀ, ਉਹਨਾਂ ਦੀ ਦਿਲੀ ਇੱਛਾ ਹੈ। ਜੀ ਵਕਤ ਹੋ ਗਿਆ ਕਮਰਸ਼ੀਅਲ ਦਾ ਫਿਰ, ਤੇ ਉਸ ਤੋਂ ਬਾਅਦ ਤੁਹਾਡੇ ਨਾਲ ਗੱਲਾਂ ਬਾਤਾਂ ਕਰਾਂਗੇ। ਦੱਸਦੇ ਜਾਈਏ ਕਿ ਪ੍ਰੋਫੈਸਰ ਦੀਪਕ ਮਨਮੋਹਨ ਸਿੰਘ ਜੀ ਆਏ ਹੋਏ ਨੇ ਆਪਣੇ ਸਟੂਡੀਓ ਦੇ ਵਿੱਚ, ਉਹਨਾਂ ਦੇ ਨਾਲ ਗੱਲਾਂ ਬਾਤਾਂ ਹੋ ਰਹੀਆਂ ਨੇ। ਇਹਨਾਂ ਨੇ ਪੰਜਾਬੀ ਤੇ ਬਹੁਤ ਕੰਮ ਕੀਤਾ ਹੈ, ਮੋਹਰੀ ਰਹੇ ਨੇ ਕਿ ਹਮੇਸ਼ਾ ਪੰਜਾਬੀ ਦੀ ਪ੍ਰਫੁੱਲਤਾ ਲਈ। ਕਮਾਲ ਹੀ ਦੀ ਆਵਾਜ਼ ਸੁਣੀ ਤੁਸੀਂ, ਆਵਾਜ਼ ਦੇਸੀ ਰੇਡੀਓ ਦੀ ਪੰਜਾਬਾਂ ਦੀ 1602 AM ਤੇ ਸੁਣ ਰਹੇ ਹੋ। ਸਟੂਡੀਓ ਦੇ ਵਿੱਚ ਆਏ ਹੋਏ ਨੇ ਆਪਣੇ ਕੋਲ ਪ੍ਰੋਫੈਸਰ ਮਨਮੋਹਨ ਸਿੰਘ ਜੀ, ਦੀਪਕ ਮਨਮੋਹਨ ਜੀ, ਉਹਨਾਂ ਦੇ ਨਾਲ ਗੱਲਾਂ ਬਾਤਾਂ ਹੋ ਰਹੀਆਂ। ਪੰਜਾਬੀ ਦੇ ਵਾਸਤੇ ਬਹੁਤ ਕੰਮ ਕਰ ਰਹੇ ਨੇ, ਪੰਜਾਬੀ ਬੋਲੀ, ਪੰਜਾਬੀ ਭਾਸ਼ਾ, ਉਹਦੇ ਵਾਸਤੇ ਬਹੁਤ ਇਹਨਾਂ ਨੇ ਕੰਮ ਕੀਤੇ ਔਰ ਕੰਮ ਕਰ ਵੀ ਰਹੇ ਨੇ, ਇਸ ਟਾਈਮ ਰਿਟਾਇਰਡ ਨੇ। ਦੀਪਕ ਜੀ, ਅੰਗਰੇਜ਼ੀ ਭਾਵੇਂ ਕਹਿੰਦੇ ਹੁੰਦੇ ਕਿ ਜਿੰਨੀ ਮਰਜ਼ੀ ਸਿੱਖ ਲਈਏ ਤੁਸੀਂ, ਪਰ ਜਿਹੜੀਆਂ ਉਹ ਇਮੋਸ਼ਨਸ ਨੇ, ਉਹ ਜਿਹੜੀਆਂ ਤੁਹਾਡੀਆਂ ਭਾਵਨਾਵਾਂ ਨੇ, ਕੋਈ ਗੱਲ ਤੁਸੀਂ ਕਰ ਰਹੀਆਂ ਜਾਂ ਰੋਣਾ ਹੈ, ਕੋਈ ਆਪਣਾ ਦੁੱਖੜਾ ਬਿਆਨ ਕਰਨਾ, ਤਾਂ ਉਹ ਆਪਣੀ ਭਾਸ਼ਾ ਦੇ ਵਿੱਚ ਹੀ ਕੀਤਾ ਜਾ ਸਕਦਾ ਹੈ। ਤੁਸੀਂ ਅੰਗਰੇਜ਼ੀ ਦੇ ਵਿੱਚ ਨਹੀਂ ਕਰ ਸਕਦੇ ਹੈਗੇ, ਜਿੰਨੇ ਮਰਜ਼ੀ ਪੜ੍ਹ ਲਿਖ ਜਾਓ। ਇਹ ਤੁਸੀਂ ਬਹੁਤ ਵਧੀਆ ਗੱਲ ਕਹੀ ਹੈ। ਰੋਇਆ ਵੀ, ਹੱਸਿਆ ਵੀ ਤਾਂ ਆਪਣੀ ਜ਼ੁਬਾਨ 'ਚ ਹੀ ਜਾਂਦਾ, ਤੇ ਦੂਸਰੀ ਭਾਸ਼ਾ ਵਿੱਚ ਨਾ ਜਿਹੜੇ ਸਾਡੇ ਜਜ਼ਬਾਤ ਨੇ ਉਹਨਾਂ ਦਾ ਅਨੁਵਾਦ ਨਹੀਂ ਹੋ ਸਕਦਾ, ਉਹ ਐਕਸਪ੍ਰੈਸ਼ਨ, ਉਹ ਇਜ਼ਹਾਰ ਬਿਲਕੁਲ ਨਹੀਂ ਹੋ ਸਕਦਾ। ਦੇਖੋ, ਖੁਸ਼ੀਆਂ ਦਾ ਜਿਹੜਾ ਇਜ਼ਹਾਰ ਕਰਨਾ ਜਾਂ ਦੁੱਖਾਂ ਦਾ ਦੁੱਖ ਸਾਂਝੇ ਕਰਨਾ, ਸਾਡੇ ਕੋਲ ਨਾ ਬੜੇ ਤਿਉਹਾਰ ਹੁੰਦੇ ਸੀ। ਤੀਆਂ ਦਾ ਤਿਉਹਾਰ ਹੁੰਦਾ ਸੀਗਾ, ਕੁੜੀਆਂ ਦਾ ਸਾਂਝੀ ਦਾ ਤਿਉਹਾਰ ਹੁੰਦਾ ਸੀਗਾ। ਔਰ ਮੈਂ ਕਈ ਵਾਰੀ, ਅੱਜ ਵੀ ਅਸੀਂ ਬੈਠੇ ਥੱਲੇ ਜ਼ਿਕਰ ਕਰ ਰਹੇ ਸੀਗੇ, ਤੀਆਂ ਜਦੋਂ ਲੱਗਦੀਆਂ ਸੀ ਨਾ, ਕੁੜੀਆਂ ਆਪਣੇ ਸਹੁਰਿਆਂ ਤੋਂ ਆ ਕੇ ਸਾਰੀਆਂ ਇਕੱਠੀਆਂ ਹੋ ਜਾਂਦੀਆਂ ਸੀ, ਔਰ ਉਹਨਾਂ ਨੇ ਵੱਡੇ ਵੱਡੇ ਦਰਖਤਾਂ ਤੇ ਪੀਂਘਾਂ ਪਾ ਕੇ ਜਦੋਂ ਝੂਟਣਾ, ਔਰ ਇਕੱਠੇ ਬੈਠ ਕੇ ਇਕੱਠੀਆਂ ਹੋ ਕੇ ਗਿੱਧੇ ਪਾਉਣੇ, ਬੋਲੀਆਂ ਪਾਉਣੀਆਂ, ਆਪਣਾ ਸਾਰਾ ਗੁਬਾਰ ਕੱਢ ਲੈਂਦੀਆਂ ਸੀ ਔਰ ਪੂਰਾ ਰਿਲੈਕਸ ਹੋ ਕੇ ਜਾਂਦੀਆਂ ਸੀ। ਔਰ ਮੇਰਾ ਖਿਆਲ ਹੈ ਵੀ ਮੈਂ ਹੁਣ 75 ਸਾਲ ਦਾ ਤਾਂ ਮੈਂ ਹੋ ਗਿਆ ਜੀ, ਮੈਂ ਤੁਹਾਨੂੰ 70 ਸਾਲ ਪੁਰਾਣਾ, ਜਦੋਂ ਮੈਂ ਛੋਟਾ ਜਿਹਾ ਤੀਆਂ 'ਚ ਜਾ ਕੇ ਕੁੜੀਆਂ ਦੇ ਜਿਹੜੀਆਂ ਬੋਲੀਆਂ ਪਾਉਂਦੀਆਂ ਸੀ ਜਾਂ ਨੱਚਦੀਆਂ ਸੀ, ਇੰਨਾ ਅਗਰੈਸਿਵ ਹੋ ਕੇ ਨੱਚਦੀਆਂ ਸੀ ਨਾ, ਵੀ ਜਿਵੇਂ ਜਦੋਂ ਹੁਣ ਮੈਂ ਸਾਰਾ ਕੁਝ ਵੇਖਦਾ ਨਾ, ਮੈਨੂੰ ਲੱਗਦਾ ਵੀ ਜਿੰਨਾ ਕੁਝ ਉਹਨਾਂ ਦੇ ਗੁਬਾਰ ਇਕੱਠਾ ਹੋਇਆ ਹੁੰਦਾ ਸੀ ਨਾ, ਜਿਹੜੇ ਉਹਨਾਂ ਦੇ ਸਹੁਰੇ ਘਰਾਂ 'ਚ ਵਧੀਕੀਆਂ ਹੋ ਜਾਂਦੀਆਂ ਸੀ ਜਾਂ ਉਹਨਾਂ 'ਤੇ ਦਬਾਅ ਪਾਏ ਜਾਂਦੇ ਸੀਗੇ, ਉਹਨਾਂ ਨੂੰ ਸੁਪਰੈਸ ਕੀਤਾ ਜਾਂਦਾ ਸੀ, ਉਹਨਾਂ ਨੂੰ ਸਾਰਾ ਕੁਝ ਕੱਢ ਜਾਂਦੀਆਂ ਸੀ। ਅੱਜ ਸਾਡੇ ਵੀ ਤੇ ਸਾਥੋਂ ਚ ਤੀਆਂ ਲੱਗ ਰਹੀਆਂ ਦੇਸੀ ਰੇਡੀਓ ਵੱਲੋਂ, ਅੱਜ ਮੈਨੂੰ ਲੱਗਦਾ ਉੱਥੇ ਵੀ ਇਸੇ ਤਰ੍ਹਾਂ ਹੋਣਾ। ਅੱਛਾ, ਸਾਂਝੀ ਲੱਗਦੀਆਂ ਸੀ ਸਵੇਰੇ 4 ਵਜੇ ਉੱਠ ਕੇ ਨਾ, ਜਦੋਂ ਸਾਂਝੀ ਨਾ ਪਿੰਡ ਦੇ ਬਹੁਤ ਵੱਡੇ ਕਿਸੇ ਛੱਪੜ 'ਚ ਜਾਂ ਬਹੁਤ ਵੱਡੇ ਟੋਭੇ 'ਚ ਉਹਨੂੰ ਜਦੋਂ ਪਾਣੀ ਦੇ ਵਿੱਚ ਉਹਦਾ ਬਹਾ ਕਰਨ ਜਾਂਦੀਆਂ ਸੀਗੀਆਂ ਨਾ, ਸਵੇਰੇ ਉੱਠ ਕੇ ਗੀਤ ਗਾਉਂਦੀਆਂ ਜਾਂਦੀਆਂ ਸੀਗੀਆਂ, ਤੇ ਗੁੱਗੇ ਪੀਰ ਦੇ ਜਿਹੜੇ ਮੇਲੇ ਲੱਗਦੇ ਸੀ, ਗੁਲਗੁਲੇ ਵਗੈਰਾ ਲੈ ਕੇ ਜਾਣੇ ਸੀ। ਔਰ ਅੱਜ ਕੱਲ੍ਹ ਉਹ ਜਿਹੜੀਆਂ ਸਰਕਾਰਾਂ ਨੇ ਨਾ, ਤੇ ਉਹ ਆਪਣੇ ਜਾਣੇ ਨਾ ਵੀ ਉਹਨਾਂ ਨੇ ਇਹ ਸ਼ੋਅ ਕਰ ਰਹੇ ਨੇ, ਅਸੀਂ ਕਲਚਰ ਨੂੰ ਰਿਵਾਈਵ ਕਰ ਰਹੇ ਹਾਂ। ਤਾਂ ਵੱਡੇ ਜਿਹੜੇ ਸਿਆਸੀ ਬੰਦੇ ਨੇ ਨਾ, ਉਹਨਾਂ ਦੀਆਂ ਘਰ ਵਾਲੀਆਂ ਐਨ ਸੱਜ ਧੱਜ ਕੇ, ਜਿਹੜੇ AC ਹਾਲ ਹੁੰਦੇ ਨੇ ਤੇ ਵੱਡੇ ਹੋਟਲਾਂ ਦੇ ਵਿੱਚ, ਉੱਥੇ ਤੀਆਂ ਦੇ ਜਿਹੜੇ ਤਿਉਹਾਰ ਨੇ ਉਹ ਰਚਾਏ ਜਾਂਦੇ ਨੇ, ਬਣਾਉਟੀ ਪੀਂਘਾਂ ਝੂਟੀਆਂ ਜਾਂਦੀਆਂ ਨੇ, ਵੀ ਉੱਥੇ ਫਿਰ ਵੀ ਜਿਹੜੀ ਸੋਫਿਸਟੀਕੇਸ਼ਨ ਹੈ ਨਾ, ਉਹ ਜਿਹੜਾ ਨਰਮ ਜਿਹਾ ਸੁਭਾਅ ਹੈ ਨਾ, ਯਾਰ ਦਿਖਾਵਾ ਜਿਹਾ ਜਿਹੜਾ ਉਹਦਾ ਉਹੀ ਯਾਰ ਹੁੰਦਾ ਨਾ, ਉਹ ਕਿੱਥੇ ਜਿਹੜੇ ਤੁਸੀਂ ਜਜ਼ਬਾਤਾਂ ਦੀ ਗੱਲ ਕੀਤੀ ਹੈ, ਜਿਹੜੇ ਜਜ਼ਬਾਤ ਦੀ ਤੁਸੀਂ ਗੱਲ ਕੀਤੀ ਹੈ ਨਾ, ਜਾਂ ਜਿਹੜੀ ਖੁਸ਼ੀ ਦੀ ਗੱਲ ਕੀਤੀ ਹੈ, ਜਿਹੜੇ ਗੁੱਸੇ ਦੀ ਤੁਸੀਂ ਗੱਲ ਕੀਤੀ ਹੈ, ਜਿਹੜੀ ਅੱਗ ਅੰਦਰ ਦਬੀ ਪਈ ਹੁੰਦੀ ਹੈ ਨਾ, ਉਹ ਕਿਵੇਂ ਨਿਕਲ ਸਕਦੀ ਹੈ ਉੱਥੇ ਜਾ ਕੇ। ਸੋ ਜਿਹੜੇ ਆਪਣੇ ਤਿਉਹਾਰਾਂ 'ਚ, ਆਪਣੇ ਕਲਚਰ 'ਚ, ਆਪਣੀ ਭਾਸ਼ਾ ਨਾਲ ਹੀ, ਤੇ ਆਪਣੇ ਆਪਣਾ ਜਿਹੜਾ ਤਿਥ ਤਿਉਹਾਰ ਨੇ, ਜਿਹੜਾ ਤੁਹਾਡੇ ਵਿਰਸਾ, ਜਿਹੜਾ ਤੁਹਾਡਾ ਸੱਭਿਆਚਾਰ ਹੈ, ਇਹ ਤਾਂ ਉਹਨਾਂ ਵਿੱਚ ਹੀ ਨਿਕਲ ਸਕਦੇ ਸੀ। ਇਹ ਜਿਹੜਾ ਹੋਣਾ ਨਾ, ਗੁੱਸਾ ਔਰ ਪਿਆਰ, ਇਹ ਮੁਹੱਬਤ, ਇਹਦਾ ਕੋਈ ਪ੍ਰਗਟਾਵਾ ਨਹੀਂ ਹੁੰਦਾ, ਇਹਦਾ ਇਜ਼ਹਾਰ ਨਹੀਂ ਹੁੰਦਾ, ਬਲਕਿ ਤਾਂ ਹੋਰ ਦੱਬਦੇ ਨੇ। ਸੋ ਇਸ ਕਰਕੇ ਤੁਸੀਂ ਬਹੁਤ ਵਧੀਆ ਗੱਲ ਕੀਤੀ ਹੈ। ਜੇ ਸਾਡੀ ਭਾਸ਼ਾ, ਸਾਡਾ ਸੱਭਿਆਚਾਰ ਜਿਉਂਦਾ ਰਹੇਗਾ
ਸਾਡੀਆਂ ਜਿਹੜੇ ਇਮੋਸ਼ਨਸ ਨੇ, ਸਾਡੇ ਜਿਹੜੇ ਜਜ਼ਬਾਤ ਨੇ, ਸਾਡਾ ਜਿਹੜਾ ਅਨੁਭਵ ਹੈ, ਸਾਡੀਆਂ ਜਿਹੜੀਆਂ ਸੋਚਾਂ ਨੇ ਉਹ ਵੀ ਬਰਕਰਾਰ ਰਹਿਣਗੀਆਂ ਨੇ, ਵੀ ਉਹ ਵੀ ਮਰਦੀਆਂ ਜਾਣਗੀਆਂ। ਤੇ ਅਸੀਂ ਬੜੀ ਬੁਰੀ ਤਰ੍ਹਾਂ ਆਪਦੇ ਪਿਛੋਕੜ ਨਾਲੋਂ, ਆਪਣੇ ਸੱਭਿਆਚਾਰ ਨਾਲੋਂ ਟੁੱਟਦੇ ਰਵਾਂਗੇ। ਸੋ ਇਹ ਤੁਹਾਨੂੰ ਲੱਗਦਾ ਕਿ ਇੱਕ ਜਿਸ ਤਰ੍ਹਾਂ ਹੁਣ ਤੁਸੀਂ ਇਹ ਸਾਰੀਆਂ ਗੱਲਾਂ ਦੱਸੀਆਂ ਕਿ ਏਸੀ ਹਾਲ ਦੇ ਵਿੱਚ ਅਸੀਂ ਵੀ ਇੱਥੇ ਅੱਜ ਤੀਆਂ ਲਗਾ ਰਹੇ ਹਾਂ, ਪਰ ਖੁੱਲ੍ਹੇ ਹਾਲ ਦੇ ਵਿੱਚ, ਜਿੱਦਾਂ ਤੁਸੀਂ ਸਾਰੀਆਂ ਪੁਰਾਣੇ ਟਾਈਮ ਦੀਆਂ ਗੱਲਾਂ ਦੱਸੀਆਂ ਉਹ ਇੱਥੇ ਹੋ ਰਹੀ ਹੈ। ਸਾਡੀ ਚੇਅਰ ਨੂੰ ਕਹਿੰਦੇ ਵੀ ਆ ਲੋਕ ਕਿ ਤੁਸੀਂ ਹਾਲ ਲੈ ਲਓ, ਮਾਈਕ ਰੱਖ ਲਓ। ਉਹ ਕਹਿੰਦੇ ਨਹੀਂ, ਜੋ ਆਪਣਾ ਪੁਰਾਣੀ ਰਿਵਾਇਤ ਸੀ, ਟ੍ਰੈਡੀਸ਼ਨਲ ਤਰੀਕਾ ਸੀ, ਉਸੇ ਤਰੀਕੇ ਦੇ ਨਾਲ ਅਸੀਂ ਕਰਦੀ ਹਾਂ, ਉਸੇ ਤਰੀਕੇ ਦੇ ਨਾਲ ਆਪਾਂ ਕਰ ਰਹੇ ਹਾਂ ਕੋਸ਼ਿਸ਼। ਜੇ ਤੁਸੀਂ ਇਹ ਕੋਸ਼ਿਸ਼ ਕਰਦੇ ਹੋ ਨਾ, ਇਹਦਾ ਮਤਲਬ ਮੈਂ ਪਹਿਲਾਂ ਵੀ ਤੁਹਾਨੂੰ ਕਹਿ ਚੁੱਕਿਆ ਨਾ ਕਿ ਵੀ ਜਿਹੜੇ ਬਾਹਰਲੇ ਬੰਦੇ ਨੇ ਉਹ ਵਾਕਈ ਬੜੀ ਇਮਾਨਦਾਰੀ ਨਾਲ, ਬੜੀ ਦਿਆਨਤਦਾਰੀ ਨਾਲ ਇਸ ਕੋਸ਼ਿਸ਼ ਵਿੱਚ ਨੇ, ਇਸ ਯਤਨ ਵਿੱਚ ਨੇ ਕਿ ਵੀ ਆਪਣਾ ਜਿਹੜਾ ਸੱਭਿਆਚਾਰ ਹੈ, ਖਾਸ ਕਰਕੇ ਜਿਹੜੇ ਪਹਿਲੀ ਪੀੜ੍ਹੀ ਦੇ ਬੰਦੇ ਨੇ, ਉਹ ਕਿ ਵੀ ਇੱਦਾਂ ਹੀ ਪੀੜ੍ਹੀ ਦਰ ਪੀੜ੍ਹੀ, ਜਨਰੇਸ਼ਨ ਟੂ ਜਨਰੇਸ਼ਨ ਇਹ ਸਾਡਾ ਜਿਹੜਾ ਸੱਭਿਆਚਾਰ ਚੱਲਦਾ ਰਹੇ ਤੇ ਅਸੀਂ ਆਪਣੀਆਂ ਜੜ੍ਹਾਂ ਨਾਲ ਜੁੜੇ ਰਹੀਏ। ਜਿਹੜਾ ਸਾਡਾ ਅਮੀਰ ਵਿਰਸਾ ਉਹ ਬਰਕਰਾਰ ਰਹੇ ਤਾਂ ਕਿ ਅਸੀਂ ਵੀ ਆਪਣਾ ਇਤਿਹਾਸ ਜਿਹੜਾ ਪੁਰਾਣਾ ਸੀ ਜ਼ਿੰਦਾ ਦਿਲੀ ਨਾਲ ਜੀ ਸਕੀਏ। ਜਿਹੜਾ ਸਾਡਾ ਜਿਉਣ ਦਾ ਚਾਅ ਉਹ ਮਰੇ ਨਾ ਜੀ। ਸੋ ਜਿਸ ਤਰ੍ਹਾਂ ਤੁਸੀਂ ਸਾਰੀਆਂ ਗੱਲਾਂ ਦੱਸੀਆਂ ਕਿ ਏਸੀ ਹਾਲ ਦੇ ਵਿੱਚ ਜਾ ਕੇ ਮਨ ਦੀਆਂ ਉਹ ਜਿਹੜੀਆਂ ਭਾਵਨਾਵਾਂ ਨੇ ਉਹ ਫੁੱਟਦੀਆਂ ਨਹੀਂ ਹੈ, ਉਹ ਬਾਹਰ ਨਹੀਂ ਆਉਂਦੀਆਂ। ਸੋ ਕੀ ਤੁਹਾਨੂੰ ਲੱਗਦਾ ਕਿ ਸਾਡੇ ਵਾਸਤੇ ਇੱਕ ਚੇਤਾਵਨੀ ਹੈ ਕਿ ਹਜੇ ਵੀ ਆਪਾਂ ਜਾਗ ਜਾਈਏ ਆਪਣੀ ਪੰਜਾਬੀ ਭਾਸ਼ਾ ਵਾਸਤੇ, ਆਪਣੀ ਉਹਦੀ ਪ੍ਰਫੁੱਲਤਾ ਵਾਸਤੇ, ਕਿ ਉਹ ਜਿਹੜੇ ਆਪਣੇ ਰਿਵਾਇਤ ਹੈ ਉਹਨਾਂ ਨੂੰ ਅਸੀਂ ਉਸੇ ਤਰ੍ਹਾਂ ਕਾਇਮ ਰੱਖੀਏ ਜਿਸ ਤਰ੍ਹਾਂ ਸੀ? ਕੁਝ ਗੱਲਾਂ ਨਹੀਂ ਵੀ ਹੋ ਸਕਦੀਆਂ ਆਪਣੇ, ਕਿਉਂਕਿ ਟਾਈਮ ਟੂ ਟਾਈਮ ਚੇਂਜ ਹੁੰਦਾ ਜਾਂਦਾ ਹੈ ਵਕਤ ਦੇ ਨਾਲ। ਇਹਦੇ ਵਾਸਤੇ ਯਤਨ ਜਾਰੀ ਰਹਿਣੇ ਚਾਹੀਦੇ ਨੇ। ਹੁਣ ਕਈ ਵਾਰੀ ਜਿਹੜੀਆਂ ਵਿਸ਼ਵ ਪੰਜਾਬੀ ਕਾਨਫਰੰਸਾਂ ਹੁੰਦੀਆਂ ਨੇ ਜਾਂ ਵਿਸ਼ਵ ਦੇ ਵਿੱਚ ਨਾ ਅੰਤਰਰਾਸ਼ਟਰੀ ਪੱਧਰ ਤੇ ਸੱਭਿਆਚਾਰਕ ਮੇਲੇ ਹੁੰਦੇ ਨੇ ਜਾਂ ਇਕੱਠ ਹੁੰਦੇ ਨੇ, ਕੈਨੇਡਾ ਵਿੱਚ ਵੀ ਹੁੰਦੇ ਨੇ, ਅਮਰੀਕਾ ਵਿੱਚ ਵੀ ਹੁੰਦੇ ਨੇ, ਇੰਗਲੈਂਡ ਵਿੱਚ ਵੀ ਹੁੰਦੇ ਨੇ, ਤੇ ਜਿਹੜੇ ਹੋਰ ਯੂਰਪੀਅਨ ਕੰਟਰੀ ਨੇ ਉੱਥੇ ਵੀ ਹੁੰਦੇ ਨੇ। ਆ ਜਿਹੜੇ ਹੁਣ ਨਵੇਂ ਪੰਜਾਬੀ ਪ੍ਰਵਾਸ ਕਰਨ ਚਲੇ ਗਏ ਜਾਂ ਬਾਹਰਲੇ ਮੁਲਕਾਂ ਜਾ ਰਹੇ ਨੇ, ਆਸਟ੍ਰੇਲੀਆ ਜਾ ਰਹੇ ਨੇ, ਨਿਊਜ਼ੀਲੈਂਡ ਜਾ ਰਹੇ ਨੇ, ਉਹ ਉੱਥੇ ਜਿਹੜੇ ਇਹ ਇਕੱਠ ਕਰਦੇ ਨੇ, ਇਹ ਇਸੇ ਉਪਰਾਲੇ ਵੱਲ ਇੱਕ ਯਤਨ ਹੈ ਕਿ ਤਾਂ ਕਿ ਅਸੀਂ ਜੁੜੇ ਰਹੀਏ। ਸਾਡੇ ਜਿਹੜੇ ਇਕੱਠ ਦੇ ਵਿੱਚ ਸਾਡੇ ਵਿਚਾਰਾਂ ਦਾ ਆਦਾਨ ਪ੍ਰਦਾਨ ਹੁੰਦਾ ਰਹੇ ਤੇ ਸਾਡੀ ਭਾਸ਼ਾ ਜਿਉਂਦੀ ਰਹੇ, ਸਾਡਾ ਸੱਭਿਆਚਾਰ ਜਿਉਂਦਾ ਰਹੇ ਤੇ ਸਾਡਾ ਜਿਹੜਾ ਸਾਹਿਤ ਹੈ ਉਹ ਜਿਉਂਦਾ ਰਹੇ। ਇਹ ਸਾਰੇ ਇੱਕ ਇਸ ਕਿਸਮ ਦੇ ਉਪਰਾਲੇ ਨੇ ਤੇ ਇਹਦੇ ਵਿੱਚ ਇਹ ਜਿਹੜੀਆਂ ਵਿਸ਼ਵ ਪੰਜਾਬੀ ਕਾਨਫਰੰਸਾਂ ਨੇ ਜਾਂ ਜਿਹੜੇ ਵਿਸ਼ਵ ਪੰਜਾਬੀ ਇਕੱਠ ਨੇ, ਚਾਹੇ ਉਹ ਸੱਭਿਆਚਾਰ ਦੇ ਹਵਾਲੇ ਨਾਲ ਨੇ, ਚਾਹੇ ਉਹ ਸਾਹਿਤ ਦੇ ਹਵਾਲੇ ਨਾਲ ਨੇ, ਉਹ ਇੱਕ ਬਹੁਤ ਵਧੀਆ ਸ਼ਲਾਘਾਯੋਗ ਯਤਨ ਨੇ ਜੀ। ਜਿਸ ਤਰ੍ਹਾਂ ਤੁਸੀਂ ਕਿਹਾ ਕਿ ਤੁਸੀਂ ਕਾਨਫਰੰਸਿਸ ਤੇ ਜਾਂਦੇ ਹੋ, ਵਿਸ਼ਵ ਜਿਹੜੇ ਪੰਜਾਬੀ ਸਾਹਿਤ ਸੰਮੇਲਨ ਹੁੰਦੇ, ਤੁਸੀਂ ਉਹਨਾਂ ਦੇ ਵਿੱਚ ਜਾਂਦੇ ਹੋ, ਬਹੁਤ ਮੁਲਕਾਂ ਦੇ ਵਿੱਚ ਘੁੰਮਦੇ ਹੋ ਔਰ ਕਾਫੀ ਅਰਸੇ ਤੋਂ ਤੁਸੀਂ ਬਾਹਰ ਘੁੰਮ ਰਹੇ ਹੋ। ਸੋ ਤੁਸੀਂ ਕੀ ਤਬਦੀਲੀ ਦੇਖੀ ਹੈ ਉਸ ਸਮੇਂ ਦੀ ਤੇ ਅੱਜ ਦੇ ਸਮੇਂ ਦੀ? ਦੇਖੋ ਜੀ, ਮੈਂ ਤਾਂ ਜਿਹੜੀਆਂ ਕਾਨਫਰੰਸ ਜਦੋਂ ਵੀ ਜਾਂਦਾ ਨਾ, ਜਦੋਂ ਮੈਂ ਦੇਖਦਾ ਨਾ ਵੀ ਕਈ ਵਾਰ ਤਾਂ ਹੁੰਦੇ ਨੇ ਵੀ ਕਈ ਕਾਨਫਰੰਸਾਂ ਇੱਦਾਂ ਦੀਆਂ ਵੀ ਹੁੰਦੀਆਂ ਨੇ ਜਿਹੜਾ ਮੇਲੇ ਦਾ ਰੂਪ ਧਾਰਨ ਕਰ ਜਾਂਦੀਆਂ ਨੇ। ਮੇਲੇ ਦਾ ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਵੀ ਦੋਸਤ ਮਿੱਤਰ ਇਕੱਠੇ ਹੁੰਦੇ ਨੇ, ਗੱਲਾਂ ਬਾਤਾਂ ਮਾਰੀਆਂ, ਮਨੋਰੰਜਨ ਕੀਤਾ, ਖਾਧਾ ਪੀਤਾ ਤੇ ਵਾਪਸ ਪਰਤੇ ਤੇ ਨਾਲ ਉਹ ਮਿੱਠੀਆਂ ਮੁੱਠੀਆਂ ਜਿਹੀਆਂ ਯਾਦਾਂ ਨਾਲ ਲੈ ਕੇ ਆਉਂਦੇ ਨੇ। ਪਰ ਨਹੀਂ, ਜਿਹੜੀਆਂ ਹੁਣ ਕਾਨਫਰੰਸਾਂ ਹੁੰਦੀਆਂ ਨਾ ਉਹਦੇ ਵਿੱਚ ਪੇਪਰ ਪੜ੍ਹੇ ਜਾਂਦੇ ਨੇ, ਪੇਪਰਾਂ ਤੇ ਵਿਚਾਰਾਂ ਹੁੰਦੀਆਂ ਨੇ, ਗੋਸ਼ਟੀਆਂ ਹੁੰਦੀਆਂ ਨੇ, ਡਾਕੂਮੈਂਟੇਸ਼ਨ ਹੁੰਦੀ ਹੈ ਪੂਰੀ। ਔਰ ਕੈਨੇਡਾ ਦੇ ਵਿੱਚ ਕੁਛ ਇੱਦਾਂ ਦੀਆਂ ਕਾਨਫਰੰਸਾਂ ਹੋਈਆਂ ਨੇ, ਮੈਂ ਉਹਨਾਂ ਦਾ ਨਾਂ ਜਾਣ ਬੁੱਝ ਕੇ ਨਹੀਂ ਲੈਣਾ ਚਾਹੁੰਦਾ ਵੀ ਉੱਥੇ ਉਹਨਾਂ ਦੇ ਵਿੱਚ ਜਿਵੇਂ ਸ਼ਾਇਦ ਮੈਂ ਉਹਨਾਂ ਦਾ ਕੋਈ ਪ੍ਰਚਾਰ ਕਰ ਰਿਹਾ, ਉਹਨਾਂ ਨੇ ਬਿਲਕੁਲ ਉਹਦੇ ਸੋਵਨੀਰ ਕੱਢੇ ਨੇ, ਉਹਦੀਆਂ ਕਿਤਾਬਾਂ ਤਿਆਰ ਕੀਤੀਆਂ ਨੇ, ਉਹ ਪੇਪਰ ਇਕੱਠੇ ਕਰਕੇ ਰਸਾਲੇ ਕੱਢੇ ਨੇ। ਸੋ ਉਹ ਇੱਕ ਰਿਕਾਰਡ ਬਣਿਆ ਰਹਿੰਦਾ। ਸੋ ਉਹ ਹੁਣ ਜਿਹੜੀਆਂ ਕਾਨਫਰੰਸਾਂ ਨੇ ਉਹ ਵੀ ਇੱਕ ਵਧੀਆ ਰੂਪ ਦੇ ਵਿੱਚ ਆਪਣੀ ਕਾਰਗੁਜ਼ਾਰੀ ਕਰ ਰਹੀਆਂ ਨੇ। ਸੋ ਇਹ ਜਿਹੜੀਆਂ ਕਾਨਫਰੰਸਾਂ ਇਸ ਡਾਇਰੈਕਸ਼ਨ ਵੱਲ, ਇਸ ਦਿਸ਼ਾ ਵੱਲ ਇੱਕ ਯੋਗਦਾਨ ਪਾ ਰਹੀਆਂ ਨੇ ਜੀ। ਸੋ ਜੇ ਜਿਸ ਤਰ੍ਹਾਂ ਤੁਸੀਂ ਕਾਨਫਰੰਸਿਸ ਦੀ ਹੁਣ ਗੱਲ ਕੀਤੀ, ਆਪਾਂ ਇੱਥੇ ਗੀਤਕਾਰ ਸਾਡੇ ਇੱਥੇ ਬਹੁਤ ਆਉਂਦੇ ਨੇ, ਦੇਖਦੇ ਹਾਂ ਕਿ ਲੋਕੀ 100 ਪਾਉਂਡ ਦੀਆਂ ਟਿਕਟਾਂ ਦੇ ਕੇ ਵੀ ਉੱਥੇ ਚਲੇ ਜਾਂਦੇ ਆ, 50 ਪਾਉਂਡ ਦੀ ਟਿਕਟ ਲੈ ਕੇ ਪਹੁੰਚ ਜਾਣਗੇ। ਪਰ ਜਦੋਂ ਇਹ ਸਾਹਿਤਕ ਸੰਮੇਲਨ ਹੁੰਦੇ ਆ ਉੱਥੇ ਕਈ ਵਾਰੀ ਦੇਖਿਆ ਗਿਆ ਕਿ ਅੱਧੇ ਹਾਲ ਖਾਲੀ ਪਏ ਹੁੰਦੇ ਆ। ਦੇਖੋ ਇਹ ਨਾ ਜਿਹੜਾ ਹੈਗਾ ਸਾਡੇ ਸਾਹਿਤਕਾਰਾਂ ਨੂੰ ਥੋੜਾ ਜਿਹਾ ਯਤਨ ਕਰਨਾ ਚਾਹੀਦਾ। ਇਹਦਾ ਮੈਂ ਤੁਹਾਨੂੰ ਸਵਾਲ ਇਹ ਪੁੱਛਣਾ ਸੀ ਜੀ ਮਨਮੋਹਨ ਜੀ, ਕਿ ਤੁਹਾਨੂੰ ਲੱਗਦਾ ਕਿ ਜਿਹੜੀ ਉਹ ਭਾਸ਼ਾ ਵਰਤਦੇ ਆ ਉਹ ਸਰਲ ਭਾਸ਼ਾ ਨਹੀਂ, ਉਹ ਭਾਸ਼ਾ ਬੜੀ ਐਕੈਡੈਮਿਕ ਵਰਤਦੇ ਆ ਕਿ ਜਿਹੜੀ ਲੋਕਾਂ ਦੀ ਸਮਝ ਤੋਂ ਬਾਹਰ ਹੋਵੇ? ਮੈਂ ਤੁਹਾਡੀ ਗੱਲ ਸਮਝ ਗਿਆ ਜੀ, ਮੈਂ ਤੁਹਾਡੀ ਗੱਲ ਸਮਝ ਗਿਆ। ਤੁਸੀਂ ਬਹੁਤ ਵਧੀਆ ਇਸ਼ਾਰਾ ਕੀਤਾ। ਗੱਲ ਇਹ ਹੈ, ਮੈਂ ਤੁਹਾਨੂੰ ਪਹਿਲਾਂ ਵੀ ਇੱਕ ਵਾਰੀ ਗੱਲ ਕੀਤੀ ਸੀ ਕਿ ਵੀ ਜਿਹੜਾ ਉਹਨਾਂ ਦੀ ਇੱਕ ਇਹ ਵਹਿਮ ਹੈ ਵੀ ਜੇ ਅਸੀਂ ਮੋਟੇ ਮੰਗਵੇਂ ਉਧਾਰੇ ਲਏ ਜਿਹੜੇ ਵਿਚਾਰ ਨੇ ਉਹ ਲੋਕਾਂ ਨੂੰ ਦੱਸਾਂਗੇ, ਉਧਾਰੀਆਂ ਲਈਆਂ ਹੋਈਆਂ ਕੋਟੇਸ਼ਨਾਂ, ਉਧਾਰੀਆਂ ਲਈਆਂ ਹੋਈਆਂ ਫਾਰਮੂਲੇਸ਼ਨਸ,
ਉਧਾਰੇ ਲਏ ਹੋਏ ਮੰਗ ਹੋਏ ਜਿਹੜੇ ਸਿਧਾਂਤਕ ਹਵਾਲੇ ਨੇ, ਉਹਨਾਂ ਨਾਲ ਜੇ ਗੱਲ ਕਰਾਂਗੇ, ਉਹਨਾਂ ਲੋਕਾਂ ਨੂੰ, ਉਹਨਾਂ ਵਿਦਵਾਨਾਂ ਨੂੰ, ਉਹਨਾਂ ਸਾਹਿਤਕਾਰਾਂ ਨੂੰ ਭੁਲੇਖਾ ਕਿ ਉਹਨਾਂ ਦਾ ਵਿਰੋਧਤਾ ਆਰੋਪ ਪੈਂਦਾ। ਉਹ ਇੱਕ ਧੁੰਦ ਜੀ ਤੇ ਇੱਕ ਨਾ ਜਿਹਨੂੰ ਅਸੀਂ ਭੁੰਬਲ ਭੂਸਾ ਜਿਹਾ ਵੀ ਕਹਿੰਦੇ ਆ, ਉਹ ਕ੍ਰੀਏਟ ਕਰ ਜਾਂਦੇ ਨੇ। ਉਹਦੇ ਵਿੱਚੋਂ ਨਿਕਲਦਾ ਕੋਈ ਨਹੀਂ। ਉਹਦੇ ਵਿੱਚ ਕੋਈ ਗੋਸ਼ਟ ਨਹੀਂ ਹੁੰਦੀ, ਕੋਈ ਵਿਚਾਰਾਂ ਦਾ ਆਦਾਨ ਪ੍ਰਦਾਨ ਨਹੀਂ ਹੁੰਦਾ। ਕਿਉਂਕਿ ਜਦ ਤੁਹਾਡੀ ਉਹ ਜਿਹੜੀ ਭਾਸ਼ਾ ਹੈ, ਤੁਹਾਡੀ ਉਹੀ ਨਹੀਂ ਸਮਝ ਆਣੀ ਕਿਸੇ ਨੂੰ ਆਦਾਨ ਪ੍ਰਦਾਨ। ਉਹ ਭਾਸ਼ਾ 'ਚ ਉਹਨਾਂ ਦਾ ਜਿਹੜਾ ਗਿਆਨ ਉਹਨਾਂ ਤੱਕ ਹੀ ਮਹਿਦੂਦ ਰਹਿੰਦਾ। ਉਹਨਾਂ ਨੂੰ ਪਤਾ ਨਹੀਂ ਲੱਗਦਾ ਵੀ ਇਹ ਲੋਕਾਂ ਨੂੰ ਕਨਵੇ ਕਿੱਦਾਂ ਕਰਨਾ। ਇਹੀ ਗੱਲ ਮੈਂ ਤੁਹਾਨੂੰ ਕਹਿਣੀ ਸੀ ਕਿ ਜਿਹੜੇ ਜਾਂਦੇ ਕਈ ਵਾਰੀ ਇਹ ਵੀ ਕਹਿ ਦਿੰਦੇ ਇਹਨਾਂ ਨੇ ਕਿਤਾਬਾਂ ਲਿਖੀਆਂ ਆਪਣੇ ਹਿਸਾਬ ਦੇ ਨਾਲ ਲਿਖੀਆਂ, ਆਪਣੀ ਭਾਸ਼ਾ ਦੇ ਵਿੱਚ ਲਿਖੀਆਂ ਤੇ ਆਪੇ ਹੀ ਪੜ੍ਹ ਲੈਣ। ਅਸੀਂ ਕਾਹਦੇ ਲਈ, ਸਾਨੂੰ ਤਾਂ ਸਮਝ ਨਹੀਂ ਆਉਂਦੀ। ਮੈਂ ਦੇਖੋ ਜਿਹੜੀ ਨਾ ਪੰਜਾਬੀ ਜਿਹੜਾ ਪਾਕਿਸਤਾਨੀ ਸਾਹਿਤ ਹੈ ਨਾ, ਉਹਦੇ ਬਾਰੇ ਜਿਵੇਂ ਜ਼ਿਆਦਾ ਗੱਲ ਕਰਦਾ, ਮੈਂ ਇੰਨੀ ਜ਼ਰੂਰ ਗੱਲ ਕਹਿਣਾ ਵੀ ਜਿਹੜੀ ਪੰਜਾਬੀ ਭਾਸ਼ਾ ਨਾ, ਜਿਹੜੀ ਦਿਲ ਔਰ ਦਿਮਾਗ 'ਤੇ ਠਾਹ ਦੇ ਕੇ ਵੱਜਦੀ ਹੈ ਨਾ ਔਰ ਸਮਝ ਆਉਂਦੀ ਹੈ, ਉਹ ਅਜੇ ਵੀ ਲਾਹੌਰ ਦੀ ਜਾਂ ਸ਼ੇਖੂਪੁਰੇ ਦੀ, ਜਦੋਂ ਅਸੀਂ ਪਾਕਿਸਤਾਨ ਜਾਂਦੇ ਹਾਂ ਨਾ, ਜਿਹੜੀ ਉਹ ਪੰਜਾਬੀ ਬੋਲਦੇ ਨੇ, ਉਹ ਕਮਾਲ ਦੀ ਹੈ। ਸਾਡੇ ਇੱਕ ਬਹੁਤ ਵੱਡੀ ਕਾਨਫਰੰਸ ਹੋਈ ਦਿੱਲੀ ਦੇ ਵਿੱਚ, ਵਿਸ਼ੇ ਪੰਜਾਬੀ ਕਾਨਫਰੰਸ। ਇੱਕ ਵਿਦਵਾਨ ਨੇ, ਮੈਂ ਵਿਦਵਾਨ ਦਾ ਨਾਂ ਵੀ, ਮੈਨੂੰ ਵੈਸੇ ਕੋਈ ਚੀਜ਼ ਕਿ ਨਹੀਂ ਹੁੰਦਾ, ਕੋਈ ਡਰ ਨਹੀਂ ਹੁੰਦਾ, ਮੈਂ ਨਾਂ ਵੀ ਲੈ ਦਿੰਦਾ ਹੁੰਦਾ, ਪਰ ਮੈਂ ਇੱਥੇ ਨਾਂ ਨਹੀਂ ਉਹਦਾ ਲਵਾਂਗਾ। ਉਹਨੇ ਬਹੁਤ ਗੰਭੀਰ ਪਰਚਾ ਪੜ੍ਹਿਆ ਤੇ ਲੱਗੇ ਵੀ ਬਹੁਤ ਵੱਡਾ ਵਿਦਵਾਨ ਪੇਪਰ ਪੜ੍ਹ ਰਿਹਾ, ਵੱਡੇ ਵੱਡੇ ਵਿਦਵਤਾ ਭਰਪੂਰ ਉਹਨੇ ਸਿਧਾਂਤਕ ਹਵਾਲੇ ਦਿੱਤੇ। ਜਦੋਂ ਨਾ ਉਹ ਆਪਣਾ 15-20 ਮਿੰਟ ਲਾ ਕੇ, ਅੱਧਾ ਘੰਟਾ ਲਾ ਕੇ ਉਹਨੇ ਆਪਣਾ ਪਰਚਾ ਪੇਸ਼ ਕਰਕੇ ਚੁੱਪ ਕਰਕੇ ਬੈਠਿਆ, ਤਾਂ ਇੱਕ ਪਾਕਿਸਤਾਨੀ ਸਰੋਤਾ ਵਿੱਚ ਬੈਠਾ ਸੀ, ਉਹ ਉੱਠਿਆ, ਕਹਿੰਦਾ ਜੀ ਮੈਂ ਇੱਕ ਅਰਜ਼ ਕਰਨ ਲੱਗਾ ਵਾਂ, ਜੇ ਤੁਸੀਂ ਆਪਣੇ ਪੇਪਰ ਨੂੰ ਪੰਜਾਬੀ ਦੇ ਵਿੱਚ ਟਰਾਂਸਲੇਟ ਕਰ ਦੇਵੋ ਤਾਂ ਤੁਹਾਡੀ ਬੜੀ ਮਿਹਰਬਾਨੀ ਹੋਵੇਗੀ। ਤੇ ਉਹ ਸਾਰੇ ਇੰਨੀ ਖਿੱਲੀ ਹੋਈ ਨਾ ਉਸ ਪੇਪਰ ਦੀ ਕਿ ਜਿਹੜਾ ਪਹਿਲਾਂ ਪੰਜਾਬੀ 'ਚ ਬੋਲ ਕੇ ਗਿਆ, ਜਿਹੜੀ ਵਿਦਵਤਾ ਭਰਪੂਰ ਆਪਣੀ ਵਿਦਵਤਾ ਦਾ ਰੋਹ ਪਾ ਕੇ ਗਿਆ ਨਾ, ਉਹਨੇ ਇੱਕ ਗੱਲ ਕਹਿ ਕੇ ਇੱਕ ਐਸੀ ਕਰਾਰੀ ਚਪੇੜ ਮਾਰੀ ਉਸ ਵਿਦਵਤਾ ਦੇ ਉੱਪਰ। ਮੈਂ ਵਿਦਵਾਨ ਦੇ ਉੱਪਰ ਤਾਂ ਨਹੀਂ ਕਹਿ ਰਿਹਾ ਕਿ ਜਿਹੜੇ ਬੰਦਿਆਂ ਨੂੰ ਇਹ ਗਲਤ ਫਹਿਮੀ ਹੈ ਕਿ ਐਡੇ ਵੱਡੇ ਵੱਡੇ ਸਿਧਾਂਤਕ ਹਵਾਲੇ ਦੇ ਕੇ, ਐਡੀਆਂ ਵੱਡੀਆਂ ਵੱਡੀਆਂ ਵਿਦਵਾਨਾਂ ਦੀਆਂ ਕਿਤਾਬਾਂ ਦੇ ਹਵਾਲੇ ਦੇ ਕੇ, ਜਦੋਂ ਕਿਸੇ ਪੰਜਾਬੀ ਲਿਖੀ ਪੁਸਤਕ ਦੇ ਉਹਨਾਂ ਨੂੰ ਉਹਦਾ ਵਿਸ਼ਲੇਸ਼ਣ ਕਰਦੇ ਨੇ, ਜਾਂ ਉਹਦਾ ਐਨਾਲਿਸਿਸ ਕਰਦੇ ਆ, ਉਹਦਾ ਕ੍ਰਿਟਿਸਿਜ਼ਮ ਕਰਦੇ ਨੇ, ਉਹ ਨਾ ਉਹ ਕਿਤਾਬ ਲਿਖਣ ਵਾਲੇ ਦੇ ਉੱਤੇ ਉਹਨੂੰ ਉਹਦੀ ਕੋਈ ਉਸਤਤ ਕਰ ਰਹੇ ਹੁੰਦੇ ਨੇ, ਨਾ ਉਹਦਾ ਕੋਈ ਗਿਆਨ ਲੋਕਾਂ ਵਿੱਚ ਵੰਡ ਰਹੇ ਹੁੰਦੇ ਨੇ, ਉਹ ਆਪਣੀ ਗਲਤ ਫਹਿਮੀ ਨੂੰ ਦੂਰ ਕਰ ਰਹੇ ਹੁੰਦੇ ਨੇ ਕਿ ਉਹ ਵਿਦਵਾਨ ਬਣ ਕੇ ਆਏ ਹੁੰਦੇ ਨੇ। ਇੰਨੇ ਪੜ੍ਹੇ ਲਿਖੇ ਅਸੀਂ, ਐਲੀਟ ਆ, ਅਸੀਂ ਇੰਨੇ ਵਿਦਵਾਨ ਆ ਜੀ। ਬਹੁਤ ਸੋਹਣੀ ਗੱਲ ਕਹੀ ਆ ਤੁਸੀਂ, ਬਹੁਤ ਸ਼ੁਕਰੀਆ ਜੀ। ਵਿਦਿਆ ਵਿਚਾਰੀ ਸੋ ਪਰਉਪਕਾਰੀ, ਜਿਸ ਤਰ੍ਹਾਂ ਤੁਸੀਂ ਵੀ ਅਖਾਣ ਵਰਤਿਆ ਦੀਪਕ ਜੀ। ਦੱਸ ਜੇ ਤੁਹਾਨੂੰ ਕਿ ਪ੍ਰੋਫੈਸਰ ਦੀਪਕ ਮਨਮੋਹਨ ਸਿੰਘ ਜੀ ਆਪਣੇ ਕੋਲ ਆਏ ਹੋਏ ਨੇ, ਪੰਜਾਬੀ ਭਾਸ਼ਾ ਵਾਸਤੇ ਬਹੁਤ ਇਹਨਾਂ ਨੇ ਕੰਮ ਕੀਤਾ, ਬੜੀ ਇਹਨਾਂ ਦੀ ਲੰਬੀ ਸੂਚੀ ਹੈ। ਚੰਡੀਗੜ੍ਹ ਯੂਨੀਵਰਸਿਟੀ ਦੇ ਵਿੱਚ ਵੀ 50 ਸਾਲ ਪੜ੍ਹਾ ਚੁੱਕੇ ਨੇ। ਫਾਰਮਰ ਡੀਨ ਵੀ ਰਹੇ ਨੇ ਕਾਲਜ ਡਿਵੈਲਪਮੈਂਟ ਕਾਉਂਸਲ ਦੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ, ਤੇ ਫਾਰਮਰ ਡੀਨ ਫੈਕਲਟੀ ਆਫ ਲੈਂਗੁਏਜ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ। ਬੜੀ ਲੰਬੀ ਲਿਸਟ ਆ, ਉਹਦੇ 'ਚ ਹੀ ਨੇ ਪ੍ਰੋਗਰਾਮ ਨਿਕਲ ਜਾਣਾ ਆਪਣਾ, ਤੁਹਾਡੀ ਮੈਂ ਲਿਸਟ ਪੜ੍ਹਨ ਲੱਗ ਗਈ। ਦੀਪਕ ਜੀ ਇਹ ਦੱਸੋ ਕਿ ਜਿਸ ਤਰ੍ਹਾਂ ਹੁਣ ਆਪਾਂ ਇੱਥੇ ਗੱਲਾਂ ਕਰ ਰਹੇ ਪਏ, ਜਿਸ ਤਰ੍ਹਾਂ ਤੁਸੀਂ ਪਹਿਲਾਂ ਦੱਸਿਆ ਹੀ ਹੈ ਕਿ ਬਹੁਤ ਵੱਡੇ ਵਿਦਵਾਨ ਨੇ, ਸੋ ਇਹ ਪੰਜਾਬੀ ਅੱਗੇ ਇਹਦਾ ਮਤਲਬ ਉਹ ਪਹੁੰਚਾ ਨਹੀਂ ਰਹੇ ਹੈਗੇ, ਸਿਰਫ ਆਪਣੇ ਹਉਮੈ ਨੂੰ ਪੱਠੇ ਪਾ ਰਹੇ ਆ, ਇਹ ਆਪਾਂ ਕਹਿ ਸਕਦੇ ਹਾਂ ਗੱਲ? ਅਗਲਾ ਲਫ਼ਜ਼ ਤੁਸੀਂ ਵਰਤਿਆ ਨਾ, ਹਉਮੈ ਨੂੰ ਪੱਠੇ ਪਾ ਰਹੇ ਆ, ਇਹ ਗੱਲ ਹਉਮੈ ਨੂੰ ਪੱਠੇ ਪਾਉਣ ਵਾਲੀ। ਹਉਮੈ ਨੂੰ ਹਰੇਕ ਬੰਦਾ ਜਿਹਨੂੰ ਪੱਠੇ ਪਾਉਂਦਾ, ਪਰ ਜਿਹੜੀ ਨਾ ਲੋੜ ਨਾਲ ਜ਼ਿਆਦਾ ਪਾਉਣੀ ਉਹ ਬੜੀ ਖਤਰਨਾਕ ਹੁੰਦੀ ਹੈ। ਸੋ ਇਹ ਗੱਲ ਇਹੀ ਹੈ ਵੀ ਇਹਨਾਂ ਵਿਦਵਾਨਾਂ ਨੂੰ ਨਾ ਮੈਂ ਨਾ ਬੜੀ ਬੇਨਤੀ ਕਰਨਾ ਚਾਹੁੰਦਾ, ਬੜੀ ਹਲੀਮੀ ਨਾਲ, ਨਿਮਰਤਾ ਨਾਲ ਕਹਿਣਾ ਚਾਹੁੰਦਾ ਵੀ ਤੁਸੀਂ ਨਾ ਆਪਣੀਆਂ ਸਾਹਾਂ ਵਿੱਚ, ਆਪਣੇ ਦਿਲੋਂ ਦਿਮਾਗ ਵਿੱਚ ਨਾ, ਜੇ ਇਹ ਬਾਬਾ ਫਰੀਦ ਨੂੰ, ਬੁੱਲੇ ਸ਼ਾਹ ਨੂੰ, ਸ਼ਾਹ ਹੁਸੈਨ ਨੂੰ ਜਾਂ ਗੁਰਬਾਣੀ ਨੂੰ ਰਚਾ ਲੈਣ ਨਾ, ਔਰ ਉਹਦੇ ਵਿੱਚੋਂ ਹਵਾਲੇ ਦੇਣ, ਔਰ ਆਪਣੇ ਪਾਠਕਾਂ ਦਾ, ਆਪਣੇ ਸਰੋਤਿਆਂ ਦਾ, ਆਪਣੇ ਪੜ੍ਹਨ ਲਿਖਣ ਵਾਲਿਆਂ ਦਾ ਜਿਹੜਾ ਦਿਸ਼ਾ ਮਾਰਗ ਕਰਨਾ ਹੈ, ਜੇ ਨਾ ਇਹਨਾਂ ਰਵਾਇਤਾਂ ਵਿੱਚੋਂ ਲੈ ਕੇ, ਠੀਕ ਹੈ ਤਬਦੀਲੀ ਬੜੀ ਵੱਡੀ ਚੀਜ਼ ਹੁੰਦੀ ਆ। ਅੱਜ ਕੱਲ੍ਹ ਇੰਨਾ ਕੁਛ ਜਿਹੜਾ ਵਿਸ਼ਵੀਕਰਨ ਦਾ ਜਿਹੜਾ ਯੁੱਗ ਹੈ, ਇਹਦੇ ਵਿੱਚ ਬੜਾ ਕੁਛ ਬਦਲ ਗਿਆ, ਬੜੀਆਂ ਸਹੂਲਤਾਂ ਮਿਲੀਆਂ ਨੇ ਲੋਕਾਂ ਨੂੰ, ਬਹੁਤ ਸੁਵਿਧਾਵਾਂ ਮਿਲੀਆਂ ਨੇ। ਉਹ ਸੁਵਿਧਾਵਾਂ ਤੇ ਸਹੂਲਤਾਂ ਦੀ ਜਿਹੜੀ ਲਿਸਟ ਹੈ ਨਾ, ਉਹ ਏਡੀ ਵੱਡੀ ਹੈ ਜਿਹਦਾ ਹਿਸਾਬ ਕੋਈ ਨਹੀਂ। ਪਰ ਜੋ ਅਸੀਂ ਗਵਾਇਆ ਨਾ, ਜੋ ਸਾਡੇ ਤੋਂ ਗੁੰਮ ਹੋ ਗਿਆ ਨਾ, ਉਹ ਬਹੁਤ ਸਟਲ ਢੰਗ ਨਾਲ, ਬਹੁਤ ਸੂਖਮ ਢੰਗ ਨਾਲ ਗਵਾਇਆ ਗਿਆ।
ਸਾਡਾ ਜਿਹੜਾ ਆਪਸੀ ਭਾਈਚਾਰਾ ਸੀ, ਸਾਡੀ ਜਿਹੜੀ ਭਾਈਚਾਰਕ ਸਾਂਝ ਸੀ, ਜੀ ਜਿਹੜੀ ਅਸੀਂ ਦੂਸਰੇ ਦੀ ਖੁਸ਼ੀ ਵਿੱਚੋਂ ਖੁਸ਼ੀ ਹਾਸਲ ਕਰਨ, ਦੂਸਰੇ ਦੀ ਖੈਰ ਮੰਗਣਾ, ਮੁਹੱਬਤ, ਪਿਆਰ, ਆਪਣਤ ਤੇ ਭਰਪਣ ਦਾ ਜਿਹੜਾ ਸੁਨੇਹਾ ਜੀ ਪੰਜਾਬੀਆਂ ਦੇ ਸਾਹਾਂ ਵਿੱਚ ਰਚਿਆ ਹੋਇਆ ਸੀ, ਉਹ ਅਸੀਂ ਗੁੰਮ ਕਰ ਲਿਆ। ਅਸੀਂ ਛੋਟੀਆਂ ਛੋਟੀਆਂ ਗਰਜ਼ਾਂ ਨਾਲ ਬੱਝੇ ਹੋਏ ਹਾਂ। ਡਿਪੈਂਡ ਕਰਦਾ ਵੀ ਗਰਜ਼ ਕਿੱਡੀ ਕੁ ਵੱਡੀ ਹੈ, ਉਹਨਾਂ ਕੁ ਅਸੀਂ ਲੋਕਾਂ ਦੇ ਨਾਲ ਸਾਂਝ ਹਾਸਲ ਕਰ ਲੈਂਦੇ ਹਾਂ। ਅੱਜ ਜਿਹੜੀ ਭਾਈਚਾਰਕ ਸਾਂਝ ਨਹੀਂ ਹੈ, ਅੱਜ ਜਿਹੜਾ ਰਿਸ਼ਤਾ ਹੈ ਨਾ, ਦਰਦ ਦਾ ਨਹੀਂ ਹੈਗਾ, ਮੁਹੱਬਤ ਦਾ ਨਹੀਂ ਹੈਗਾ, ਦੂਸਰੇ ਦੀ ਖੁਸ਼ੀ ਵਿੱਚੋਂ ਖੁਸ਼ੀ ਹਾਸਲ ਕਰਨ ਦਾ ਨਹੀਂ ਹੈ। ਅੱਜ ਇਹ ਹੈ ਕਿ ਮੈਨੂੰ ਇਹ ਤੋਂ ਕੀ ਹਾਸਲ ਹੋਣਾ, ਮਤਲਬ ਮੈਂ ਤੋਂ ਕੀ ਪ੍ਰਾਪਤ ਕਰ ਸਕਦਾ, ਇਹ ਤੋਂ ਮੈਨੂੰ ਕੀ ਲਾਭ ਹੋਏਗਾ, ਮੈਨੂੰ ਇਹ ਤੋਂ ਕੀ ਫਾਇਦਾ ਹੋਏਗਾ। ਇਹ ਗੱਲ ਸਾਡੇ ਅਚੇਤ ਸੁਚੇਤ ਵਿੱਚ ਪਈ ਹੁੰਦੀ ਹੈ। ਅਸੀਂ ਉਸ ਦੇ ਆਧਾਰ ਦੇ ਉੱਤੇ ਉਹਦੇ ਨਾਲ ਅਸੀਂ ਰਿਸ਼ਤਾ ਕਾਇਮ ਕਰਨਾ ਚਾਹੁੰਦੇ ਹਾਂ। ਜਿਹੜੀ ਮਾਨਵੀ ਰਿਸ਼ਤੇ ਨੇ, ਜਿਹੜੇ ਸਮਾਜਿਕ ਸਰੋਕਾਰ ਨੇ, ਅਸੀਂ ਉਹਨਾਂ ਨਾਲੋਂ ਟੁੱਟਦੇ ਜਾ ਰਹੇ ਹਾਂ। ਸਾਨੂੰ ਜਿਹੜੀ ਮਾਨਵੀ ਰਿਸ਼ਤਿਆਂ ਦੀ ਅਮੀਰੀ ਹੈ, ਸਮਾਜਿਕ ਸਰੋਕਾਰਾਂ ਦੀ ਜਿਹੜੀ ਸਾਂਝ ਹੈ, ਉਹ ਕਾਇਮ ਰੱਖਣੇ ਚਾਹੀਦੇ ਨੇ। ਇਹ ਅਸੀਂ ਕਾਇਮ ਤਦ ਹੀ ਰੱਖ ਸਕਾਂਗੇ ਜੇ ਅਸੀਂ ਆਪਣੇ ਪਿਛੋਕੜ ਨਾਲ ਜੁੜਾਂਗੇ। ਜੀ ਜਿਹੜੀ ਗੱਲ ਤੇ ਮੈਂ ਵਾਰ-ਵਾਰ ਜੋਰ ਰਿਹਾ ਜੀ ਬਿਲਕੁਲ। ਜਿਹੜੀ ਸਰਲ ਭਾਸ਼ਾ ਤੇ ਵੀ ਤੁਸੀਂ ਕਾਫੀ ਜ਼ੋਰ ਦਿੱਤਾ ਕਿ ਜਿਹੜੀ ਭਾਸ਼ਾ ਉਹ ਬੜੀ ਸਰਲ ਹੋਣੀ ਚਾਹੀਦੀ ਹੈ, ਸਿੱਧੀ ਜਿਹੜੀ ਭਾਸ਼ਾ ਜੀ, ਔਰ ਸਾਦੇ ਜਿਹੜੇ ਵਿਚਾਰ ਨੇ ਜਿਨ੍ਹਾਂ ਦਾ ਅਸਰ ਦਿਲ ਔਰ ਦਿਮਾਗ ਤੇ ਵੀ ਹੁੰਦਾ, ਉਹ ਸਾਨੂੰ ਸਾਡੀਆਂ ਰਵਾਇਤਾਂ ਵਿੱਚੋਂ ਮਿਲਣ। ਉਹਨੂੰ ਜਿਵੇਂ ਮਰਜ਼ੀ ਤੁਸੀਂ ਉਹਨਾਂ ਦੀ ਸ਼ਕਲ ਅਖਤਿਆਰ ਕਰਵਾ ਸਕਦੇ ਹੋ, ਪਰ ਲਓ ਤਾਂ ਸਾਡੇ ਪਿਛੋਕੜ ਚ ਲਓ ਨਾ। ਉਹਨਾਂ ਨੂੰ ਉਹਦਾ ਤੁਸੀਂ ਢੰਗ ਬਦਲ ਸਕਦੇ ਹੋ, ਕਹਿਣ ਦਾ ਢੰਗ ਬਦਲ ਸਕਦੇ ਹੋ, ਉਹਦਾ ਅੰਦਾਜ਼ ਬਦਲ ਸਕਦੇ ਹੋ, ਉਹਦੇ ਵਿੱਚ ਕੋਈ ਐਡ ਕਰ ਸਕਦੇ ਹੋ, ਉਹਦੇ ਵਿੱਚ ਤਬਦੀਲੀ ਲਿਆ ਸਕਦੇ ਹੋ, ਉਹਦੇ ਵਿੱਚ ਕੋਈ ਪਰਿਵਰਤਨ ਲਿਆ ਸਕਦੇ ਹੋ। ਬੜਾ ਕੁਝ ਪਿਆ, ਪਰ ਜਿਹੜੀ ਅਮੀਰੀ ਹੈ ਉਹ ਸਾਡੇ ਵਿਰਸੇ ਵਿੱਚੋਂ ਲੈਣੀ ਚਾਹੀਦੀ ਹੈ। ਇਹ ਤੁਸੀਂ ਜਿਹੜੀਆਂ ਨਾ ਜਿਸ ਗੱਲ ਤੇ ਮੈਂ ਬਾਰ-ਬਾਰ ਜੋ ਦੇ ਰਿਹਾ ਨਾ ਕਿ ਬਾਹਰਲੀਆਂ ਜਿਹੜੀਆਂ ਸਿਧਾਂਤਕ ਹਵਾਲੇ ਨੇ ਜਾਂ ਬਾਹਰਲੀਆਂ ਜਿਹੜੀਆਂ ਕੋਟੇਸ਼ਨਾਂ ਨੇ, ਉਹ ਠੋਸਣਾ ਜਾਂ ਥੋਪਣਾ, ਇਹਦੇ ਨਾਲ ਕੋਈ ਵਿਦਵਤਾ ਕਿਸੇ ਤੇ ਕਾਇਮ ਨਹੀਂ ਹੁੰਦੀ। ਹਾਂ, ਇਹ ਬੜੀਆਂ ਛੋਟੀਆਂ ਗੱਲਾਂ ਨੇ ਜੀ। ਇਹ ਬਿਲਕੁਲ ਦੱਸਦੇ ਜਾਈਏ ਤੁਹਾਨੂੰ ਕਿ ਆਪਣੇ ਕੋਲ ਪ੍ਰੋਫੈਸਰ ਦੀਪਕ ਮਨਮੋਹਨ ਸਿੰਘ ਜੀ ਸਟੂਡੀਓ ਦੇ ਵਿੱਚ ਆਏ ਹੋਏ ਨੇ। ਪੰਜਾਬੀ ਭਾਸ਼ਾ ਵਾਸਤੇ ਬਹੁਤ ਉਦਮ ਕਰ ਰਹੇ ਨੇ, ਆਪਣੀ ਮਾਂ ਬੋਲੀ ਨੂੰ ਕਾਇਮ ਰੱਖਣ ਲਈ, ਜਿੰਦਾ ਰੱਖਣ ਲਈ ਬਹੁਤ ਇਹਨਾਂ ਨੇ ਉਦਮ ਕੀਤੇ ਔਰ ਕਰ ਵੀ ਰਹੇ ਨੇ। ਰਿਟਾਇਰਡ ਨੇ ਇਸ ਟਾਈਮ। ਮਨਮੋਹਨ ਜੀ, ਜੇ ਆਪਾਂ ਗੱਲ ਕਰੀਏ ਕਿ ਅੱਗੇ ਦੋ ਲਹਿਰਾਂ ਚੱਲੀਆਂ ਸੀ ਬੜੀਆਂ, ਇੱਕ ਕਿਹਾ ਜਾਂਦਾ ਸੀ ਗਿਆਨੀ ਹੈ ਤੇ ਇੱਕ ਕਿਹਾ ਜਾਂਦਾ ਸੀ ਕਾਮਰੇਡ। ਦੋ ਲਹਿਰਾਂ ਜਿਹੜੀ ਆਪਾਂ ਗੱਲ ਕਰ ਰਹੇ ਸੀ, ਬੜੀ ਖਤਰਨਾਕ ਗੱਲ ਸ਼ੁਰੂ ਕਰ ਰਹੇ ਸੀ। ਔਰ ਗਿਆਨੀ ਔਰ ਕਾਮਰੇਡ ਜੀ, ਇਹ ਦੋਨਾਂ ਤੋਂ ਨਾ ਸਾਡੇ ਲੋਕ ਬਹੁਤ ਡਰਦੇ ਨੇ। ਮੈਂ ਵੀ ਡਰਦਾ, ਗਿਆਨੀ ਤੋਂ ਵੀ ਡਰਦਾ, ਮੈਂ ਕਾਮਰੇਡ ਤੋਂ ਵੀ ਡਰਦਾ। ਆਪਾਂ ਉਹਨਾਂ ਦੇ ਸਕੂਲਿੰਗ ਦੀ ਗੱਲ ਕਰਨੀ, ਆਪਾਂ ਉਹਨਾਂ ਦੀ ਗੱਲ ਹੀ ਕਰਨੀ। ਸੋ ਇੱਕ ਕਾਮਰੇਡ ਪਾਸੇ ਵਾਲਾ ਸਕੂਲ ਜਿੱਦਾਂ ਇੱਕ ਗਿਆਨੀ ਸਕੂਲ, ਇਹਨਾਂ ਦੋਨਾਂ ਦਾ ਇਸ ਤਰ੍ਹਾਂ ਹੁੰਦਾ ਸੀਗਾ, ਨਾਲੋਂ ਦੋਨੋਂ ਹੀ ਤੋੜ ਰਹੇ ਸੀ ਆਪਣੇ ਆਪਣੇ ਹਿਸਾਬ ਦੇ ਨਾਲ। ਜਿਹੜਾ ਗਿਆਨੀ ਕਹਿੰਦਾ ਸੀ ਪੰਜਾਬੀ ਤੁਸੀਂ ਗਾਉਂਦੇ ਹੋ, ਨੱਚਦੇ ਹੋ, ਜਿੱਦਾਂ ਆਪਾਂ ਤਿਉਹਾਰਾਂ ਦੀ ਗੱਲ ਕੀਤੀ, ਇਹ ਸਾਰੀ ਲੱਚਰਤਾ ਆ। ਤੇ ਕਾਮਰੇਡ ਕਹਿੰਦਾ ਸੀਗਾ ਜੇ ਤੁਸੀਂ ਇਸ ਪਾਸੇ ਜਾਓਗੇ ਤਾਂ ਇਹਨੇ ਸਾਨੂੰ ਨੀਵਾਂ ਹੀ ਲੈ ਕੇ ਜਾਣਾ, ਇਹਨੇ ਸਾਨੂੰ ਉੱਚਾ ਨਹੀਂ ਕਰਨਾ। ਦੇਖੋ ਜੀ, ਗਿਆਨੀ, ਅਸੀਂ ਉਹਨੂੰ ਗਿਆਨੀ ਜੀ ਉਹਨੂੰ ਕਹਿੰਦੇ ਸੀ, ਜਿਹਦੇ 'ਚ ਸਾਨੂੰ ਵਾਕਈ ਇਹ ਲੱਗਦਾ। ਮੈਂ ਪੁਰਾਣੀ ਗੱਲ ਕਰ ਰਿਹਾ ਵੀ ਗਿਆਨੀ ਕਿਹਨੂੰ ਕਹਿੰਦੇ ਸੀ। ਗਿਆਨੀ ਉਹਨੂੰ ਕਹਿੰਦੇ ਸੀ ਵੀ ਜਿਹਦੇ ਕੋਲ ਗਿਆਨ ਦਾ ਭੰਡਾਰ ਹੁੰਦਾ ਸੀ ਔਰ ਲੋਕੀ ਉਹਦਾ ਵਾਕਈ ਸਤਿਕਾਰ ਕਰਦੇ ਸੀ। ਹੁਣ ਗਿਆਨੀ ਮਜ਼ਾਕ 'ਚ ਕਹਿੰਦੇ ਨੇ ਵੀ ਇਹ ਤਾਂ ਗਿਆਨੀ ਹੈ। ਜਿਹੜਾ ਨਾ ਉਹੀ ਪੁਰਾਣੇ ਜਿਹੜੇ ਨਵੇਂ ਜਿਹੜੇ ਵਿਚਾਰ ਆ ਰਹੇ ਹੈ ਨਾ, ਵਿਸ਼ਵੀਕਰਨ ਦੇ ਅਸਰ ਥੱਲੇ, ਜਾਂ ਵੈਸਟਰਨ ਜਿਹੜੀ ਵਿਦਵਤਾ ਹੈ, ਪੱਛਮ ਦੀ ਜਿਹੜੀ ਵਿਦਵਤਾ ਹੈ, ਜਿਹੜਾ ਪੱਛਮ ਦਾ ਅਸਰ ਸਾਡੀ ਸੋਚ ਉੱਤੇ ਪੈ ਰਿਹਾ, ਸਾਡੀਆਂ ਫੀਲਿੰਗਸ ਤੇ ਪੈ ਰਿਹਾ, ਤੇ ਉਹਦਾ ਇਜ਼ਹਾਰ ਜਦੋਂ ਅਸੀਂ ਕਰਦੇ ਹਾਂ ਨਾ, ਤੇ ਉਹ ਆਪ ਵੀ ਭੰਬਲ ਭੂਸੇ ਵਿੱਚ ਪਏ ਹੁੰਦੇ ਆ ਤੇ ਲੋਕਾਂ ਨੂੰ ਵੀ ਭੰਬਲ ਭੂਸੇ ਵਿੱਚ ਪਾਉਂਦੇ, ਤੇ ਲੋਕ ਉਹਨਾਂ ਨੂੰ ਮਜ਼ਾਕ 'ਚ ਗਿਆਨੀ ਕਹਿੰਦੇ ਨੇ। ਜਿਹੜੇ ਕਾਮਰੇਡ ਸੀ ਨਾ, ਜਿਹੜੇ ਮੈਂ ਉਸ ਇਲਾਕੇ ਨੂੰ ਸੰਬੰਧ ਰੱਖਦਾ ਜਿੱਥੇ ਖੱਬੇ ਪੱਖੀ ਲਹਿਰ ਦਾ ਬਹੁਤ ਜ਼ੋਰ ਸੀ, ਤੇ ਉਹਨੂੰ ਬੜਾ ਬੈਕਵਰਡ ਜਾਂ ਨਾ 50 ਖਿੱਚੂ ਪਹਿਲਾਂ ਇਲਾਕਾ ਕਹਿੰਦੇ ਸੀ। ਪਰ ਕਾਮਰੇਡਾਂ ਨੇ ਜਿਹੜੀ ਮਾਰਕਸੀ ਵਿਚਾਰਧਾਰਾ ਸੀ, ਬੜੀ ਇਮਾਨਦਾਰੀ ਨਾਲ ਸੱਚੀ ਮੁੱਚੀ ਵਿਚਾਰਾਂ ਦੇ ਵਿੱਚ ਇਨਕਲਾਬ ਲੈ ਕੇ ਆਂਦਾ ਸੀ। ਉਹ ਕਾਮਰੇਡ ਜਿਹੜੇ ਸੀ ਨਾ, ਸੱਚੇ ਤੇ ਸੁੱਚੇ ਕਾਮਰੇਡ, ਉਹ ਪਤਾ ਨਹੀਂ ਕਿੱਥੇ ਗਾਇਬ ਹੋ ਗਏ। ਜਿਹੜੇ ਹੁਣ ਕਾਮਰੇਡ ਆਏ ਨੇ ਨਾ, ਉਹ ਤਾਂ ਮਾਰਕਸੀ ਜਿਹੜੀ ਵਿਚਾਰਧਾਰਾ ਹੈ, ਉਹਨੂੰ ਆਪਣੀ ਨਿੱਜੀ ਹਿੱਤਾਂ ਦੇ ਮੁਤਾਬਕ ਹੀ ਢਾਲ ਲੈਂਦੇ ਨੇ। ਉਹਨੂੰ ਮਿਸ ਇੰਟਰਪ੍ਰੇਟ ਕਰਕੇ
ਪੇਸ਼ ਕਰ ਰਹੇ ਨੇ। ਸੋ ਇਹ ਜਿਹੜਾ ਨਿੱਜੀਪਣਾ ਹੈ ਇਹਨੇ ਸਾਨੂੰ ਖੇਰੂ ਕਰ ਦਿੱਤਾ, ਤੁਹਾਨੂੰ ਲੱਗਦਾ ਪੰਜਾਬ ਨੂੰ ਟੋਟੇ ਕਰਤਾ? ਆਪਾਂ ਕਹਾਣ ਦੇਖਿਆ ਹੀ ਹੈ ਕਿੰਨਾ ਹੋਇਆ। ਇਹ ਮੈਂ ਉਹੀ ਤਾਂ ਤੁਹਾਨੂੰ ਕਹਿ ਰਿਹਾ ਜੀ ਵੀ ਇਹਨਾਂ ਦੋਨਾਂ ਲੋਕਾਂ ਨੇ ਜਿਹੜੇ ਪਹਿਲਾਂ ਇਹ ਭਾਈਚਾਰਕ ਸਾਂਝ ਜਾਂ ਦਰਦ ਦਾ ਰਿਸ਼ਤਾ, ਇਹ ਜਿਹੜੇ ਕਾਮਰੇਡ ਸੀ ਨਾ, ਭਾਈਚਾਰਕ ਸਾਂਝ ਜਾਂ ਜਿਹੜੀ ਅਸਲੀ ਵਿਦਵਤਾ ਦਾ ਜਿਹੜਾ ਪ੍ਰਚਾਰ ਕਰਦੇ ਸੀ ਨਾ, ਪ੍ਰਚਾਰ ਤੇ ਪ੍ਰਸਾਰ ਕਰਦੇ ਸੀ, ਇਹ ਇਹੀ ਕਰਦੇ ਸੀ। ਹੁਣ ਸਭ ਨਾਲੋਂ ਜ਼ਿਆਦਾ ਸਤਿਆਨਾਸ਼ ਇਹੀ ਕਰਦੇ ਨੇ ਜਿਹੜੇ ਮੈਂ ਹੁਣ ਗਿਆਨੀ ਉਹਨਾਂ ਨੂੰ ਕਹਿੰਦਾ, ਜਿਹੜੀ ਜਿਨ੍ਹਾਂ ਕੋਲੇ ਅਖੌਤੀ ਵਿਦਿਆ ਦਾ ਔਰ ਸਿਰਫ ਦਿਖਾਵੇ ਦੀ ਜਿਨ੍ਹਾਂ ਕੋਲੇ ਵਿਦਵਤਾ, ਔਰ ਜਿਹੜੀ ਖੱਬੀ ਵਿਚਾਰਧਾਰਾ ਸੀ, ਜਿਹਨੇ ਲੋਕਾਂ ਦੇ ਸੋਚਣ ਦੇ ਵਿੱਚ ਇਨਕਲਾਬ ਲੈ ਕੇ ਆਂਦਾ ਸੀਗਾ, ਉਹਨਾਂ ਨੇ ਆਪਣੀ ਨਿੱਜੀ ਹਿੱਤਾਂ ਨੂੰ ਪਾਲਣ ਵਾਸਤੇ ਜਿਹੜੀ ਉਸ ਵਿਚਾਰਧਾਰਾ ਨੂੰ, ਉਹ ਨਿੱਜੀ ਹਿੱਤਾਂ ਨੂੰ ਪਾਲਣ ਵਾਸਤੇ ਜਿਹੜੇ ਉਹਨੂੰ ਢਾਲ ਲਿਆ ਨਾ, ਉਸ ਨੂੰ ਇੰਟਰਪ੍ਰੇਟ ਕੀਤਾ ਜਾ ਰਿਹਾ ਹੈ, ਇਹ ਬਹੁਤ ਬੜੀ ਖਤਰਨਾਕ ਹੈਗੀ ਹੈ। ਮੈਂ ਇਹਨਾਂ ਦੋਨਾਂ ਬਾਰੇ ਕੁਝ ਵੀ ਕਹਿਣ ਤੋਂ ਗੁਰੇਜ਼ ਇਸੇ ਕਰਕੇ ਕਰਦਾ ਕਿ ਜੇ ਮੇਰੇ ਤੋਂ ਕੁਝ ਇਹਨਾਂ ਬਾਰੇ ਕੁਝ ਕਿਹਾ ਗਿਆ, ਮੈਨੂੰ ਇਹਨਾਂ ਨੇ ਮੁਆਫ ਨਹੀਂ ਕਰਨਾ। ਉਸੇ ਤਰ੍ਹਾਂ ਇਹਨਾਂ ਦੇ ਜਿਹੜੇ ਪੈਰੋਕਾਰ ਨੇ, ਇਹਨਾਂ ਦੇ ਜਿਹੜੇ ਪਿੱਛ ਲੱਗ ਨੇ, ਅਖੌਤੀ ਜਿਹੜੇ ਵਿਦਵਾਨ ਨੇ, ਇਹ ਜਿਵੇਂ ਨਾ ਕਹਿੰਦੇ ਹੁੰਦੇ ਨੇ ਵੀ ਜਿਹੜੇ ਮੈਂ ਬੜਾ ਇੱਕ ਨਾ ਕਰੂੜ ਜਾਂ ਕੌੜਾ ਜਿਹਾ ਸ਼ਬਦ ਵਰਤ ਰਿਹਾ, ਇਹ ਜਿਹੜੇ ਹੁਣ ਵੱਡੇ ਵਿਦਵਾਨ ਨੇ ਨਾ, ਇਹ ਆਪ ਤਾਂ ਕਈ ਵਾਰੀ ਨਾ ਗੱਲ ਕਹਿਣ ਤੋਂ ਝਿਜਕਦੇ ਨੇ। ਇਹਨਾਂ ਨੇ ਨਾ ਆਪਣੇ ਛੋਟੇ ਕਤੂਰੇ ਬਲੂੰਗੜੇ ਪਾਲੇ ਹੋਏ ਨੇ, ਫਿਰ ਉਹ ਉਹਨਾਂ ਨੂੰ ਉਂਗਲੀ ਲਾਉਂਦੇ ਨੇ ਵੀ ਜਿਹੜਾ ਕੋਈ ਬੰਦਾ ਨਾ ਇਦਾਂ ਦਾ ਕੋਈ ਅਟੈਕ ਕਰਦਾ ਨਾ ਸਾਡੇ ਤੇ, ਤੁਸੀਂ ਉਹਦੇ ਮਗਰ ਪੈ ਜਾਓ, ਉਹਦੇ ਮਗਰ ਪਾ ਦਿੰਦੇ ਨੇ। ਸੋ ਇਹਨਾਂ ਨੇ ਮੇਰਾ ਸਲਾਮ ਇਹਨਾਂ ਇੱਦਾਂ ਦੇ ਅਖੌਤੀ ਵਿਦਵਾਨਾਂ ਨੂੰ ਅਤੇ ਇੱਦਾਂ ਦੇ ਅਖੌਤੀ ਗਿਆਨੀਆਂ ਨੂੰ, ਅਤੇ ਇੱਦਾਂ ਦੇ ਉਹ ਜਿਨ੍ਹਾਂ ਨੇ ਮਾਰਕਸੀ ਵਿਚਾਰਧਾਰਾ ਨੂੰ ਆਪਣੇ ਹਿੱਤਾਂ ਲਈ ਪਾਲ ਰਹੇ ਨੇ, ਆਪਣੇ ਫਾਇਦਿਆਂ ਲਈ, ਆਪਣੀ ਗਰਜ਼ਾਂ ਲਈ ਪਾਲ ਰਹੇ ਨੇ। ਅਤੇ ਜਿਹੜੀਆਂ ਉਹ ਸੰਸਥਾਵਾਂ ਨੇ ਜਿਹੜੀਆਂ ਕਿਸੇ ਵੇਲੇ ਜਿਹੜੀਆਂ ਜਿੱਥੇ ਨਾ ਕਾਮਰੇਡ ਲੋਕ ਜਿਨ੍ਹਾਂ 'ਤੇ ਕਾਬਲ ਸੀਗੇ ਔਰ ਸੱਚੇ ਦਿਲੋਂ ਇਮਾਨਦਾਰੀ ਨਾਲ ਲੋਕਾਂ ਦੇ ਵਿਚਾਰਾਂ ਵਿੱਚ ਇਨਕਲਾਬ ਲਿਆਉਣ ਵਾਸਤੇ ਕੰਮ ਕਰਦੇ ਸੀਗੇ, ਉਹਨਾਂ ਨੇ ਉਹਨਾਂ ਸੰਸਥਾਵਾਂ ਦਾ ਵੀ ਸਤਿਆਨਾਸ਼ ਕਰ ਦਿੱਤਾ। ਉਹਨਾਂ 'ਤੇ ਕਾਬਜ਼ ਹੋ ਰਹੇ ਨੇ ਔਰ ਆਪਣੀਆਂ ਪਾਰਟੀਆਂ ਨੂੰ ਜਾ ਕੇ ਦੱਸ ਰਹੇ ਨੇ ਅਸੀਂ ਉੱਥੇ ਇੰਨੀਆਂ ਸੀਟਾਂ ਜਿੱਤ ਲਈਆਂ ਨੇ ਜੀ, ਅਸੀਂ ਉੱਥੇ ਪ੍ਰਧਾਨ ਵੀ ਬਣ ਗਏ ਹਾਂ ਜੀ, ਅਸੀਂ ਉੱਥੇ ਸੈਕਟਰੀ ਵੀ ਬਣ ਗਏ ਹਾਂ ਜੀ। ਇੱਥੇ ਇਸ ਕਿਸਮ ਦੀ ਖੱਟੀ ਖਾ ਰਹੇ ਨੇ, ਕੋਈ ਵਿਚਾਰਾਂ ਦਾ ਇਨਕਲਾਬ ਉਹ ਲੈ ਕੇ ਨਹੀਂ ਆ ਰਿਹਾ ਵਿਚਾਰਾਂ ਦੇ ਨਾਲ। ਸੋ ਇਹਨਾਂ ਤੋਂ ਮੈਨੂੰ ਜੇ ਤੁਸੀਂ ਨਾ ਹੀ ਕੁਝ ਕਹੋ ਤਾਂ ਤੁਹਾਡੀ ਬਹੁਤ ਮਿਹਰਬਾਨੀ ਹੋਵੇਗੀ। ਠੀਕ ਹੈ ਜੀ, ਆਪਣੇ ਖਬਰਾਂ ਦਾ ਟਾਈਮ ਨੇੜੇ ਆਉਣ ਵਾਲਾ ਤੇ ਖਬਰਾਂ ਸੁਣ ਕੇ ਫਿਰ ਤੁਹਾਡੇ ਨਾਲ ਆਪਾਂ ਗੱਲਾਂ ਬਾਤਾਂ ਇਸੇ ਤਰ੍ਹਾਂ ਆਪਾਂ ਜਾਰੀ ਰੱਖਾਂਗੇ। ਆਨੀ ਪੰਜਾਬੀ ਬਲਵਿੰਦਰ ਸਫਰੀ ਦੀ ਆਵਾਜ਼ ਦੇ ਵਿੱਚ ਸੁਣਾਂਗੇ ਆਪਾਂ ਗੀਤ। ਪ੍ਰੋਗਰਾਮ ਦੇ ਅਨਮੋਲ ਗੀਤਾਂ ਦੀ ਬਹਾਰ ਪ੍ਰੋਗਰਾਮ ਦੇ ਦੂਸਰੇ ਹਿੱਸੇ ਵਿੱਚ ਨਿੱਘਾ ਸਵਾਗਤ ਹੈ ਜੀ ਆਨ ਤੁਹਾਨੂੰ ਕਹਿੰਦੇ ਹਾਂ। ਔਰ ਪ੍ਰੋਗਰਾਮ ਪੇਸ਼ ਕਰ ਰਹੀ ਹੈ ਅਨੀਤਾ। ਆਵਾਜ਼ 5 ਦਰਿਆਵਾਂ ਦੀ ਦੇਸੀ ਰੇਡੀਓ ਦੀ 1602 AM ਤੇ ਸੁਣ ਰਹੇ ਹੋ ਸਕਾਈ ਚੈਨਲ 0169 ਤੇ ਵਰਲਡ ਵਾਈਡ ਵੈਬ ਰਾਹੀਂ ਸੁਣਨ ਵਾਲਿਆਂ ਦਾ ਵੀ ਨਿੱਘਾ ਸਵਾਗਤ ਹੈ www.desiradio.org.uk। ਸਟੂਡੀਓ ਦੇ ਵਿੱਚ ਆਪਣੇ ਕੋਲ ਪ੍ਰੋਫੈਸਰ ਦੀਪਕ ਮਨਮੋਹਨ ਸਿੰਘ ਜੀ ਆਏ ਹੋਏ ਨੇ। ਪੰਜਾਬੀ ਤੇ ਬਹੁਤ ਇਹਨਾਂ ਨੇ ਕੰਮ ਕੀਤਾ, ਪੰਜਾਬੀ ਬੋਲੀ ਨੂੰ, ਪੰਜਾਬੀ ਭਾਸ਼ਾ ਨੂੰ ਅੱਗੇ ਲਿਆਉਣ ਵਾਸਤੇ, ਤੇ ਉਹਨਾਂ ਦੇ ਨਾਲ ਆਪਣੀਆਂ ਗੱਲਾਂ ਬਾਤਾਂ ਹੋ ਰਹੀਆਂ। ਦੀਪਕ ਜੀ, ਜਿਸ ਤਰ੍ਹਾਂ ਆਪਣਾ ਪਹਿਲਾਂ ਗੱਲ ਹੋਈ, ਤੁਸੀਂ ਇੱਕ ਫਰੇਜ਼ ਬੜਾ ਵਧੀਆ ਵਰਤਿਆ ਸੀਗਾ, ਪੜ੍ਹ ਪੁਸਤਕ ਢੇਰ ਕੋੜੇ। ਹਾਂਜੀ, ਇਹਦੇ ਬਾਰੇ ਦੱਸੋ ਕਿ ਇਹ ਜਿਹੜੀ ਵਿਦਵਾਨਾਂ ਦੀ ਆਪਾਂ ਗੱਲ ਕੀਤੀ ਹੈ ਉਹਨਾਂ ਤੇ ਢੁਕਦਾ? ਇਹ ਢੁਕਦਾ ਹੈ ਜੀ, ਇਹ ਨਾ ਪ੍ਰੋਫੈਸਰ ਮੋਹਨ ਸਿੰਘ ਦਾ ਸੀਗਾ ਜੀ ਕਿ ਪੜ੍ਹ ਪੁਸਤਕ ਢੇਰ ਕੋਲੇ ਮੇਰਾ ਵਾਧਾ ਜਾਏ ਹਨੇਰ ਕੋਲੇ। ਪੁਸਤਕਾਂ ਪੜ੍ਹਨੀਆਂ ਮਾੜੀ ਗੱਲ ਨਹੀਂ ਹੈ ਜੀ, ਗਿਆਨ ਹਾਸਲ ਕਰਨਾ ਕੋਈ ਮਾੜੀ ਗੱਲ ਨਹੀਂ, ਪਰ ਇਹਦੇ ਚ ਜਿੱਦਾਂ ਆਪਾਂ ਹਉਮੈ ਨੂੰ ਪੱਠੇ ਪਾਉਣ ਵਾਲੀ ਗੱਲ ਕੀਤੀ ਸੀਗੀ ਆਪਣੇ ਆਪ ਨੂੰ, ਉਹ ਇਹਨਾਂ ਦਾ ਫਰੇਜ਼ ਇਹਦੇ ਚ ਉਹ ਮਤਲਬ ਆਉਂਦਾ। ਫਿਰ ਗੱਲ ਤਾਂ ਉਹ ਨਾ ਦੁਹਰਾ ਜਾ ਹੋ ਜਾਂਦਾ ਕਈ ਵਾਰੀ ਜਦੋਂ ਆਪਾਂ ਗੱਲ ਬਾਰ-ਬਾਰ ਕਰਦੇ ਆ ਨਾ ਕਿ ਵੀ ਗੱਲ ਤਾਂ ਇਹੀ ਹੈ ਵੀ ਜਿਹੜਾ ਗਿਆਨ ਦਾ ਇਜ਼ਹਾਰ ਕਰਨਾ ਜਾਂ ਜਿਹੜਾ ਉਹ ਗਿਆਨ ਕਿਤੋਂ ਦੂਸਰੇ ਪਾਸੋਂ ਹਾਸਲ ਕਰਦੇ ਨੇ, ਕਿਤਾਬਾਂ ਚੋਂ ਹਾਸਲ ਕਰਦੇ ਨੇ ਜਾਂ ਵਿਦਵਾਨਾਂ ਦੀ ਸੰਗਤ ਚੋਂ ਹਾਸਲ ਕਰਦੇ ਨੇ, ਉਹਨਾਂ ਨੂੰ ਲੋਕਾਂ ਤੱਕ ਪਹੁੰਚਾਉਣਾ, ਲੋਕਾਂ 'ਚ ਵੰਡਣਾ, ਇਹ ਬਹੁਤ ਪਰਉਪਕਾਰ ਵਾਲਾ ਕੰਮ ਹੈ। ਪਰ ਇਹ ਜਿਹੜਾ ਕੰਮ ਨਾ ਪਹਿਲਾਂ ਧਰਮ ਕਰਦਾ ਹੁੰਦਾ ਸੀ, ਅਸੀਂ ਅਗਵਾਈ ਧਰਮ ਤੋਂ ਲੈਂਦੇ ਹੁੰਦੇ ਸੀ। ਹੁਣ ਅੱਜ ਕੱਲ੍ਹ ਜਿਹੜੇ ਸਾਡੇ ਧਾਰਮਿਕ ਆਗੂ ਨੇ ਉਹ ਲੜਖੜਾ ਰਹੇ ਨੇ, ਤੇ ਉਹਨਾਂ ਦਾ ਜਿਹੜਾ ਕੋਈ ਇਮੇਜ ਨਾ ਸਾਡੇ ਸਮਾਜਿਕ ਖੇਤਰ ਵਿੱਚ ਕੋਈ ਬਹੁਤ ਵਧੀਆ ਨਹੀਂ ਰਿਹਾ ਧਾਰਮਿਕ ਆਗੂਆਂ ਦਾ। ਇਸ ਕਰਕੇ ਧਾਰਮਿਕ ਆਗੂ ਸਾਨੂੰ ਕੋਈ ਨਾ ਰਾਹ ਨਹੀਂ ਦੱਸ ਸਕਦੇ। ਅਸੀਂ ਇਸ ਪੱਖੋਂ ਬਹੁਤ ਉਦਾਸ ਹਾਂ। ਸਿਆਸੀ ਆਗੂ ਵੀ ਜਿਹੜੇ ਸਾਡੇ ਨੇ ਤੇ ਉਹ ਵੀ ਲੜਖੜਾ ਰਹੇ ਨੇ। ਕੋਈ ਸਾਨੂੰ ਭਾਵੇਂ ਲਿਬਾਸ ਪਹਿਨਾ ਰਿਹਾ, ਕੋਈ ਨੀਲੇ ਵਸਤਰ ਪਹਿਨਾ ਰਿਹਾ, ਕੋਈ ਚਿੱਟੇ ਵਸਤਰ ਪਹਿਨਾ ਰਿਹਾ,
ਉਹ ਵੀ ਕੋਈ ਨਾ ਮਤਲਬ ਵੀ ਖੁਸ਼ਹਾਲ ਜ਼ਿੰਦਗੀ ਦਾ ਨਾ ਕੋਈ ਜੀ ਸੁਨੇਹਾ ਨਹੀਂ ਦੇ ਰਹੇ। ਸੋ ਇਹਦੇ ਉੱਤੇ ਜਿਹੜਾ ਆਪਣਾ ਅੱਜ ਦਾ ਯੁੱਗ ਹੈ, ਜਿਹੜਾ ਆਪਣਾ ਇੰਟਰਨੈਟ ਦਾ ਦੌਰ ਜਿਹਨੂੰ ਕਿਹਾ, ਤੁਹਾਨੂੰ ਲੱਗਦਾ ਕਿ ਉਹ ਸਹਾਈ ਹੁੰਦਾ? ਕਿਉਂਕਿ ਅੱਗੇ ਜਿੱਦਾਂ ਤੁਸੀਂ ਗੱਲ ਕੀਤੀ ਹੈ ਕਿ ਪੁਸਤਕਾਂ ਦੀ ਕੀ ਆਪਾਂ ਵਿਦਵਾਨਾਂ ਤੋਂ ਸਿੱਖਦੇ ਹੁੰਦੇ ਸੀ, ਗ੍ਰੰਥੀਆਂ ਤੋਂ ਸਿੱਖਦੇ ਹੁੰਦੇ ਸੀਗੇ, ਪਰ ਅੱਜ ਇਸ ਜਿਹੜਾ ਇੰਟਰਨੈਟ ਦਾ ਯੁੱਗ ਹੈ ਇਹਦੇ ਤੇ ਤੁਹਾਨੂੰ ਲੱਗਦਾ ਕਿ ਅਸੀਂ ਆਪ ਆਪਣੇ ਗ੍ਰੰਥ ਪੜ੍ਹ ਸਕਦੇ ਹਾਂ? ਦੇਖੋ ਗੱਲ ਤਾਂ ਹੈ ਨਾ ਵੀ ਸਾਨੂੰ ਕੋਈ ਨਾ ਰਾਹ ਦੱਸਣ ਵਾਲਾ ਬੰਦਾ ਵੀ ਹੋਣਾ ਚਾਹੀਦਾ ਹੈ। ਅੱਜ ਮੈਂ ਹੁਣ ਤੁਹਾਡੇ ਨਾਲ ਗੱਲ ਕੀਤੀ ਹੈ ਵੀ ਨਾ ਸਾਡੇ ਕੋਲ ਕੋਈ ਰਾਹ ਦੱਸਣ ਵਾਲਾ ਧਾਰਮਿਕ ਆਗੂ ਹੈ, ਨਾ ਕੋਈ ਸਿਆਸੀ ਆਗੂ ਹੈ, ਨਾ ਕੋਈ ਸਾਡੇ ਕੋਲ ਸਮਾਜਿਕ ਆਗੂ ਹੈ। ਤੇ ਇਸ ਵਿਸ਼ਵੀਕਰਨ ਦੇ ਦੌਰ ਵਿੱਚ ਜਿਹਨੂੰ ਮੈਂ ਆਪੋ ਧਾਪੀ ਦਾ ਯੁੱਗ ਕਹਿੰਦਾ, ਜਿਹਨੂੰ ਮੈਂ ਤੇਜ਼ ਰਫ਼ਤਾਰੀ ਦਾ ਯੁੱਗ ਕਹਿੰਦਾ, ਜਾਂ ਜਿਹਨੂੰ ਮੈਂ ਕਸ਼ਮਕਸ਼ ਦਾ ਯੁੱਗ ਕਹਿੰਦਾ, ਜਾਂ ਮੈਂ ਕਹਿੰਦਾ ਇਸ ਨੂੰ ਵੀ ਚੂਹਾ ਦੌੜ ਵਿੱਚ ਸ਼ਾਮਲ ਜਿਹੜੇ ਲੋਕ ਨੇ, ਉਹ ਇਹ ਨਹੀਂ ਸੋਚਦੇ ਕਿ ਅਸੀਂ ਅੱਗੇ ਕਿਵੇਂ ਵਧਣਾ ਤੇ ਲੋਕਾਂ ਨੂੰ ਕਿਵੇਂ ਅੱਗੇ ਵਧਣ ਦੇਣਾ। ਉਹ ਤਾਂ ਇਹ ਸੋਚਦੇ ਨੇ ਕਿ ਅਸੀਂ ਅੱਗੇ ਵਧ ਰਹੇ ਬੰਦਿਆਂ ਨੂੰ ਉਹਨਾਂ ਦੇ ਰਾਹ ਵਿੱਚ ਰੁਕਾਵਟ ਕਿਵੇਂ ਬਣਨਾ। ਉਹਨਾਂ ਨੂੰ ਇਹ ਨਹੀਂ ਕਹਿੰਦੇ ਵੀ ਅੱਗੇ ਵਧਣ ਤੇ ਆਪ ਵੀ ਅੱਗੇ ਵਧਣ। ਸੋ ਇਹ ਜਿਹੜੇ ਲੋਕ ਨੇ, ਇਦਾਂ ਦਾ ਜਿਹੜਾ ਮਾਹੌਲ ਹੈ ਇਸ ਯੁੱਗ ਦੇ ਵਿੱਚ ਕਾਇਮ ਹੋਣਾ, ਇਹ ਸਾਡੇ ਸਾਂਝੇ ਯਤਨ ਨਾਲ ਹੋਏਗਾ ਜਦੋਂ ਅਸੀਂ ਰਲ ਮਿਲ ਕੇ ਵਿਚਾਰਾਂ ਦਾ ਆਦਾਨ ਪ੍ਰਦਾਨ ਕਰੀਏ, ਇਹਦੇ ਬਾਰੇ ਚਿੰਤਾ ਵੀ ਕਰੀਏ ਤੇ ਇਹਦੇ ਬਾਰੇ ਚਿੰਤਨ ਵੀ ਕਰੀਏ। ਅਜੇ ਲੋਕ ਬਹੁਤ ਬੈਠੇ ਨੇ ਇਦਾਂ ਦੇ ਜਿਹੜੇ ਆਪਣੇ ਆਲੇ ਦੁਆਲੇ ਬਾਰੇ ਸੋਚਦੇ ਨੇ, ਮਹਿਸੂਸ ਕਰਦੇ ਨੇ ਔਰ ਕੁਛ ਨਾ ਕੁਛ ਕਹਿਣ ਲਈ ਤਤਪਰ ਨੇ ਤੇ ਕੁਛ ਨਾ ਕੁਛ ਕੋਈ ਸਿੱਧਾ ਰਸਤਾ ਦਿਖਾਉਣ ਵਾਸਤੇ ਜਾਂ ਕੋਈ ਦਿਸ਼ਾ ਦਿਖਾਉਣ ਵਾਸਤੇ ਲੋਕ ਹੈਗੇ ਨੇ। ਪਰ ਉਹਨਾਂ ਲੋਕਾਂ ਦੀ ਸੋਚ ਵਿੱਚ ਰੁਕਾਵਟ ਪਾਉਣ ਵਾਲੇ ਬਹੁਤ ਜ਼ਿਆਦਾ ਲੋਕ ਨੇ। ਆਪੋ ਧਾਪੀ ਦੇ ਯੁੱਗ ਵਿੱਚ ਬੰਦਾ ਆਪਣੇ ਇਮੇਜ ਨੂੰ, ਆਪਣੇ ਬਿੰਬ ਨੂੰ ਜ਼ਿਆਦਾ ਨਿਖਾਰਦਾ, ਦੂਸਰਿਆਂ ਨੂੰ ਨਹੀਂ ਅੱਗੇ ਵਧਣ ਦਿੰਦਾ। ਸੋ ਸਾਨੂੰ ਜਿਹੜੇ ਸਾਡੇ ਸੋਚਣ ਵਾਲੇ ਬੰਦੇ ਨੇ, ਜਾਂ ਜਿਹੜੇ ਸਾਡੇ ਸੰਵੇਦਨਸ਼ੀਲ ਬੰਦੇ ਨੇ, ਜਿਹੜੇ ਸਾਡੇ ਅਨੁਭਵੀ ਬੰਦੇ ਨੇ, ਉਹਨਾਂ ਨੂੰ ਇਕੱਠਾ ਹੋਣਾ ਚਾਹੀਦਾ। ਪਿੱਛੇ ਜੇ ਇੱਕ ਦਿਨ ਇੱਕ ਵਿਦਵਾਨ ਨੇ ਇੱਥੋਂ ਦੀ ਗੱਲ ਕੀਤੀ ਸੀ ਕਿ ਸੰਸਾਰ ਦੇ ਕਿਸੇ ਵੀ ਖਿੱਤੇ ਵਿੱਚ, ਕਿਸੇ ਵੀ ਕੋਨੇ ਵਿੱਚ ਜਿੱਥੇ ਪੰਜਾਬੀ ਬੈਠਾ, ਉਹਨਾਂ ਸਾਰਿਆਂ ਨੂੰ ਰਲ ਕੇ ਹੰਬੜਾ ਮਾਰਨਾ ਚਾਹੀਦਾ। ਇੱਕ ਵਿਸ਼ਵ ਪੱਧਰ ਦੀ ਕੋਈ ਇੱਦਾਂ ਦਾ ਸੰਗਠਨ ਬਣਾਉਣਾ ਚਾਹੀਦਾ ਜਿਹੜੇ ਇਹ ਰਲ ਕੇ ਆਪਣੇ ਸੱਭਿਆਚਾਰ ਨੂੰ, ਆਪਣੇ ਭਾਸ਼ਾ ਬਾਰੇ, ਆਪਣੇ ਸਾਹਿਤ ਬਾਰੇ ਸੋਚਣ। ਇਹ ਨਹੀਂ ਵੀ ਕਿ ਥੋੜੇ ਚਾਰ ਬੰਦੇ ਇਕੱਠੇ ਹੋ ਗਏ, ਇੱਕ ਗੁੱਟ ਕਾਇਮ ਕਰ ਲਿਆ, ਇੱਕ ਧੜਾ ਕਾਇਮ ਕਰ ਲਿਆ, ਆਪਣੇ ਧੜੇ ਨੂੰ ਤੇ ਆਪਣੇ ਗੁੱਟ ਦੀ ਪ੍ਰਫੁੱਲਤਾ ਲਈ ਕੰਮ ਕੀਤਾ ਜਾਵੇ। ਨਾ, ਸਰਬ ਸਾਂਝੀਵਾਲਤਾ ਦਾ ਜਿਹੜਾ ਸਾਡਾ ਪੁਰਾਣਾ ਸੰਦੇਸ਼ ਹੈ ਕਿ ਅਸੀਂ ਇੱਕ ਦੂਸਰੇ ਦੀ ਖੈਰ ਕਿੱਦਾਂ ਮੰਗ ਸਕਦੇ ਹਾਂ, ਇੱਕ ਦੂਸਰੇ ਦੀ ਖੁਸ਼ੀ ਦੇ ਵਿੱਚ ਕਿਵੇਂ ਖੁਸ਼ੀ ਅਸੀਂ ਹਾਸਲ ਕਰ ਸਕਦੇ ਹਾਂ, ਇਸ ਕਿਸਮ ਦਾ ਕੋਈ ਆਰਗੇਨਾਈਜੇਸ਼ਨ, ਇਸ ਕਿਸਮ ਦਾ ਸੰਗਠਨ ਵਿਸ਼ਵ ਪੱਧਰ ਤੇ ਬਣਨਾ ਚਾਹੀਦਾ। ਵੱਖਰੇ ਵੱਖਰੇ ਦੇਸ਼ਾਂ ਵਿੱਚ ਬੈਠੇ ਪੰਜਾਬੀ ਜਿੱਥੇ ਵੀ ਬੈਠੇ ਨੇ, ਇਹ ਸੋਚਣ, ਇਹ ਉਪਰਾਲਾ ਕਰਨ, ਇਹ ਯਤਨ ਕਰਨ ਤੇ ਇਦਾਂ ਦੀਆਂ ਜਿਹੜੀਆਂ ਵਿਸ਼ਵ ਪੰਜਾਬੀ ਕਾਨਫਰੰਸਾਂ ਨੇ, ਇੱਦਾਂ ਦੇ ਜਿਹੜੇ ਸਮਾਗਮ ਨੇ, ਇੱਦਾਂ ਦੇ ਜਿਹੜੀਆਂ ਗੋਸ਼ਟੀਆਂ ਨੇ, ਉਹ ਕਰਨੀਆਂ ਚਾਹੀਦੀਆਂ ਨੇ, ਜਿਹਦੇ ਵਿੱਚ ਆਪਣੀਆਂ ਇਹ ਨਹੀਂ ਮੈਂ ਕਹਿੰਦਾ ਕਿ ਵੀ ਤੁਸੀਂ ਮੁੜ ਕੇ ਆਪਣੇ ਉਸ ਜਿਹੜੇ ਪੁਰਾਣੇ ਗੈਰ ਵਿਗਿਆਨਕ ਜਿਹੜੀ ਸਾਡੀ ਸੋਚ ਸੀਗੀ ਵੀ ਉਸਲਾ ਪੱਲਾ ਫੜੋ। ਅੱਜ ਦੇ ਵਿਗਿਆਨਕ ਯੁੱਗ ਵਿੱਚ ਆਪਣੀ ਪਰੰਪਰਾ ਤੋਂ, ਆਪਣੀਆਂ ਰਵਾਇਤਾਂ ਤੋਂ, ਆਪਣੇ ਵਿਰਸੇ ਤੋਂ, ਆਪਣੇ ਪਿਛੋਕੜ ਸਾਹਿਤ ਤੋਂ, ਜਿਹੜਾ ਸਾਡੇ ਕੋਲ ਬਹੁਤ ਅਮੀਰ ਸਾਹਿਤ ਆ, ਉਹਦੇ ਹਵਾਲੇ ਦੇ ਨਾਲ ਕੋਈ ਨਵੀਂ ਜਿਹੜੀ ਦਿਸ਼ਾ ਉਹ ਸਿਰਜਣ ਦੀ ਕੋਸ਼ਿਸ਼ ਕਰ। ਕਿਹਾ ਵੀ ਜਾਂਦਾ ਜੇ ਤੁਸੀਂ ਕੁਝ ਨਵਾਂ ਸਿਰਜਣਾ ਤਾਂ ਪਹਿਲਾਂ ਪਿੱਛੇ ਝਾਤ ਮਾਰੋ, ਪਿੱਛੇ ਦੇਖ ਕੇ ਉਹਦੇ ਤੋਂ ਤੁਸੀਂ ਨਵੇਂ ਦੀ ਉਪਜ ਕਰੋ। ਬਿਲਕੁਲ ਬਿਲਕੁਲ, ਇਹ ਬਹੁਤ ਜ਼ਰੂਰੀ। ਮੈਂ ਇਹੀ ਗੱਲ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ। ਜੋ ਬੰਦੇ ਵੀ ਇਹ ਸੁਣ ਰਹੇ ਨੇ, ਚਾਹੇ ਥੋੜੇ ਸੁਣ ਰਹੇ ਨੇ, ਚਾਹੇ ਬਹੁਤੇ ਸੁਣ ਰਹੇ, ਜੇ ਸਾਰੇ ਇਹ ਰਲ ਕੇ ਸੋਚਣਗੇ ਤੇ ਖਾਸ ਕਰਕੇ ਕਿਉਂ ਜ਼ਿਆਦਾ ਜਦੋਂ ਜਿਹੜੀ ਨੈਗੇਟਿਵ ਗੱਲ ਹੁੰਦੀ ਹੈ ਨਾ ਨੁੱਕਰ ਵਾਲੀ ਜਿਹੜੀ ਗੱਲ ਹੁੰਦੀ ਹੈ, ਜਾਂ ਦੂਸਰੇ ਨੂੰ ਕੰਡੈਮ ਕਰ ਲਈ, ਜਾਂ ਪਰਖ ਪੜਚੋਲ ਵਾਲੀ, ਜਾਂ ਨਿੰਦਿਆ ਚੁਗਲੀ ਵਾਲੀ ਗੱਲ ਜਿਹੜੀ ਨਾ, ਇਹ ਜ਼ਿਆਦਾ ਚੱਲਦੀ ਹੁੰਦੀ ਹੈ। ਉਹੀ ਲੱਗੇ ਜ਼ਿਆਦਾ ਛੇਤੀ ਜ਼ਿਆਦਾ ਫੈਲਦੀ ਹੁੰਦੀ ਹੈ। ਸੋ ਉਹ ਜਿਹੜਾ ਇਸ ਪੱਖ ਨੂੰ ਛੱਡ ਕੇ ਨਾ, ਜਿਹੜੀ ਨਾ ਖੁਸ਼ਗਵਾਰ ਜਿਹੜੀਆਂ ਗੱਲਾਂ ਨੇ, ਜਿਹੜੀਆਂ ਲੋਕਾਂ ਦੇ ਭਲੇ ਦੀਆਂ ਜਿਹੜੀਆਂ ਗੱਲਾਂ ਨੇ, ਜਿਹੜਾ ਸਾਡਾ ਚੜ੍ਹਦੀ ਕਲਾ ਦਾ ਜਿਹੜਾ ਪ੍ਰਤੀਕ ਹੈ ਵੀ ਹਰ ਬੰਦਾ ਚੜ੍ਹਦੀ ਕਲਾ ਦੇ ਵਿੱਚ ਰਹੇ, ਹਰ ਪੰਜਾਬੀ ਚੜ੍ਹਦੀ ਕਲਾ ਜਿੱਥੇ ਹੀ ਬੈਠਾ ਹੈ, ਜਿਹੜੀ ਪੰਜਾਬ ਹੈ ਔਰ ਪੰਜਾਬੀਅਤ ਹੈ,
ਜਿਹੜਾ ਪੰਜਾਬੀ ਸੁਭਾਅ ਹੈ, ਉਹਦੇ ਜਿਹੜੇ ਲੱਛਣ ਨੇ, ਉਹਨਾਂ ਨੂੰ ਬਰਕਰਾਰ ਰੱਖਣ ਵਿੱਚ ਸਾਰੇ ਸਹਾਈ ਹੋਣ, ਸਾਰੇ ਯਤਨ ਮਾਰਨ, ਸਾਰੇ ਹੰਭਲਾ ਕਰਨ। ਇਹ ਤਦੇ ਫਿਰ ਸਾਰਾ ਕੁਝ ਹੋ ਸਕਦਾ। ਜੀ ਬਹੁਤ ਸ਼ੁਕਰੀਆ ਜੀ। 1602 AM ਦੇਸੀ ਰੇਡੀਓ ਦੀ ਆਵਾਜ਼ 1602 AM ਤੇ ਸੁਣ ਰਹੇ ਹੋ। ਸਟੂਡੀਓ ਦੇ ਵਿੱਚ ਅੱਜ ਆਪਣੇ ਕੋਲ ਮਹਿਮਾਨ ਆਏ ਹੋਏ ਨੇ ਤੇ ਉਹਨਾਂ ਦੇ ਨਾਲ ਆਪਣੀਆਂ ਗੱਲਾਂ ਬਾਤਾਂ ਹੋ ਰਹੀਆਂ ਨੇ। ਮਹਿਮਾਨ ਆਪਣੇ ਕੋਲ ਆਏ ਹੋਏ ਨੇ ਪ੍ਰੋਫੈਸਰ ਦੀਪਕ ਮਨਮੋਹਨ ਸਿੰਘ ਜੀ। ਇਹਨਾਂ ਦੇ ਨਾਲ ਆਪਾਂ ਗੱਲਾਂ ਕਰ ਰਹੇ ਹਾਂ ਕਿ ਜਿਹੜੀ ਪੰਜਾਬੀ ਭਾਸ਼ਾ ਲਈ, ਪੰਜਾਬੀ ਜ਼ੁਬਾਨ ਲਈ ਇਹਨਾਂ ਨੇ ਕੰਮ ਕੀਤਾ ਹੈ। ਬਹੁਤ ਸਾਰੀਆਂ ਸੰਸਥਾਵਾਂ ਦੇ ਵਿੱਚ ਕੰਮ ਕਰ ਚੁੱਕੇ ਨੇ। ਪੰਜਾਬ ਯੂਨੀਵਰਸਿਟੀ ਦੇ ਵਿੱਚ ਸਿੰਡੀਕੇਟ ਰਹਿ ਚੁੱਕੇ ਨੇ ਤੇ ਗਵਰਨਿੰਗ ਐਕਸਪੀਰੀਅੰਸ ਵੀ ਪੰਜਾਬ ਯੂਨੀਵਰਸਿਟੀ ਦਾ ਤੁਹਾਡੇ ਕੋਲ ਬਹੁਤ ਹੈ ਜੀ। ਜਿਸ ਤਰ੍ਹਾਂ ਪਹਿਲਾਂ ਕਿਹਾ ਸੀ ਕਿ ਬੜੀ ਲੰਬੀ ਇਹਨਾਂ ਦੀ ਲਿਸਟ ਹੈ। ਸੋ ਆਪਾਂ ਇਹਨਾਂ ਦੇ ਨਾਲ ਜਨਰਲ ਗੱਲਾਂ ਕਰ ਰਹੇ ਹਾਂ ਕਿ ਆਪਣੀ ਪੰਜਾਬੀ ਭਾਸ਼ਾ ਦੀ ਜਿਹੜੀ ਪ੍ਰਫੁੱਲਤਾ ਹੈ, ਉਹਦੇ ਵਾਸਤੇ ਜਿਹੜੇ ਇਹਨਾਂ ਕੰਮ ਇਹਨਾਂ ਨੇ ਕੀਤੇ ਨੇ, ਕੀ ਉਹਨਾਂ ਦੀਆਂ ਪ੍ਰਾਪਤੀਆਂ ਹੋਈਆਂ, ਉਹਨਾਂ ਬਾਰੇ ਗੱਲ ਕਰ ਰਹੇ ਨੇ। ਤੁਸੀਂ ਹੁਣ ਮਨਮੋਹਨ ਜੀ ਰਿਟਾਇਰ ਹੋ ਗਏ ਹੋ, ਤੁਸੀਂ ਬਹੁਤ ਸਾਰੀ ਜ਼ਿੰਦਗੀ ਪੰਜਾਬੀ ਭਾਸ਼ਾ ਦੇ, ਪੰਜਾਬੀ ਬੋਲੀ ਦੀ, ਪੰਜਾਬੀ ਲੋਕਾਂ ਦੇ ਨਾਮ ਤੁਸੀਂ ਲਗਾਈ ਹੈ। ਸੋ ਇਹਦੇ ਵਿੱਚੋਂ ਇਹ ਵੀ ਕਿਹਾ ਜਾਂਦਾ ਹੈ ਕਿ ਜਿਹੜੀਆਂ ਆਪਣੀਆਂ ਕਮਿਊਨਿਟੀਜ਼ ਹੈ, ਜਿਹੜੀਆਂ ਆਪਣਾ ਸਮਾਜ ਹੈ, ਜੇ ਉਹਨੂੰ ਤੁਸੀਂ ਅੱਗੇ ਵਧਾਉਣਾ ਹੈ ਤਾਂ ਤੁਹਾਨੂੰ ਆਪ ਉਹਦੇ ਵਿੱਚ ਝਸਣਾ ਪੈਂਦਾ ਆ। ਸੋ ਜਿਹੜਾ ਕੰਮ ਕੀ ਤੁਸੀਂ ਕਰ ਰਹੇ ਹੋ, ਸੋ ਇੰਨੇ ਸਾਲ ਹੋ ਗਏ ਤੁਹਾਨੂੰ ਇਹਦੇ ਭਾਸ਼ਾ ਦੀ ਪ੍ਰਫੁੱਲਤਾ ਲਈ ਲੱਗੇ, ਤੇ ਤੁਹਾਨੂੰ ਕੀ ਅੱਜ ਚੇਂਜ ਨਜ਼ਰ ਆਉਂਦੀ ਹੈ, ਕੀ ਥੋੜ੍ਹੀਆਂ ਪ੍ਰਾਪਤੀਆਂ ਹੋਈਆਂ ਨੇ? ਦੇਖੋ, ਕੋਈ ਸਮਾਂ ਸੀ, ਮੈਂ ਕਿਉਂਕਿ ਮੈਂ ਤੁਹਾਡੇ ਕੋਲ ਬੈਠਾ ਇੱਥੇ ਇੰਗਲੈਂਡ ਦੇ ਵਿੱਚ ਰੇਡੀਓ ਤੇ ਬੈਠਾ ਬੋਲ ਰਿਹਾ, ਜਿਹੜੇ ਇੱਥੋਂ ਦੇ ਲੋਕ ਨੇ ਨਾ, ਖਾਸ ਕਰਕੇ ਉਹ ਬੰਦੇ ਜਿਹੜੇ ਪੰਜਾਬ ਤੋਂ ਇੱਥੋਂ ਆਏ ਨੇ ਨਾ, ਉਹ ਹੁਣ ਵੀ ਬੜਾ ਪੋਜ਼ਿਟਿਵ ਰੋਲ ਅਦਾ ਕਰ ਰਹੇ ਨੇ। ਤੇ ਕਿਤੇ ਕਿਤੇ ਨਾ ਮੈਂ ਜਦੋਂ ਮਹਿਸੂਸ ਕਰਦਾ ਨਾ ਇਹ ਕਿ ਹੋਰ ਵੀ ਬਹੁਤ ਰੋਲ ਅਦਾ ਕਰ ਸਕਦੇ ਨੇ। ਹੁਣ ਸਾਡੇ ਪੰਜਾਬ ਦੇ ਵਿੱਚ ਨਾ ਹਰ ਬੰਦਾ, ਉਹਦੀ ਕੋਸ਼ਿਸ਼ ਹੁੰਦੀ ਹੈ ਮੈਂ ਕਿਸੇ ਨਾ ਕਿਸੇ ਢੰਗ ਨਾਲ, ਚਾਹੇ ਵਧੀਆ ਵਸੀਲੇ ਨਾਲ, ਚਾਹੇ ਗੈਰ ਵਸੀਲੇ ਨਾਲ, ਕਿਸੇ ਸਿੱਧੇ ਅਸਿੱਧੇ ਢੰਗ ਨਾਲ, ਕਿਸੇ ਨਾ ਕਿਸੇ ਨਾਲ ਅਮਰੀਕਾ, ਇੰਗਲੈਂਡ, ਕੈਨੇਡਾ ਪਹੁੰਚ ਜਾਵਾਂ। ਜੀ ਉਹਦੇ ਵਿੱਚ ਜਿਹੜਾ ਉਹਨਾਂ ਦੇ ਮਨ ਵਿੱਚ ਇਹ ਲਾਲਸਾ ਪੈਦਾ ਹੁੰਦੀ ਹੈ ਨਾ ਕਿ ਮੈਂ ਬਾਹਰ ਚਲਾ ਜਾਵਾਂ, ਉਹਦੇ ਵਿੱਚ ਜਿਹੜੇ ਬੰਦੇ ਤੁਹਾਡੇ ਇੱਥੋਂ ਦੇ ਉੱਥੇ ਜਾਂਦੇ ਨੇ ਨਾ, ਇੰਗਲੈਂਡ ਤੋਂ, ਅਮਰੀਕਾ ਤੋਂ, ਕੈਨੇਡਾ ਤੋਂ, ਉਹ ਬਹੁਤ ਰੋਲ ਅਦਾ ਕਰਦੇ ਨੇ। ਇਹ ਜਿਹੜੀ ਇੱਦਾਂ ਦੀ ਉਕਸਾਹਟ ਉਹਨਾਂ ਦੇ ਦਿਲ ਔਰ ਦਿਮਾਗ ਦੇ ਵਿੱਚ ਪੈਦਾ ਹੁੰਦੀ ਹੈ ਨਾ, ਉਹ ਇਹਨਾਂ ਨੂੰ ਦੇਖ ਕੇ ਹੁੰਦੀ ਹੈ ਕਿ ਪਤਾ ਨਹੀਂ ਕਿੱਦਾਂ ਦੀ ਇਹ ਰੰਗੀਨ ਜ਼ਿੰਦਗੀ ਜੀ ਰਹੇ ਨੇ ਇੰਗਲੈਂਡ ਦੇ ਵਿੱਚ, ਕਿੱਦਾਂ ਦੀ ਕੈਨੇਡਾ ਦੇ ਵਿੱਚ ਜੀ ਰਹੇ ਨੇ, ਅਮਰੀਕਾ ਦੇ ਵਿੱਚ ਜਾ ਰਹੇ ਨੇ। ਹੁਣ ਅਸੀਂ ਜਿਹੜੇ ਬੰਦੇ ਇੱਥੇ ਆਉਂਦੇ ਹਾਂ, ਅਸੀਂ ਜਦੋਂ ਤੁਹਾਡਾ ਕਾਰ ਵਿਹਾਰ ਵੇਖਦੇ ਹਾਂ, ਰੋਜ਼ ਦੀ ਕਾਰਗੁਜ਼ਾਰੀ ਵੇਖਦੇ ਹਾਂ, ਤੁਹਾਡਾ ਕੰਮ ਕਰਨ ਦਾ ਢੰਗ ਵੇਖਦੇ ਹਾਂ, ਤੁਹਾਡਾ ਸੋਚਣ ਦਾ ਢੰਗ ਦੇਖਦੇ ਹਾਂ, ਤੇ ਘੰਟੇ ਕਿੰਨੇ ਕੰਮ ਕਰਦੇ ਨੇ? ਸਭ ਤੋਂ ਜ਼ਿਆਦਾ ਕੰਮ ਕਰਦੇ ਹੋ। ਤੁਹਾਡੇ ਕੋਲ ਵੇਲ ਨਹੀਂ ਹੁੰਦੀ ਆਪਣੇ ਕੰਮ ਤੋਂ। ਜੇ ਤੁਸੀਂ ਕੰਮ ਨਾ ਕਰੋ, ਤੁਹਾਡਾ ਇੱਥੇ ਰੋਟੀ ਰੋਜ਼ੀ ਦਾ ਵਸੀਲਾ ਖਤਮ ਹੋ ਜੇ। ਤੇ ਤੁਸੀਂ ਆਪਣਾ ਇੰਨਾ ਹੀ ਡਿਸਿਪਲਿਨ ਹੋ, ਆਪਣੇ ਕੰਮ ਤੇ ਜਾਂਦੇ ਹੋ, ਵਕਤ ਸਿਰ ਆਉਂਦੇ ਹੋ, ਵਕਤ ਸਿਰ ਸੌਂਦੇ ਹੋ, ਵਕਤ ਸਿਰ ਉੱਠਦੇ ਹੋ। ਇਸ ਤੋਂ ਬਿਨਾਂ ਹੋਰ ਜਿਹੜੀਆਂ ਇੱਥੋਂ ਦੀਆਂ ਸਰਕਾਰ ਵੱਲੋਂ ਜਿਹੜੀਆਂ ਹਦਾਇਤਾਂ ਨੇ ਤੁਰਨ ਫਿਰਨ ਦੀਆਂ, ਸੋਚਣ ਦੀਆਂ, ਕਾਰ ਵਿਹਾਰ ਦੀਆਂ, ਉਹ ਵੀ ਨਿਭਾਉਂਦੇ ਹੋ ਪੂਰੀਆਂ। ਪਰ ਜਦੋਂ ਇੱਥੋਂ ਦੇ ਲੋਕ ਉੱਥੇ ਜਾਂਦੇ ਨੇ, ਆਪਣੇ ਡਾਲਰਾਂ ਤੇ ਪਾਉਂਡਾਂ ਨੂੰ ਜਾ ਕੇ ਜਦੋਂ ਉੱਥੇ ਹਿੰਦੁਸਤਾਨੀ ਪੈਸਿਆਂ ਦੇ ਵਿੱਚ ਕਨਵਰਟ ਕਰਕੇ ਨਾ, ਉਹ ਆਪਣੇ ਦੋਸਤਾਂ, ਮਿੱਤਰਾਂ ਔਰ ਰਿਸ਼ਤੇਦਾਰਾਂ ਤੇ ਉਹਦੀ ਚਮਕ ਦਮਕ ਦਿਖਾਉਂਦੇ ਨੇ ਨਾ, ਤੇ ਉਹਨਾਂ ਤੇ ਖਰਚ ਕਰਦੇ ਨੇ, ਤੇ ਦੂਸਰੇ ਵੱਡੇ ਸ਼ਹਿਰਾਂ 'ਚ ਉਹਦੀ ਸੈਰ ਵੀ ਕਰਾਉਂਦੇ ਨੇ। ਆਪ ਵੀ ਉਹਨਾਂ ਨੇ ਕਰਨੀ ਹੁੰਦੀ ਹੈ, ਉਹਨਾਂ ਨੂੰ ਵੀ ਕਰਾਉਂਦੇ ਨੇ, ਟੈਕਸੀਆਂ ਲੈਂਦੇ ਨੇ ਜਾ ਕੇ। ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਪਾਉਂਡ ਕਨਵਰਟ ਕੀਤੇ ਹੁੰਦੇ ਨੇ ਦੇਸੀ ਪੈਸਿਆਂ 'ਚ, ਡਾਲਰ ਕਨਵਰਟ ਕੀਤੇ ਹੁੰਦੇ ਨੇ। ਤੇ ਉਹਨਾਂ ਨੂੰ ਇਹ ਨਹੀਂ ਦੱਸਦੇ ਕਿ ਉੱਥੇ ਪਾਈ ਜਾਂਦੇ ਸੜਕ ਨਹੀਂ ਐ ਕ੍ਰਾਸ ਕਰਨੀ ਕਰ ਦਿੰਦੇ, ਉਹਦੇ ਪਿੱਛੇ ਮਿਹਨਤ ਕਿੰਨੀ ਹੈ ਇਹ ਨਹੀਂ ਉਹਨਾਂ ਨੂੰ ਦੱਸਦੇ ਜੀ। ਅਸੀਂ ਕਿੰਨੀ ਮੁਸ਼ੱਕਤ ਕਰਦੇ ਹਾਂ ਉੱਥੇ, ਕਿੰਨੀ ਸਾਨੂੰ ਮਿਹਨਤ ਕਰਨੀ ਪੈਂਦੀ ਹੈ, ਕਿੰਨਾ ਸਾਨੂੰ ਉੱਥੇ ਇਹ ਜਿਹੜੇ ਅਸੀਂ ਡਾਲਰ ਕਮਾਉਂਦੇ ਹਾਂ ਉੱਥੇ ਜਾਂ ਪਾਉਂਡ ਕਮਾਉਂਦੇ ਹਾਂ, ਇਹਦੇ ਵਿੱਚ ਸਾਨੂੰ ਕਿੰਨੀ ਮਿਹਨਤ ਕਰਨੀ ਪੈਂਦੀ ਹੈ, ਇਹ ਨਹੀਂ ਦੱਸਦੇ ਉੱਥੇ, ਬਿਲਕੁਲ ਨਹੀਂ ਦੱਸਦੇ। ਉਹ ਵਿਚਾਰਿਆਂ 'ਚ ਨਾ ਉਹ ਸੁਪਨੇ ਜਿਹੇ ਬਣਾ ਲੈਂਦੇ ਨੇ ਕਿ ਜੇ ਅਸੀਂ ਉੱਥੇ ਚਲੇ ਜਾਈਏ ਸਾਡੇ ਕੋਲ ਵੀ ਇੰਨੇ ਪੈਸੇ ਹੋਣਗੇ, ਵੱਡੀਆਂ ਵੱਡੀਆਂ ਕਾਰਾਂ ਹੋਣਗੀਆਂ, ਵੱਡੇ ਵੱਡੇ ਘਰ ਹੋਣਗੇ, ਤੇ ਗੋਰੀਆਂ ਮੇਮਾਂ ਦੇਖਣ ਨੂੰ ਹੋਣਗੀਆਂ। ਇਹ ਗੱਲਾਂ ਵੀ ਹੁੰਦੀਆਂ ਨੇ। ਤੇ ਜਦੋਂ ਇੱਥੇ ਆ ਜਾਂਦੇ ਨਾ, ਜਦੋਂ ਉਹਨਾਂ ਨੂੰ ਨੌਕਰੀ ਨਹੀਂ ਮਿਲਦੀ, ਫਿਰ ਜਦੋਂ ਉਹਨਾਂ ਨੂੰ ਕੋਈ ਰੋਜ਼ੀ ਵਾਸਤੇ ਕੋਈ ਵਸੀਲਾ ਨਹੀਂ ਲੱਭਦਾ, ਔਰ ਬੜੇ ਗੈਰ ਮਨੁੱਖੀ ਜੇ ਜਦੋਂ ਉਹਨਾਂ ਨੂੰ ਕੰਮ ਕਰਨੇ ਪੈਂਦੇ ਨੇ ਨਾ, ਫਿਰ ਉਹਨਾਂ ਦੇ ਵਿਚਾਰਿਆਂ ਦੇ ਸੁਪਨੇ ਤਿਲਕਦੇ ਨੇ, ਟੁੱਟਦੇ ਨੇ, ਫਿਰ ਉਹਨਾਂ ਨੂੰ ਬਹੁਤ ਉਦਾਸੀ, ਨਮੋਸ਼ੀ ਹੁੰਦੀ ਹੈ। ਸਾਡੇ ਦੇਸ਼ ਵਿੱਚ, ਸਾਡੇ ਪੰਜਾਬ ਵਿੱਚ ਬੜਾ ਕੁਛ ਹੈ,
ਔਰ ਇਹੀ ਜਿਹੜਾ ਇੱਥੋਂ ਦਾ ਜਿਹੜਾ ਡਿਸਪਲਿਨ ਆ, ਜੇ ਜਾ ਕੇ ਉੱਥੇ ਜਾ ਕੇ ਇਸ ਗੱਲਾਂ ਦਾ, ਇਹ ਵਧੀਆ ਗੱਲਾਂ ਦਾ, ਇਮਾਨਦਾਰੀ ਦਾ, ਦਿਆਨਦਾਰੀ ਦਾ, ਕੰਮ ਕਰਨ ਦਾ, ਡਿਗਨਿਟੀ ਆਫ ਲੇਬਰ ਦਾ, ਇਹ ਸੁਨੇਹਾ ਜਾ ਕੇ ਉਹਨਾਂ ਲੋਕਾਂ ਨੂੰ ਦੇਣ ਕਿ ਭਾਈ ਕੰਮ ਕਰਨਾ ਬਹੁਤ ਜ਼ਰੂਰੀ ਹੈ। ਕਿਸੇ ਵੀ ਕਿਸਮ ਦਾ ਕੰਮ ਹੋਵੇ ਉਹ ਕਰਨਾ ਕੋਈ ਹੇਠੀ ਨਹੀਂ ਹੁੰਦੀ, ਕੰਮ ਕਰਨਾ ਬਹੁਤ ਜ਼ਰੂਰੀ ਹੈ। ਇੱਦਾਂ ਦਾ ਸੁਨੇਹਾ ਜੇ ਉੱਥੇ ਦੇਣ, ਉਹਨਾਂ ਨੂੰ ਦੱਸਣ ਕਿ ਇੱਦਾਂ ਦੀ ਉੱਥੇ ਦੀ ਜ਼ਿੰਦਗੀ ਖੁਸ਼ਹਾਲ ਤਾਂ ਬਣਦੀ ਹੈ ਜੇ ਤੁਸੀਂ ਕੰਮ ਕਰੋਗੇ, ਤਾਂ ਕੋਈ ਗੱਲ ਬਣ ਸਕਦੀ ਹੈ। ਸੁਨੇਹੇ ਤਾਂ ਮੇਰੇ ਖਿਆਲ ਬਹੁਤ ਜਾਂਦੇ, ਕਿ ਅੱਗੇ ਵੀ ਕਾਫੀ ਆਪਣੇ ਕੋਲ ਲੋਕ ਉੱਥੇ ਪੰਜਾਬ ਤੋਂ ਆਉਂਦੇ ਆ, ਰੋਬੜੀਆਂ ਇਹਦੇ ਬਾਰੇ ਗੱਲਾਂ ਹੁੰਦੀਆਂ ਆ। ਪਰ ਉੱਥੇ ਜਿਸ ਤਰ੍ਹਾਂ ਤੁਸੀਂ ਇੱਕ ਤਾਂ ਡਿਗਨਿਟੀ ਆਫ ਲੇਬਰ ਦੀ ਗੱਲ ਕੀਤੀ ਹੈ, ਇੱਕ ਜਿਹੜੀ ਹੇਠੀ ਦੀ ਤੁਸੀਂ ਗੱਲ ਕੀਤੀ ਹੈ, ਉਹ ਉੱਥੇ ਬਹੁਤ ਜ਼ਿਆਦਾ ਜਿੱਦਾਂ ਵੀ ਦੱਸਿਆ ਗਿਆ ਕਿ ਹੈਗੀ, ਕਿਉਂਕਿ ਉੱਥੇ ਛੋਟਾ ਵੱਡਾ ਕੰਮ ਵੀ ਕੋਈ ਹੱਥੀਂ ਕਰਕੇ ਨਹੀਂ ਰਾਜੀ, ਇੱਥੇ ਆ ਕੇ ਛੋਟਾ ਤੋਂ ਛੋਟਾ ਕੰਮ ਕਰਕੇ ਰਾਜੀ ਹੈ। ਬਿਲਕੁਲ, ਇੱਥੇ ਕੰਮ ਕਰਨਾ ਪੈਂਦਾ, ਕੰਮ ਕਰਨਾ ਜ਼ਰੂਰੀ ਹੈ ਜੀ। ਇਹਦਾ ਕਾਰਨ ਤੁਹਾਨੂੰ ਉੱਥੇ ਕੀ ਲੱਗਦਾ? ਕਿਉਂਕਿ ਉੱਥੇ ਬਚਪਨ ਤੋਂ ਹੀ ਸੋਚ ਐਸੀ ਪਾਈ ਜਾਂਦੀ ਕਿ ਤੂੰ ਇਸ ਚੀਜ਼ ਨੂੰ ਨਹੀਂ ਹੱਥ ਲਾਣਾ, ਆਪਣਾ ਗਲਾਸ ਨਹੀਂ ਚੱਕਣਾ, ਆਪਣੇ ਜੂਠੇ ਭਾਂਡੇ ਨਹੀਂ ਚੱਕਣੇ। ਇੱਥੇ ਸਾਰਾ ਕੁਝ ਹੀ ਤੁਸੀਂ ਆਪ, ਉਹ ਸਾਡੇ ਸੰਸਕਾਰ ਹੀ ਉੱਥੇ ਇਦਾਂ ਦੇ ਨੇ। ਔਰ ਜਿਹੜਾ ਸਾਡਾ ਮਾਹੌਲ ਆ, ਸਾਡਾ ਜਿਹੜਾ ਆਲਾ ਦੁਆਲਾ, ਸਾਡੇ ਜਿਹੜੇ ਪੇਰੈਂਟਸ ਨੇ, ਸਾਡੇ ਜਿਹੜੇ ਅਧਿਆਪਕ ਨੇ, ਸਾਨੂੰ ਜਿਹੜੇ ਰਹਿਨੁਮਾਈ ਕਰਨ ਵਾਲੇ ਨੇ ਸਮਾਜਿਕ ਖੇਤਰ ਵਿੱਚ, ਧਾਰਮਿਕ ਖੇਤਰ ਵਿੱਚ, ਉਹ ਸਾਰੇ ਸਾਨੂੰ ਉੱਥੇ ਕਰਾਇਆ ਜਾਂਦਾ ਵੀ ਆਹ ਛੋਟੇ ਵੱਡਿਆਂ ਦਾ ਕੰਮ ਹੈ, ਆਹ ਵੱਡੇ ਬੰਦਿਆਂ ਦਾ ਕੰਮ ਹੈ, ਆਹ ਜਿਹੜੇ ਕੰਮ ਕਰਨਗੇ ਉਹ ਇੱਜ਼ਤਦਾਰ ਹੋਣਗੇ, ਆਹ ਜਿਹੜਾ ਕੰਮ ਕਰਨਗੇ ਉਹਨਾਂ ਦੀ ਕੋਈ ਇੱਜ਼ਤ ਨਹੀਂ ਹੁੰਦੀ। ਜਿਹੜੀਆਂ ਇੱਦਾਂ ਦੇ ਨੇ ਨਾ ਪਾੜੇ ਨੇ, ਜਿਹੜੇ ਇੱਦਾਂ ਦੇ ਭੇਦਭਾਵ ਨੇ, ਇਹ ਸਾਨੂੰ ਉੱਥੇ ਸੰਸਕਾਰਾਂ ਵਿੱਚ ਦੱਸੇ ਜਾਂਦੇ ਨੇ। ਅਸੀਂ ਉਹੀ ਲੈ ਕੇ ਇੱਥੇ ਆ ਜਾਂਦੇ ਹਾਂ, ਤੇ ਜਦੋਂ ਇੱਥੇ ਆ ਕੇ ਉਹ ਫਿਰ ਜਿਹੜੇ ਨਾ ਭਰਮ ਭੁਲੇਖੇ ਟੁੱਟਦੇ ਨੇ, ਉਹ ਜਿਹੜੀ ਸਾਡੀ ਮਾਨਸਿਕ ਅਵਸਥਾ ਹੁੰਦੀ ਹੈ ਨਾ, ਉਹ ਬਹੁਤ ਭੈੜੀ ਹੁੰਦੀ। ਸੋ ਇਹਦੇ ਵਿੱਚ ਇੱਕ ਲਿਖਾਰੀ ਕੀ ਰੋਲ ਨਿਭਾ ਸਕਦਾ ਹੈ? ਇਹਦੇ ਚ ਲਿਖਾਰੀ ਬਹੁਤ ਵਧੀਆ ਰੋਲ ਅਦਾ ਕਰ ਸਕਦਾ, ਬਹੁਤ ਵਧੀਆ ਆਰਟੀਕਲ ਲਿਖਣੇ ਇਸ ਕਿਸਮ ਦੇ। ਉੱਥੇ ਦੇ ਜਿਵੇਂ ਨਾ ਉੱਥੇ ਦੇ ਜਿਹੜੇ ਲੇਖਕ ਨੇ ਆਪਣੇ ਇੱਥੇ ਦੇ ਮੈਗਜ਼ੀਨਾਂ ਵਿੱਚ ਲਿਖਾ ਕੇ ਖੁਸ਼ ਹੁੰਦੇ ਨੇ, ਛਪ ਕੇ ਖੁਸ਼ ਹੁੰਦੇ ਨੇ। ਇੱਥੋਂ ਇੱਦਾਂ ਦੀ ਜਿਹੜੀ, ਜਿਸ ਤਰ੍ਹਾਂ ਮੈਂ ਮਿਸਾਲ ਨਾ ਹਮੇਸ਼ਾ ਗੁਰਬਖਸ਼ ਸਿੰਘ ਪ੍ਰੀਤਲੜੀ ਦੀ ਦਿੰਦਾ ਹੁੰਦਾ। ਗੁਰਬਖਸ਼ ਸਿੰਘ ਪ੍ਰੀਤਲੜੀ ਜਦ ਇੱਥੋਂ ਆਏ, ਕਿਤੇ ਤੋਂ ਇੰਜੀਨੀਅਰ ਸੀਗੇ ਉਹ, ਇੱਥੋਂ ਦੀ ਜਿਹੜੀ ਖੁਸ਼ਹਾਲ ਜ਼ਿੰਦਗੀ ਲੋਕਾਂ ਨੂੰ ਜਿਉਂਦੇ ਉਹਨਾਂ ਨੇ ਵੇਖਿਆ। ਮਿਸ਼ੀਗਨ ਵਿੱਚ ਆਏ ਸੀਗੇ ਉਹ, ਤਾਂ ਇੱਥੇ ਇੱਕ ਸੁਪਨਾ ਲੈ ਕੇ ਗਏ ਸੀ ਕਿ ਮੈਂ ਉੱਥੇ ਇੱਦਾਂ ਦਾ ਜਾ ਕੇ ਸੰਸਾਰ ਰਚਾਂ, ਇੱਦਾਂ ਦਾ ਇੱਕ ਮਾਹੌਲ ਕ੍ਰੀਏਟ ਕਰਾਂ ਆਪਣੀ ਲੇਖਣੀ ਦੇ ਥਰੂ, ਆਪਣੇ ਆਰਟੀਕਲਾਂ ਦੇ ਥਰੂ, ਤੇ ਆਪਣਾ ਕੋਈ ਇੱਦਾਂ ਦਾ ਰਸਾਲਾ ਕੱਢਾਂ, ਉੱਦਾਂ ਦਾ ਆਪਣੇ ਆਲੇ ਦੁਆਲੇ ਲੋਕ ਇਕੱਠੇ ਕਰਾਂ, ਉਹਨਾਂ ਲੋਕਾਂ ਨੂੰ ਇੱਥੋਂ ਦੀ ਖੁਸ਼ਹਾਲ ਜ਼ਿੰਦਗੀ ਬਾਰੇ ਦੱਸਾਂ, ਤੇ ਵੀ ਇੱਦਾਂ ਦਾ ਮਾਹੌਲ ਕ੍ਰੀਏਟ ਕਰਾਂ। ਔਰ ਉਹਦੇ ਵਿੱਚ ਉਹ ਕਾਮਯਾਬ ਵੀ ਹੋਏ। ਵੀ ਜਿਹੜਾ ਬੰਦਾ ਇੱਥੇ ਆਉਂਦਾ, ਜਿਹੜਾ ਬੰਦਾ ਇੱਥੋਂ ਦੀ ਇਹ ਕੰਮ ਕਰਨ ਵਾਲਾ ਜਿਹੜਾ ਮਾਹੌਲ ਹੈ, ਵੀ ਹਰ ਚੀਜ਼ ਜਿਹੜੀ ਹਾਸਲ ਕੀਤੀ ਜਾਂਦੀ ਹੈ ਕੰਮ ਕਰਕੇ, ਮਿਹਨਤ ਕਰਕੇ, ਮੁਸ਼ੱਕਤ ਕਰਕੇ ਕੀਤੀ ਜਾਂਦੀ ਹੈ, ਇਸ ਕਿਸਮ ਦਾ ਜਿਹੜਾ ਸੁਨੇਹਾ ਜੇ ਆਪਣੇ ਲੋਕਾਂ ਨੂੰ ਦੇਣ ਨਾ ਉੱਥੇ, ਤਾਂ ਤਦੇ ਫਾਇਦਾ। ਤਦੇ ਉਹ ਲੋਕ, ਮੇਰਾ ਖਿਆਲ ਸ਼ਾਇਦ ਇੱਥੇ ਆਉਣ ਤੋਂ ਪਹਿਲਾਂ ਮਾਨਸਿਕ ਤੌਰ ਤੇ ਉਹ ਤਿਆਰ ਹੋ ਕੇ ਆਉਣ, ਤੇ ਇੱਥੋਂ ਜਦੋਂ ਜਾਣ, ਹੋ ਸਕਦਾ ਬਹੁਤ ਬੰਦੇ ਜਿਹੜੀ ਇੱਥੇ ਮਿਹਨਤ ਮੁਸ਼ੱਕਤ ਕਰਨੀ ਪੈਂਦੀ ਹੈ, ਉਸ ਕਿਸਮ ਦੀ ਮਿਹਨਤ ਮੁਸ਼ੱਕਤ ਜੇ ਉੱਥੇ ਕਰ ਲੈਣ, ਉਹੀ ਵਸੀਲੇ ਉੱਥੇ ਵੀ ਹਾਸਲ ਕਰ ਸਕਦੇ ਨੇ। ਉਹ ਉੱਥੇ ਕਰ ਸਕਦੇ ਨੇ, ਇੱਦਾਂ ਦਾ ਮਾਹੌਲ ਕ੍ਰੀਏਟ ਕਰ ਸਕਦੇ ਨੇ, ਪਰ ਉਹਨਾਂ ਨੂੰ ਇੱਦਾਂ ਦਾ ਸਬਕ ਦੇਣ ਵਾਲਾ ਕੋਈ ਨਹੀਂ, ਇੱਦਾਂ ਦਾ ਕਨਵੇ ਕਰਨ ਵਾਲਾ ਕੋਈ ਨਹੀਂ। ਇਸ ਪੱਖ ਤੋਂ ਨਾ ਇਹ ਬੰਦੇ ਬਹੁਤ ਰੋਲ ਅਦਾ ਕਰ ਸਕਦੇ ਨੇ। ਤੇ ਮੈਂ, ਜੇ ਮੇਰੀ ਗੱਲ ਜਿਹੜੇ ਕੋਈ ਬੰਦਾ ਕੋਈ ਸੁਣਦਾ ਵੀ ਹੋਵੇ, ਤੇ ਇਹ ਗੱਲ ਜੇ ਆਪਣੇ ਉਹਨਾਂ ਪੰਜਾਬ ਵਿੱਚ ਰਹਿੰਦੇ ਬੰਦਿਆਂ ਨੂੰ ਕਨਵੇ ਕਰ ਸਕਾਂ। ਹੁਣ ਤਾਂ ਪਹਿਲਾਂ ਕੋਈ ਸਮਾਂ ਸੀ ਇਕੱਲੇ ਦੁਆਬੇ ਵਾਲੇ ਬੰਦੇ ਜ਼ਿਆਦਾ ਆਉਂਦੇ ਸੀ ਇੱਧਰ, ਕਿਉਂਕਿ ਉੱਥੇ ਜ਼ਮੀਨਾਂ ਘੱਟ ਸੀਗੀਆਂ। ਹੁਣ ਤਾਂ ਜਿਹੜੇ ਵੱਡੇ ਵੱਡੇ ਜ਼ਮੀਨਾਂ ਵਾਲੇ ਬੰਦੇ ਨੇ ਮਾਲਵੇ ਦੇ ਵਿੱਚ, ਜਾਂ ਹੋਰ ਜਿਹੜੇ ਖਿੱਤੇ ਨੇ ਪੰਜਾਬ ਦੇ, ਉਹ ਸਾਰੇ ਬੰਦੇ ਇੱਧਰ ਨੂੰ ਆਉਣ ਲੱਗ ਗਏ। ਔਰ ਤੁਸੀਂ ਦੇਖੋਗੇ ਕਿ ਵੀ ਬਹੁਤ ਜਿਹੜੀਆਂ ਚੀਜ਼ਾਂ ਨੇ ਨਾ, ਉਹ ਪੰਜਾਬ ਦੇ ਵਿੱਚ ਇੱਦਾਂ ਦੀਆਂ ਬਣਨ ਲੱਗ ਗਈਆਂ ਕਿ ਕਈ ਵਾਰੀ ਜਿਹੜੇ ਇੱਧਰੋਂ ਬੰਦੇ ਜਾਂਦੇ ਨੇ ਨਾ, ਜ਼ਿਆਦਾ ਖਰੀਦੋ ਫਰੋਖਤ ਉੱਥੋਂ ਕਰਕੇ ਲੈ ਕੇ ਆਉਂਦੇ ਨੇ। ਖਾਸ ਕਰਕੇ ਜਿਹੜੇ ਕਾਟਨ ਦੇ ਕੱਪੜੇ ਨੇ, ਜਾਂ ਹੋਰ ਜਿਹੜਾ ਘਰ ਦਾ ਰਸੋਈ ਦਾ ਜਿਹੜਾ ਸਮਾਨ ਹੈ, ਉਹ ਸਾਰੇ ਵੱਡੇ ਵੱਡੇ ਜਿਹੜੇ ਟੈਚੀ ਨਾਲ ਫੁੱਲ ਕਰਕੇ ਉੱਥੋਂ ਲੈ ਕੇ ਆਉਂਦੇ ਨੇ। ਉੱਥੇ ਸਾਰਾ ਕੁਝ ਮਿਲਦਾ ਹੈ ਤੇ ਸਾਰਾ ਕੁਝ ਬਣਦਾ ਉੱਥੇ। ਪਰ ਜਿਹੜਾ ਉਹ ਪਹਿਲਾਂ ਜਿਹੜਾ ਇੱਕ ਵਹਿਮ ਜਿਹਾ ਪਿਆ ਸੀ ਵੀ ਮੇਡ ਇਨ ਇੰਗਲੈਂਡ, ਮੇਡ ਇਨ USA, ਮੇਡ ਇਨ ਕੈਨੇਡਾ, ਉਹ ਜਿਹੜੇ ਵਿਚਾਰ ਜੇ ਟੁੱਟਦੇ ਇਸ ਕਰਕੇ ਟੁੱਟਦੇ ਨੇ ਕਿ ਉਹ ਜਿਹੜੀ ਆਵਾਜਾਈ ਇੰਨੀ ਹੋ ਗਈ ਨਾ, ਉੱਧਰਲੇ ਲੋਕ ਇੱਧਰ ਆਉਣ ਲੱਗੇ ਤੇ ਇੱਧਰਲੇ ਲੋਕ ਉੱਧਰ ਜਾਣ ਲੱਗੇ। ਪਹਿਲਾਂ ਤਾਂ ਲੋਕੀ 10-10 ਸਾਲ ਨਹੀਂ ਸੀ ਇੱਥੋਂ ਜਾਂਦੇ ਨਹੀਂ ਸੀ, ਹੁਣ ਤਾਂ ਸਾਲ 3-3 ਕਿਹੜੇ ਮਾਰੇ ਹੁੰਦੇ। ਔਰ ਜਿਹੜੇ ਆ ਟੈਕਨੋਲੋਜੀ ਕਰਕੇ ਸੰਚਾਰ ਸਾਧਨ ਨੇ ਨੇੜੇ ਹੋ ਗਏ, ਇਹਦੇ ਨਾਲ ਦੁਨੀਆ ਕਿੱਥੇ ਦਾ ਸੀ ਸਾਲ ਦੇ ਵਿੱਚ
ਇੱਕ ਵਾਰੀ ਫੋਨ ਕਰਦੇ ਸੀ, ਬਾਹਰ ਆ ਕੇ ਲਾਈਨ 'ਚ ਲੱਗਣਾ ਪੈਂਦਾ ਸੀ ਜਦੋਂ ਅਸੀਂ ਉਦੋਂ ਮਹਿੰਗੇ ਵੀ ਬਹੁਤ ਹੁੰਦੇ ਸੀ। ਹਾਂਜੀ ਹਾਂਜੀ ਬਿਲਕੁਲ। ਹੁਣ ਤਾਂ ਅਸੀਂ ਉੱਥੇ ਲੋਕਲ ਟੈਲੀਫੋਨ ਕਰਦੇ ਹਾਂ, ਅਮਰੀਕਾ ਕੈਨੇਡਾ ਬਹੁਤਾ ਕਰ ਲੈਂਦੇ ਹਾਂ, ਜਾਂ ਸਾਡੇ ਦੋਸਤ ਮਿੱਤਰ ਸਾਨੂੰ ਉੱਥੇ ਬਹੁਤਾ ਕਰ ਲੈਂਦੇ ਨੇ। ਸੋ ਇਸ ਕਰਕੇ ਵੀ ਜਿਹੜੇ ਇੱਥੋਂ ਦੇ ਜਿਹੜਾ ਸਮਾਜਿਕ ਜਿਹੜੀ ਅਵਸਥਾ ਹੈ ਨਾ, ਜਾਂ ਜਿਹੜਾ ਇੱਥੇ ਕਾਰ ਵਿਹਾਰ ਦਾ ਢੰਗ ਹੈ, ਇੱਥੋਂ ਦੇ ਲੋਕਾਂ ਨੂੰ ਉਹਨਾਂ ਨੂੰ ਕਨਵੇ ਕਰਨਾ ਚਾਹੀਦਾ ਤਾਂ ਕਿ ਉਹ ਪਹਿਲਾਂ ਮੈਂਟਲੀ ਪ੍ਰੀਪੇਅਰ ਹੋ ਕੇ ਆਉਣ। ਬਿਲਕੁਲ ਜੀ, ਬਹੁਤ ਸ਼ੁਕਰੀਆ। ਤੇ ਅੱਗੇ ਪੰਜਾਬੀਆਂ 'ਚ ਖਾਸ ਕਰ ਮੰਨਿਆ ਜਾਂਦਾ ਸੀ ਕਿ 50 ਸਾਲ ਦੀ ਜਦੋਂ ਉਮਰ ਹੋ ਗਈ ਤਾਂ ਅਗਲਾ ਕਹਿੰਦਾ ਸੀ ਵੀ ਹੁਣ ਤੁਸੀਂ ਰਾਮ ਨਾਮ ਜਪੋ ਬਸ। ਬੁੜੇ ਹੋ ਗਏ ਬੁੜੇ ਹੋ ਗਏ। ਤੇ ਇੱਥੇ ਆਪਾਂ ਦੇਖਦੇ ਹਾਂ ਸ਼ੁਰੂ ਤੋਂ ਕਿ ਇੱਥੇ ਇੱਕ ਵਰਡ ਯੂਜ਼ ਕੀਤਾ ਜਾਂਦਾ ਕਿ ਲਾਈਫ ਲੌਂਗ ਲਰਨਿੰਗ, ਵੀ ਸਾਰੀ ਉਮਰ ਇਨਸਾਨ ਸਿੱਖਦਾ ਰਹਿੰਦਾ ਹੈ, ਵੀ ਕਦੇ ਵੀ ਇਹ ਟੂ ਲੇਟ ਨਹੀਂ ਹੁੰਦਾ ਕਿ ਤੁਸੀਂ ਕੁਝ ਸਿੱਖਣਾ ਹੋਵੇ ਜਾਂ ਕੁਝ ਪੜ੍ਹਨਾ ਹੋਵੇ। ਕਿ ਅੱਜ ਆਪਣੇ ਪੰਜਾਬੀਆਂ 'ਚ ਇਹ ਫਿਤਰਤ ਬਦਲੀ ਹੈ ਕਿ ਨਹੀਂ? ਨਹੀਂ, ਦੇਖੋ ਨਾ, ਇੱਥੋਂ ਦਾ ਜਿਹੜਾ ਨਾ ਰਹਿਣ ਸਹਿਣ ਦਾ ਜਿਹੜਾ ਢੰਗ ਹੈ, ਸਾਡੇ ਦਾ ਤੁਸੀਂ ਕੋਈ ਚੀਜ਼ ਉੱਥੇ ਲੈ ਲਓ ਨਾ, ਹਰੇਕ ਚੀਜ਼ ਦੇ ਵਿੱਚ ਮਿਲਾਵਟ ਹੈ। ਔਰ ਜਦੋਂ ਵੀ ਕੋਈ ਬੰਦਾ ਕਾਰੋਬਾਰ ਕਰਦਾ, ਖਾਸ ਕਰਕੇ ਆ ਖਾਣ ਪੀਣ ਦੇ ਮਾਮਲੇ ਵਿੱਚ, ਕਾਰੋਬਾਰ ਕਰਨ ਵਾਲਾ ਪਹਿਲਾਂ ਇਹ ਸੋਚਦਾ ਕਿ ਮੈਂ ਇਹਦੇ ਵਿੱਚ ਕਿਹੜੀ ਚੀਜ਼ ਦੀ ਮਿਲਾਵਟ ਕਰ ਸਕਦਾ ਤੇ ਮਿਲਾਵਟ ਕਰਕੇ ਮੈਨੂੰ ਕੀ ਫਾਇਦਾ ਹੋ ਸਕਦਾ। ਉਹ ਇਸ ਕਿਸਮ ਦੇ ਫਾਇਦੇ ਜਿਹੜੇ ਉਹਨਾਂ ਵੱਲ ਜ਼ਿਆਦਾ ਜਾਂਦਾ। ਤੇ ਇੱਥੋਂ ਤਾਂ ਇੱਦਾਂ ਦੀ ਗੱਲ ਬਿਲਕੁਲ ਨਹੀਂ ਹੈਗੀ। ਇਸ ਕਰਕੇ ਇੱਥੋਂ ਦੇ ਲੋਕਾਂ ਦੀ ਜਿਹੜੀ ਉਮਰ ਹੈ ਉਹ ਜ਼ਿਆਦਾ ਲੰਬੀ ਹੁੰਦੀ ਹੈ ਜੀ। ਤੇ ਉੱਥੇ ਤਾਂ ਸਾਈਕੋਲੋਜੀਕਲੀ, ਮਨੋਵਿਗਿਆਨਕ ਤੌਰ ਤੇ ਲੋਕੀ 50 ਸਾਲ ਦੀ ਮੈਂ ਬੁੱਢਾ ਹੋ ਗਿਆ ਜੀ ਹੁਣ। ਇੱਥੇ ਬੰਦਾ 80 ਸਾਲ ਦਾ ਬੰਦਾ ਵੀ ਕਹਿੰਦਾ ਮੈਂ ਜਵਾਨ ਹਾਂ। ਹਾਂਜੀ, ਕਿਉਂਕਿ ਉਹ ਤੁਰਦੇ ਫਿਰਦੇ ਆਪਣੀ ਦੇਖਭਾਲ ਆਪਣੀ ਆਪ ਕਰਦੇ ਨੇ। ਸਾਡੇ ਘਰ ਦੇ ਵਿੱਚ ਜਦੋਂ ਕਿ ਨੂੰਹ ਆ ਜਾਂਦੀ ਜਾਂ ਕੋਈ ਬੱਚਾ ਛੋਟਾ ਆ ਜਾਂਦਾ ਤਾਂ ਕਹਿੰਦੇ ਕਿ ਬਜ਼ੁਰਗਾਂ ਨੇ ਹੁਣ ਬੈਠ ਜਾਣਾ, ਤਾਂ ਜਿਹੜੀ ਅੱਗੇ ਪੀੜ੍ਹੀ ਹੈ ਉਹ ਹੁਣ ਸਾਰਾ ਕੁਝ ਕਰੇ। ਇੱਥੇ ਹਰ ਕੋਈ ਆਪਣਾ ਦੇਖੋ, ਉੱਥੇ ਤਾਂ ਘਰ ਵਿੱਚ ਜਿਹੜੇ ਘਰ ਵਿੱਚ ਵੀ ਤੁਹਾਨੂੰ ਨੌਕਰ ਮਿਲਦੇ ਨੇ, ਛੋਟਾ ਭਰਾ, ਤੁਹਾਡੀ ਨੂੰਹ, ਤੁਹਾਡਾ ਹੋਰ ਜਿਹੜੇ ਰਿਸ਼ਤੇ ਵਿੱਚ ਛੋਟੇ ਲੱਗਦੇ ਨੇ, ਸਾਰੇ ਕੋਈ ਚੀਜ਼ ਵੀ ਜਿਹੜੀ ਚੱਕਣੀ ਹੋਵੇ, ਆਹ ਦੇ ਮੈਨੂੰ ਫੜਾ, ਆਹ ਮੈਨੂੰ ਦੇ ਚੀਜ਼ ਦੇ। ਇਸ ਕਿਸਮ ਦੀਆਂ ਜਿਹੜੀਆਂ ਗੱਲਾਂ ਨੇ ਉਹ ਦੂਜਿਆਂ ਤੇ ਨਿਰਭਰ ਰਹਿਣ ਦੀ ਜਿਹੜੀ ਸਾਨੂੰ ਆਦਤ ਪੈ ਚੁੱਕੀ ਹੈ ਨਾ, ਜਦੋਂ ਤੱਕ ਸਾਡੀ ਉਹ ਨਹੀਂ ਖਤਮ ਹੁੰਦੀ ਨਾ। ਹੁਣ ਇੱਥੇ ਤੁਸੀਂ ਉੱਥੇ ਹੈਰਾਨ ਹੋਵੋਗੇ, ਮੈਨੂੰ ਕਈ ਵਾਰ ਇੰਨਾ ਬੁਰਾ ਲੱਗਦਾ ਕਿ ਅਸੀਂ ਲੋਕਾਂ ਦੇ ਘਰ ਜਦੋਂ ਰੋਟੀ ਖਾਣ ਜਾਂਦੇ ਹਾਂ ਨਾ, ਇੰਨਾ ਕੁਛ ਭਰ ਲੈਂਦੇ ਹਾਂ, ਉਹ ਪਲੇਟਾਂ ਆਪਣੀਆਂ ਭਰ ਲੈਂਦੇ ਹਾਂ, ਜੋ ਜਿਹੜਾ ਅੱਧਾ ਛੱਡ ਦਿੰਦੇ ਆ ਨਾ, ਉਹ ਛੱਡ ਕੇ ਉਹ ਉੱਠ ਖੜਦੇ। ਤੇ ਇੱਥੇ ਜਿਹੜੇ ਨੇ ਬੰਦੇ ਆਪਣੇ ਕਿਚਨ ਸਮਾਨ ਚੱਕਦਾ, ਕਿਚਨ ਦੇ ਵਿੱਚ ਬਰਤਨ ਨਾਲ ਆਪ ਲੈ ਕੇ ਜਾਂਦਾ, ਆਪਣੇ ਬਰਤਨ ਆਪ ਸਾਫ਼ ਕਰਦਾ, ਜਾਂ ਘਰ ਦੀ ਜਿਹੜੀ ਸੁਆਣੀ ਆ ਉਹਦੇ ਨਾਲ ਬਰਤਨ ਸਾਫ਼ ਕਰਾਉਂਦਾ, ਉਹਦੇ ਨਾਲ ਕੱਪੜੇ ਧੋਂਦਾ, ਉਹਦੇ ਨਾਲ ਜਿਹੜੀ ਹੋਰ ਘਰ ਦੀ ਜਿਹੜੀ ਸਫਾਈ ਆ ਉਹਦੇ ਵਿੱਚ ਭਾਈਵਾਲ ਬਣਦਾ। ਉੱਥੇ ਤਾਂ ਉਹ ਕਹਿੰਦੇ ਵੀ ਨਾ, ਸਾਡਾ ਕੰਮ ਨਹੀਂ, ਇਹ ਤਾਂ ਘਰ ਵਾਲੀ ਦੇ ਕੰਮ, ਸਾਰੇ ਕੱਪੜੇ ਵੀ ਉਹਨੇ ਧੋਣੇ ਨੇ, ਕਿਚਨ ਦਾ ਜਿਹੜਾ ਭਾਂਡੇ ਵਗੈਰਾ ਸਾਫ਼ ਕਰਨੇ ਨੇ ਉਹ ਵੀ ਉਹਨੇ ਕਰਨੇ ਨੇ, ਰੋਟੀ ਵੀ ਇਹਨੇ ਬਣਾਉਣੀ ਹੈ। ਇਹ ਜਿਹੜਾ ਇੱਥੇ ਨਾ ਰਲ ਮਿਲ ਕੇ ਕੰਮ ਕਰਨ ਦੀ ਜਿਹੜੀ ਅਵਸਥਾ ਨਾ, ਜੇ ਇਸ ਕਿਸਮ ਦੀਆਂ ਗੱਲਾਂ ਉੱਥੇ ਹੋ ਜਾਣ ਤਾਂ ਉਮਰ ਦਰਾਜ਼ ਹੋ ਸਕਦੀ ਹੈ, ਉਮਰ ਲੰਬੀ ਹੋ ਸਕਦੀ ਹੈ। ਹੁਣ ਕੁਝ ਚੇਂਜ ਆਇਆ ਤੁਹਾਨੂੰ ਲੱਗਦਾ ਹੈ ਕਿ ਨੌਕਰੀ ਪੇਸ਼ਾ ਵਾਲਿਆਂ 'ਚ ਇਹ ਚੀਜ਼ ਦੇਖੀ ਗਈ ਹੈ ਜਿਹੜੀ ਬਹੁਤ ਚੇਂਜ ਆਈ ਹੈ। ਉਹ ਸਿਰਫ ਚੇਂਜ ਇਸੇ ਕਰਕੇ ਹੋਈ ਹੈ, ਇਹ ਜਿਹੜਾ ਨਾ ਵਿਸ਼ਵੀਕਰਨ ਦੇ ਨਾਲ ਜਿਹੜਾ ਸੰਚਾਰ ਸਾਧਨਾ ਕਰਕੇ ਹੋਇਆ ਨਾ, ਇਹ ਜਿਹੜਾ ਨਾ ਗੱਲਾਂ ਬਾਤਾਂ ਕਰਨ ਦਾ ਜਾਂ ਵਿਚਾਰਾਂ ਦਾ ਜਿਹੜਾ ਆਦਾਨ ਪ੍ਰਦਾਨ ਹੈ, TV ਰਾਹੀਂ ਹੁੰਦਾ, ਇਹਨਾਂ ਰਾਹੀਂ ਟੈਲੀਫੋਨ ਰਾਹੀਂ ਹੁੰਦਾ, ਤੇ ਹੋਰ ਲੋਕ ਆਉਂਦੇ ਜਾਂਦੇ ਵੀ ਨੇ, ਉਹਦੇ ਨਾਲ ਬਹੁਤ ਜ਼ਿਆਦਾ ਇਸ ਗੱਲਾਂ 'ਚ ਇਨਕਲਾਬ ਆਇਆ। ਤੇ ਲੋਕ ਹੁਣ ਇੰਨੇ ਬਹੁਤੇ ਨਾ, ਜੇ ਕੋਈ ਆਉਣ ਦੀ ਜੇ ਕਿਸੇ ਦੀ ਲਾਲਸਾ ਹੈ ਵੀ ਨਾ, ਤਾਂ ਕੋਈ ਬਿਨਾਂ ਹੁਣ ਚੰਗੇ ਪੈਰਾਂ 'ਤੇ ਜਿਵੇਂ ਖੜਾ ਕੋਈ ਜਾ ਕੇ ਮੈਂ ਆਹ ਵਪਾਰ ਕਰਨਾ, ਕਈ ਵਾਰੀ ਉੱਥੇ ਲੋਕਾਂ ਨੂੰ ਪਤਾ ਲੱਗ ਜਾਂਦਾ ਵੀ ਮੈਂ ਜਾਵਾਂਗਾ ਉੱਥੇ, ਜੇ ਆਹ ਵਪਾਰ ਕਰਾਂਗਾ ਇਹਦੇ ਮੈਨੂੰ ਫਾਇਦਾ। ਇਹ ਜਾਣੀ ਇਹਨਾਂ ਲੋਕਾਂ ਨੂੰ ਬਹੁਤ ਅੱਗੇ ਨਾਲੋਂ ਗਿਆਨ ਹੋ ਗਿਆ, ਅੱਗੇ ਨਾਲ ਬਹੁਤ ਫਰਕ ਹੈ ਜੀ। ਬਹੁਤ ਸ਼ੁਕਰੀਆ ਜੀ, ਧੰਨਵਾਦ ਕਰਦੇ ਹਾਂ ਤੁਹਾਡਾ, ਤੁਸੀਂ ਸਟੂਡੀਓ ਦੇ ਵਿੱਚ ਆਏ, ਬਹੁਤ ਸਾਰੀਆਂ ਗੱਲਾਂ ਬਾਤਾਂ ਕੀਤੀਆਂ। ਦੱਸ ਜਾਏ ਕਿ ਪ੍ਰੋਫੈਸਰ ਦੀਪਕ ਮਨਮੋਹਨ ਸਿੰਘ ਜੀ ਆਪਣੇ ਸਟੂਡੀਓ ਦੇ ਵਿੱਚ ਆਏ ਬੈਠੇ ਨੇ, ਇਹਨਾਂ ਨੇ ਬਹੁਤ ਸਾਰੀਆਂ ਗੱਲਾਂ ਬਾਤਾਂ ਕੀਤੀਆਂ। ਪੰਜਾਬੀ ਦੇ ਮਾਹਰ ਨੇ, ਪੰਜਾਬੀ ਬੋਲੀ, ਆਪਣੀ ਧਰਤੀ ਦੀ ਪੰਜਾਬੀ ਬੋਲੀ, ਉਹਦੇ ਵਾਸਤੇ ਤੁਸੀਂ ਬਹੁਤ ਕੰਮ ਕੀਤਾ। ਬਹੁਤ ਸ਼ੁਕਰੀਆ ਤੁਹਾਡਾ ਸਟੂਡੀਓ 'ਚ ਆ ਕੇ ਆਪਣੀਆਂ ਵਿਚਾਰਾਂ ਸ਼ੇਅਰ ਕਰਨ ਦਾ, ਜੋ ਹੋ ਰਿਹਾ ਆਪਣੇ ਆਲੇ ਦੁਆਲੇ ਪੰਜਾਬੀ ਬਾਰੇ, ਉਹਦੇ ਬਾਰੇ ਦੱਸਣ ਦਾ। ਦੇਖੋ, ਮੈਂ ਤੁਹਾਡਾ ਵੀ ਧੰਨਵਾਦ ਇਸ ਗੱਲ ਕਰਕੇ ਕਰਨਾ ਵੀ ਜਿਸ ਕਿਸਮ ਦੇ ਤੁਸੀਂ ਸਵਾਲ ਪੁੱਛੇ ਨੇ, ਮੈਂ ਨਹੀਂ ਸੀ ਆਸ ਰੱਖਦਾ ਵੀ ਤੁਸੀਂ ਮੈਨੂੰ ਇੱਦਾਂ ਦੇ ਸਵਾਲ ਕਰੋਗੇ। ਇੱਦਾਂ ਦੇ ਜਿਹੜੇ ਸਵਾਲ ਪੁੱਛਣ ਨਾਲ ਜਿਹੜਾ ਵਿਚਾਰਾਂ ਦਾ ਆਦਾਨ ਪ੍ਰਦਾਨ ਹੈ ਨਾ, ਜਿਹੜੇ ਲੋਕਾਂ ਤੱਕ ਵੀ ਪਹੁੰਚਦੇ ਨੇ, ਇੱਥੇ ਹੋਣ ਚਾਹੇ ਉੱਥੇ ਹੋਣ, ਤੇ ਉਹ ਥੋੜਾ ਬਹੁਤਾ ਇਹਦੇ ਬਾਰੇ ਚਿੰਤਤ ਹੋਣਗੇ, ਥੋੜੀ ਬਹੁਤਾ ਚਿੰਤਾ ਕਰਨਗੇ ਨਾ। ਇੱਦਾਂ ਦੇ ਜਿਹੜੇ ਵੀ ਬਾਹਰੋਂ ਆਉਂਦੇ ਨੇ ਨਾ, ਜਿਹੜੇ ਉੱਥੋਂ ਭਾਰਤ ਤੋਂ ਜਾਂ ਪੰਜਾਬ ਤੋਂ ਜਿਹੜੇ ਵਿਦਵਾਨ ਇੱਥੇ ਆਉਂਦੇ ਨੇ, ਮੈਂ ਤਾਂ ਕੋਈ ਇਹਨਾਂ ਵਿਦਵਾਨ ਹੈ ਨਹੀਂ, ਜਿਹੜੇ ਵੀ ਇੱਦਾਂ ਦੇ ਜਿਨ੍ਹਾਂ ਨਾਲ ਤੁਸੀਂ ਬੈਠ ਕੇ ਇੱਦਾਂ ਦੀ ਵਾਰਤਾਲਾਪ ਕਰਦੇ ਹੋ,
ਉਹਨਾਂ ਨਾਲ ਤੁਸੀਂ ਇਦਾਂ ਦੇ ਸਵਾਲ ਹੀ ਕਰੋ ਵੀ ਜਿਹੜੇ ਇੱਥੋਂ ਦੇ ਲੋਕਲ ਸਥਾਨਕ ਜਿਹੜੇ ਸਰੋਤੇ ਨੇ ਜੀ ਵੀ ਉਹ ਉਹਨਾਂ ਨੂੰ ਥੋੜੀ ਜਿਹੀ ਝੁਣਝੁਣੀ ਜੀ ਆਵੇ। ਉਹਨਾਂ ਨੂੰ ਕੋਈ ਤੁਸੀਂ ਛੇੜਖਾਨੀ ਜੀ ਕਰੋ ਜੀ। ਵੀ ਭਾਈ ਇਹ ਉੱਥੇ ਜਾ ਕੇ ਇਦਾਂ ਦੀਆਂ ਗੱਲਾਂ ਕਨਵੇ ਕਰੋ, ਲੋਕਾਂ ਨੂੰ ਗਲਤ ਦ੍ਰਿਸ਼ ਨਾ ਦਿਖਾਓ। ਉੱਥੇ ਚਮਕ ਦਮਕ ਜਿਹੜੀ ਡਾਲਰੀ ਚਮਕ ਦਮਕ ਹੈ ਨਾ ਉਹ ਹੁਣ ਛੱਡ ਦਿਓ। ਜੀ। ਲੋਕਾਂ ਕੋਲ ਹੋਰ ਬੜੇ ਸਾਧਨ ਨੇ, ਤੁਹਾਡੀਆਂ ਜਿਹੜੀਆਂ ਇਨਫੋਰਮੇਸ਼ਨ ਜਿਹੜੀਆਂ ਸੂਚਨਾਵਾਂ ਜਾਂਦੀਆਂ ਨੇ ਉੱਥੇ ਪਹੁੰਚਦੀਆਂ ਨੇ, ਅਖਬਾਰਾਂ ਰਾਹੀਂ ਵੀ ਪਹੁੰਚਦੀਆਂ ਨੇ, ਲੋਕਾਂ ਜਿਹੜੇ ਵਿਦਵਾਨਾਂ ਦੇ ਆਰਟੀਕਲਾਂ ਰਾਹੀਂ ਵੀ ਪਹੁੰਚਦੀਆਂ ਨੇ, ਤੇ ਇਦਾਂ ਦੇ ਆਪਣੇ ਜਿਹੜੇ ਟੈਕਨੋਲੋਜੀ ਦੇ ਜਿਹੜੇ ਸਾਧਨ ਨੇ ਸੰਚਾਰ ਇਹਨਾਂ ਰਾਹੀਂ ਵੀ ਪਹੁੰਚਦੀਆਂ ਨੇ। ਉਹ ਥੋੜਾ ਬਲਕਿ ਮੈਂ ਧੰਨਵਾਦ ਕਰਨਾ ਤੇ ਵੀ ਤੁਸੀਂ ਮੇਰੇ ਨਾਲ ਇਦਾਂ ਦੀ ਵਾਰਤਾਲਾਪ ਕੀਤੀ। ਬਹੁਤ ਸ਼ੁਕਰੀਆ। ਸਾਨੂੰ ਕਿਹਾ ਵੀ ਜਾਂਦਾ ਕਿ ਕੱਲ ਮੇਰੀ ਕਿਸ ਨਾਲ ਗੱਲ ਹੋ ਰਹੀ ਸੀ, ਕਹਿੰਦੇ ਤੁਸੀਂ ਸੋਫਿਸਟੀਕੇਟਡ ਪੰਜਾਬੀ ਭਾਸ਼ਾ ਵਰਤਿਓ। ਮੈਂ ਕਿਹਾ ਮੈਨੂੰ ਉਹਦਾ ਨਹੀਂ ਪਤਾ ਵੀ ਸੋਫਿਸਟੀਕੇਟਡ ਕਿਹੜੀ ਹੈ, ਪਰ ਮੈਨੂੰ ਇੰਨਾ ਪਤਾ ਕਿ ਅਸੀਂ ਲੰਡੀ ਬੁੱਚੀ ਭਾਸ਼ਾ ਜਿਹੜੀ ਅਸੀਂ ਉਹ ਵਰਤਦੇ ਹਾਂ, ਜਿਹੜੇ ਗ੍ਰਾਸ ਰੂਟਡ ਜਿਹੜੀ ਸਾਡੀ ਕੀ ਧਰਤੀ ਜਿਹਨੂੰ ਆਪਾਂ ਕਹੇ ਕਿ ਜੜ੍ਹਾਂ ਜਿਹੜੀਆਂ ਸਾਡੀਆਂ, ਅਸੀਂ ਉਹ ਲਫ਼ਜ਼ ਜੀ ਜਿਹੜਾ ਲਫ਼ਜ਼ ਹੈ ਨਾ ਸਾਡੇ ਕੋਲ ਬੜੇ ਵਧੀਆ ਲਫ਼ਜ਼ ਨੇ ਪੰਜਾਬੀ 'ਚ। ਆ ਜਿਹੜੇ ਤੁਸੀਂ ਲੰਡੀ ਬੁੱਚੀ ਵਰਤੇ ਨਾ ਇਹ ਮਾਸਜ ਨਾਲ ਹੈ ਜਿਹੜਾ ਕਨਵੇ ਹੁੰਦਾ ਲੰਡੀ ਬੁੱਚੀ। ਅਸੀਂ ਤਾਂ ਲੜੇ ਆ ਜੀ, ਲੰਡੀ ਬੁੱਚੀ ਹੈ। ਲੰਡੀ ਬੁੱਚੀ ਉਹ ਹੁੰਦੀ ਹੈ ਜਿਹੜੀ ਨਾ ਸੱਥਾਂ ਵਿੱਚ ਬੈਠ ਕੇ ਕਿਸੇ ਦੇ ਚੱਲਣ ਦਾ ਢੰਗ, ਕਿਸੇ ਦਾ ਬੋਲਣ ਦਾ ਢੰਗ, ਕਿਸੇ ਦਾ ਸੋਚਣ ਦਾ ਢੰਗ, ਕਿਸੇ ਦਾ ਜਿਹੜੇ ਫਜ਼ੂਲ ਜੀਆਂ ਵਿਦਵਤਾ ਦੀਆਂ ਗੱਲਾਂ ਕਰਦੇ ਨੇ ਨਾ ਉਸ ਤੇ ਜਿਹੜੀ ਟਿੱਕਾ ਟੱਪਣੀ ਕਰਦੇ ਨਾ ਸੱਥਾਂ ਵਿੱਚ ਬੈਠ ਕੇ, ਉਹ ਜਿਹੜੀ ਲੜੀ ਬੁੱਚੀ ਜਿਹੜੀ ਗੱਲ ਕਰਦੀ ਹੈ ਨਾ ਉਹਨਾਂ ਦੀ ਭਾਸ਼ਾ ਨਾ ਡੀਪ ਰੂਟਡ। ਅੱਜ ਅਸੀਂ ਕਹਿੰਦੇ ਵੀ ਸਟਾਇਰ ਇਜ਼ ਅ ਸ਼ਾਰਟਕਟ ਟੂ ਰਿਐਲਿਟੀ। ਜਦੋਂ ਇਹਨਾਂ ਗੱਲਾਂ ਤੇ ਅਸੀਂ ਵਿਅੰਗ ਕੱਸਦੇ ਆ ਨਾ ਇਹਨਾਂ ਲੋਕਾਂ ਦੇ ਦਿਖਾਵੇ ਤੇ ਉੱਤੇ, ਉਹਦੇ ਵਿੱਚੋਂ ਕਈ ਵਾਰੀ ਬਹੁਤ ਵੱਡਾ ਸਾਨੂੰ ਸਬਕ ਮਿਲਦਾ। ਜੀ ਜੀ। ਇਹ ਲੜੀ ਬੁੱਚੀ ਜਿਹੜੀ ਬਹੁਤ ਵੱਡੀ ਵਿਦਵਾਨ ਕੌਮ ਹੈ ਸਾਡੀ ਮਾਸਸ ਦੀ, ਸਾਡੇ ਸਥਾਨਕ ਲੋਕਾਂ ਦੀ। ਜੀ ਜੀ। ਅਸੀਂ ਤਾਂ ਆਪਣੇ ਆਪ ਨੂੰ ਲੜੀ ਬੁੱਚੀ ਸਮਝਦੇ ਹਾਂ। ਜੀ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ, ਧੰਨਵਾਦ ਜੀ, ਥੈਂਕ ਯੂ।